ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:10 ਹੋਏ ਨੇ। 23 ਮਈ ਦਾ ਦਿਨ ਹੈ, ਵਰਾ 2023 ਦਾ ਮੰਗਲਵਾਰ ਹੈ ਤੇ 9 ਜੇਠ ਨਾਨਕ ਸੰਮਤ 555। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖ ਚ ਸਰਦਾਰ ਨਵਕਿੰਨ ਸਿੰਘ ਪੱਤੀ ਦੇ ਨਾਲ ਹੋਵੇਗੀ ਗੱਲਬਾਤ। ਉਸ ਤੋਂ ਬਾਅਦ ਅਗਲੇ ਘੰਟੇ 'ਚ 11 ਤੋਂ 12 ਵਜੇ ਤੱਕ 2 ਇੰਟਰਵਿਊ ਨੇ ਤੁਹਾਡੇ ਲਈ। ਇੱਕ ਡੈਂਚਰਿਸਟ ਗਗਨ ਚਾਹਲ ਹੋਣੀ ਆਉਣਗੇ, ਜਿਹੜੇ ਦੰਦਵੀੜ ਜਿਹੜੀ ਬਣਦੀ ਅੱਜ ਕੱਲ੍ਹ, ਜੇ ਹੱਡੀ ਘਸ ਵੀ ਗਈ ਉਹਦਾ ਬਦਲ ਹੈ। ਕਈ ਵਾਰ ਬਜ਼ੁਰਗੀ ਦੇ ਵਿੱਚ, ਹੁਣ ਜਵਾਨੀ ਵਿੱਚ ਤਾਂ ਨਹੀਂ ਲੱਗਦੀ ਗੱਲ ਕਹਾਣੀ, ਪਰ ਬਜ਼ੁਰਗੀ ਦੇ ਵਿੱਚ ਜਦ ਬੁੱਟ ਘਸ ਜਾਂਦੇ ਤਾਂ ਦੰਦਵੀੜ ਵੀ ਸੂਤ ਨਹੀਂ ਆਉਂਦੀ। ਸਮਾਂ ਵੇਖਣ ਦੀ ਲੋੜ ਹੈ। ਉਸ ਤੋਂ ਬਾਅਦ ਸਾਡਾ ਨੌਜਵਾਨ ਇੱਥੇ ਦਾ ਭਲਵਾਨ ਜਸਮੀਤ ਫੂਲਕਾ ਆਵੇਗਾ। ਆਖਰੀ ਘੰਟੇ ਦੇ ਵਿੱਚ ਪਰਿਵਾਰਕ ਜੀਵਨ, ਉਸ ਦੀ ਤੀਸਰੀ ਕੜੀ ਤੁਹਾਡੇ ਸਨਮੁਖ ਹੋਏਗੀ, ਜਿਸ ਦੇ ਵਿੱਚ ਪਰਿਵਾਰ ਦਾ ਜਿਹੜਾ ਕਲੇਸ਼ ਹੈ ਉਹਦੇ ਕਾਰਨ ਕੀ ਨੇ। ਪਹਿਲੇ ਦੇ ਵਿੱਚ ਵੀ ਆਪਾਂ ਗੱਲ ਕੀਤੀ, ਦੂਸਰੇ ਦੇ ਵਿੱਚ ਕਿਹੜੇ ਮੁੱਦੇ ਨੇ ਘਰ ਦੇ ਵਿੱਚ ਜਿਹੜਾ ਕਲੇਸ਼ ਦਾ ਕਾਰਨ ਬਣਦੇ ਨੇ, ਅਤੇ ਕਲੇਸ਼ ਫਿਰ ਕਿੱਥੇ ਵੱਧ ਤੱਕ, ਮਾਰ ਧਾੜ ਤੱਕ, ਕਤਲੋਗਾਰਤ ਤੱਕ ਜਾਂਦਾ ਹੈ। ਪਿਛਲੇ ਦਿਨ ਦੀ ਇੱਕ ਵੀਡੀਓ ਬਰੈਂਪਟਨ ਦੀ ਜਿਹੜੀ ਆਈ ਹੈ, ਉਸ ਦੇ ਸੰਦਰਭ ਦੇ ਵਿੱਚ ਵੀ ਨਾਲ ਮੈਂ ਗੱਲ ਕਰਾਂਗਾ। ਬੰਦਾ ਬੋਲ ਰਿਹਾ ਅਤੇ ਉਸਨੇ ਮੂਲੋਂ ਹੀ ਮਾੜਾ ਕੰਮ ਕੀਤਾ ਹੈ, ਜਿਹੜਾ ਹੱਥ ਦੇ ਵਿੱਚ ਕਾਨੂੰਨ ਲੈ ਕੇ ਜਿਹੜੀਆਂ ਗੱਲਾਂ ਕਹਿ ਰਿਹਾ ਉਸ ਦੀ ਵੀ ਗੱਲਬਾਤ ਕਰਾਂਗਾ। ਸ਼ੁਰੂਆਤ ਇਸ ਤੋਂ ਹੀ ਹੋਈ ਸੀ। ਖੈਰ, ਜਿਹੜੇ ਸਾਡੇ ਨਜਾਇਜ਼ ਸੰਬੰਧ ਨੇ ਬਾਹਰ, ਉਹ ਕਿੱਥੇ ਤੱਕ ਮੁਸ਼ਕਿਲ 'ਚ ਲੈ ਕੇ ਜਾਂਦੇ ਨੇ। ਅਤੇ ਤੀਸਰੀ ਕੜੀ ਦੇ ਵਿੱਚ ਘਰ ਦੇ ਖਰਚੇ, ਘਰ ਦਾ ਕਾਨੂੰਨ, ਘਰ ਦਾ ਡਿਸਿਪਲਨ, ਘਰ ਦੇ ਵਿੱਚ ਇੱਕ ਸੁਰਨਾ ਹੋਣੀ, ਘਰ ਦੇ ਵਿੱਚ ਮਾਈਵੇ ਔਰ ਹਾਈਵੇ ਦੀ ਕਹਾਣੀ ਹੋਣੀ। ਇੱਕ ਜੀ ਜਿਵੇਂ ਉਹਨੂੰ ਚਾਹੀਦਾ ਹੈ ਉਸ ਤਰ੍ਹਾਂ ਹੀ ਸਾਰਾ ਘਰ ਚੱਲੇ। ਇਹਦੇ ਨਾਲ ਮੁਸ਼ਕਿਲਾਂ ਕੀ ਆਉਂਦੀਆਂ ਨੇ, ਇਸ 'ਤੇ ਗੱਲਬਾਤ ਹੋਏਗੀ। 604 204 0600 6042040600। ਘਰ ਦੇ ਵਿੱਚ ਖਰਚਾ, ਜਿਹੜਾ ਕਮਾਈ ਤੋਂ ਵੱਧ ਖਰਚਾ, ਕਲੇਸ਼ ਦਾ ਕਿਵੇਂ ਕਾਰਨ ਬਣਦਾ ਹੈ, ਇਸ ਦੀਆਂ ਅੱਜ ਗੱਲਾਂ ਆਖਰੀ ਘੰਟੇ ਦੇ ਵਿੱਚ ਕਰਾਂਗੇ। ਕਿਵੇਂ ਦੁਨੀਆ ਦੀ ਚਕਾ ਚੌਂਧ ਵੇਖ ਕੇ ਬ੍ਰਾਂਡਡ ਜੀਓ, ਕਾਰਾਂ ਜੀਓ, ਘੜੀਆਂ ਜੀਓ, ਪਰਸ ਜੀ, ਉਹ ਸੂਟ ਜੀ, ਉਹ ਟਾਈਆਂ ਜੀ, ਉਹ ਆ ਫਲਾਣਾ ਸੂਟ, ਉਹ ਫਲਾਣੀ ਜੁੱਤੀ ਜੀ, ਇੱਕ ਬੈਲਟ 'ਤੇ LV ਜੀ ਲਵਾਉਂਦੇ ਨੇ ਜੀ, 1000 ਦੀ ਆਉਂਦੀ ਹੈ ਜੀ। ਇਹ ਗੱਲਾਂ ਜਿਹੜਾ ਅੰਦਰ ਇਕੱਠਾ ਕਰਦੀਆਂ, ਬੰਦੇ ਕੰਮ ਕਰਕੇ ਹੰਭਦੇ ਨੇ, ਟੱਬਰ ਕੰਮ ਕਰਕੇ ਹੰਭਦਾ ਹੈ, ਪਰ ਸ਼ੋਅ ਆਫ ਕਿਵੇਂ ਜ਼ਿੰਦਗੀ ਖਰਾਬ ਕਰ ਰਿਹਾ, ਇਸ 'ਤੇ ਗੱਲ ਕਰਾਂ। ਟਰੂਡੋ ਪਰਿਵਾਰ ਦੇ ਆੜੀ ਡੇਵਿਡ ਜੌਨਸਟਨ ਨੇ ਕਹਿਤਾ, ਕਹਿੰਦਾ ਪਬਲਿਕ ਇਨਕੁਆਇਰੀ ਦੀ ਨਹੀਂ ਲੋੜ, ਚੀਨ ਵਾਲੇ ਜਿਹੜਾ ਕੁਛ ਮਰਜ਼ੀ ਕਰੀ ਜਾਣ ਚਾਹੇ। ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ, ਕਿੱਕਰਾਂ ਦੀ ਉੱਡੇ ਮਹਿਕ ਵੇ ਹਵਾ ਠਹਿਰ ਠਹਿਰ ਮੇਰੇ ਕੋਲੋਂ ਲੰਘਦੀ, ਵੇ ਰਾਤਾਂ ਜਿਹਾ ਕੇਸਾਂ ਵਾਲਿਆ ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗਦੀ। ਕਿੱਕਰਾਂ ਦੀ ਉੱਡੇ ਮਹਿਕ ਵੇ ਹਵਾ ਠਹਿਰ ਠਹਿਰ ਮੇਰੇ ਕੋਲੋਂ ਲੰਘਦੀ, ਵੇ ਰਾਤਾਂ ਜਿਹੇ ਕੇਸਾਂ ਵਾਲਿਆ ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗਦੀ। ਟਿੱਬਿਆਂ 'ਚ ਕਾਹੀ ਮਹਿਕੇ ਰੰਗ ਸੂਹਾ ਹੋਇਆ ਜਾਂਦਾ ਏ ਤਰੇਲ ਦਾ, ਅੱਖਾਂ ਵਿੱਚ ਘੁਲੀ ਮਿਸ਼ਰੀ ਮੈਨੂੰ ਖਾਬ ਰਾਤੀ ਆਇਆ ਸਾਡੇ ਮੇਲ ਦਾ। ਕਿ ਤਾਰਿਆਂ ਦੀ ਰੋਸ਼ਨੀ ਜਿਹਾ ਕਿ ਹੀ ਉਸਤ ਕਰਾਂ ਤੇਰੇ ਰੰਗ ਦੀ, ਵੇ ਰਾਤਾਂ ਜਿਹੇ ਕੇਸਾਂ ਵਾਲਿਆ ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗਦੀ। ਕਿ ਫਿਜ਼ਾ 'ਚ ਸਰੂਰ ਘੁਲਿਆ ਪਾਉਣਾ ਇਤਰੀ ਸੁਗੰਧੀਆਂ ਖਿਲਾਰਦੀ, ਨਫਲੀ ਨਮਾਜ਼ ਪੜ੍ਹ ਕੇ ਦੀਵੇ ਤੇਰੇ ਨਾਂ ਦੇ ਪਾਣੀਆਂ 'ਚ ਤਾਰਦੀ। ਕਿ ਅੱਧੀ ਰਾਤੀ ਸੁਣੇ ਵੰਝਲੀ ਨਾਲੇ ਖਾਬਾਂ ਵਿੱਚ ਆਵੇ ਮਾਈ ਝੰਗਦੀ, ਵੇ ਰਾਤਾਂ ਜਿਹੇ ਕੇਸਾਂ ਵਾਲਿਆ ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗਦੀ। ਖਮਾਰੀਆਂ ਦੀ ਆਮਦ ਹੁੰਦੀ ਤੇਰੀ ਦੀਦ ਪਿੱਛੋਂ ਹੋਸ਼ ਜਿਹਾ ਖੋ ਜਾਵੇ, ਕਿ ਬਾਹਰੋਂ ਸਭ ਆਮ ਹੀ ਰਹਿੰਦਾ ਪਰ ਅੰਦਰਾਂ 'ਚ ਖੜਕਾ ਜਿਹਾ ਹੋ ਜਾਵੇ। ਬੇਅੰਬਰਾਂ ਦਾ ਅੰਤ ਕੋਈ ਨਾ ਹੁੰਦੀ, ਹੱਦ ਨਹੀਂ ਉਹ ਅਲੜਾਂ ਦੀ ਸੰਗ ਦੀ, ਵੇ ਰਾਤਾਂ ਜਿਹੇ ਕੇਸਾਂ ਵਾਲਿਆ ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗਦੀ, ਤੈਨੂੰ ਸੁਣੇ ਨਾ ਆਵਾਜ਼ ਸਾਡੀ ਵੰਗਦੀ। ਵੰਗਦੀ ਆਵਾਜ਼ ਤੇ ਝਾਂਜਰ ਦੀ ਛਣਕਾਹਟ ਸੁਨੇਹਾ ਦਿੰਦੀ ਹੈ, ਨਵਾਬ ਖਾਨ ਲਿਖਦਾ। ਲਓ ਚੱਲੀਏ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚ ਸਰਦਾਰ ਨਵਕਿੰਨ ਸਿੰਘ ਪੱਤੀ ਸੇਖਵਾਂ ਬਰਨਾਲਿਓ ਮੇਰੇ ਨਾਲ ਨੇ।
ਲਾਈਨਾਂ ਮੈਨੂੰ ਲੱਗਦਾ ਉਲਝੀਆਂ ਪਈਆਂ ਨੇ। ਕੋਸ਼ਿਸ਼ ਕਰਦੇ ਆ ਹੁਣ ਸਿੱਧਾ ਫੋਨ ਮੈਂ ਲਾਇਆ ਨਵਕਿਰਨ ਨੂੰ ਆਪਣੇ ਹੀ ਫੋਨ ਤੋਂ, ਤੇ ਇੱਥੋਂ ਹੀ ਗੱਲ ਕਰਦੇ ਆ। ਸਰ ਨਵਕਿਰਨ ਸਿੰਘ ਜੀ, ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਅੱਛਾ ਜੀ, ਮੈਨੂੰ ਇਉਂ ਦੱਸਿਓ ਬਈ ਪਹਿਲੀ ਖਬਰ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਹੁਣ ਫੇਰ ਖੜਕੀ ਪਈ ਹੈ। ਭਗਵੰਤ ਮਾਨ ਕੀ ਕਹੀ ਜਾਂਦਾ ਤੇ ਐਡਵੋਕੇਟ ਸਾਹਿਬ ਕੀ ਕਹੀ ਜਾਂਦੇ ਆ? ਜੀ ਗਿੱਲ ਸਾਹਿਬ, ਵਾਕਈ ਇਹ ਮਸਲਾ ਦੁਬਾਰੇ ਫਿਰ ਚਰਚਾ ਦਾ ਵਿਸ਼ਾ ਹੈਗਾ ਜਿਹੜਾ ਉਹ ਬਣਿਆ ਹੋਇਆ। ਦਰਅਸਲ ਮਸਲਾ ਇਹ ਹੈਗਾ ਕਿ ਗੁਰਬਾਣੀ ਦੇ ਸਿੱਧੇ ਪ੍ਰਸਾਰਨ ਨੂੰ ਲੈ ਕੇ ਸਿਰਫ ਇੱਕੋ ਚੈਨਲ ਨੂੰ ਅਧਿਕਾਰ ਨੇ ਜਿਹੜੇ ਉਹ ਦਿੱਤੇ ਗਏ ਨੇ, ਔਰ ਇਸ ਮਸਲੇ ਨੂੰ ਲੈ ਕੇ ਭਗਵੰਤ ਮਾਨ ਹੋਰਾਂ ਨੇ ਇਹ ਮੁੱਦਾ ਹੈਗਾ ਜਿਹੜਾ ਉਹ ਸਿਆਸੀ ਮੁੱਦਾ ਬਣਾ ਰੱਖਿਆ ਹੈਗਾ। ਭਗਵੰਤ ਮਾਨ ਹੋਰਾਂ ਨੇ ਪਿਛਲੇ 3 ਦਿਨ ਤੋਂ ਲਗਾਤਾਰ ਗੁਰਬਾਣੀ ਦੇ ਪ੍ਰਸਾਰਨ ਨੂੰ ਲੈ ਕੇ ਬਿਆਨ ਦਿੱਤੇ ਨੇ, ਜਿਹਦੇ ਚੋਂ ਗੁਰਬਾਣੀ ਦੇ ਪ੍ਰਸਾਰਨ ਦੇ ਅਧਿਕਾਰ ਸਿਰਫ ਪੀਟੀਸੀ ਵਾਲਿਆਂ ਨੂੰ ਦੇਣ ਦੇ ਉੱਤੇ ਸਵਾਲ ਉਠਾ ਰਹੇ ਨੇ। ਇਸ ਤੋਂ ਪਹਿਲਾਂ ਸਾਲ 2022 ਦੇ ਵਿੱਚ ਪਿਛਲੇ ਵਰੇ ਵੀ ਭਗਵੰਤ ਮਾਨ ਨੇ ਗੁਰਬਾਣੀ ਕੀਰਤਨ ਦੇ ਪ੍ਰਸਾਰਨ ਦੇ ਲਈ ਪੰਜਾਬ ਸਰਕਾਰ ਨੂੰ ਇਜਾਜ਼ਤ ਦੇਣ ਦੀ ਅਪੀਲ ਆ ਜਿਹੜੀ ਉਹ ਐਸਜੀਪੀਸੀ ਨੂੰ ਕੀਤੀ ਸੀਗੀ। ਤਾਂ ਦੂਜੇ ਪਾਸੇ ਧਾਮੀ ਸਾਹਿਬ ਨੇ ਕਿਹਾ ਕਿ ਭਗਵੰਤ ਮਾਨ ਪਹਿਲਾਂ ਤਾਂ ਆਪਦੇ ਲਫ਼ਜ਼ ਸੁਧਾਰਨ, ਉਹ ਕਹਿੰਦੇ ਲਫ਼ਜ਼ ਵਰਤਣਾ ਬੰਦ ਕਰ ਦੇਣ ਕਿ ਐਸਜੀਪੀਸੀ ਆਏ ਗੁਰਬਾਣੀ ਵੇਚਦੇ ਆ। ਉਹ ਕਹਿੰਦੇ ਗੁਰਬਾਣੀ ਨੂੰ ਕੋਈ ਨਹੀਂ ਵੇਚ ਸਕਦਾ, ਇਹ ਤਾਂ ਧੁਰਕੀ ਬਾਣੀ ਹੈ, ਔਰ ਭਗਵੰਤ ਮਾਨ ਹੋਰੀ ਇਹ ਲਫ਼ਜ਼ ਨਾ ਵਰਤਣ, ਲਫ਼ਜ਼ ਚੰਗੇ ਵਰਤਣੇ ਚਾਹੀਦੇ ਨੇ। ਲੇਕਿਨ ਇਹ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦੂਜੀ ਗੱਲ ਗਿੱਲ ਸਾਹਿਬ ਇਹ ਹੈ ਕਿ ਅੱਜ ਭਗਵੰਤ ਮਾਨ ਹੋਰੀ ਸੱਤਾ ਦੇ ਵਿੱਚ ਨੇ, ਪੰਜਾਬ ਸਰਕਾਰ ਵੱਲੋਂ ਜਿਹੜੇ ਇਸ਼ਤਿਹਾਰ ਦਿੰਦੇ ਨੇ ਇਹ ਕਿਹੜਾ ਸਾਰੇ ਅਖਬਾਰਾਂ ਨੂੰ ਦਿੰਦੇ ਨੇ, ਇਹ ਕਿਹੜਾ ਸਾਰੇ ਚੈਨਲਾਂ ਨੂੰ ਦਿੰਦੇ ਨੇ, ਇਹ ਵੀ ਤਾਂ ਚੁਣਿੰਦਾ ਅਖਬਾਰਾਂ ਤੇ ਚੁਣੇ ਹੋਏ ਚੈਨਲਾਂ ਨੂੰ ਹੀ ਦਿੰਦੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਿਹੜਾ ਹੈਗਾ ਉਹ ਸਿਰਫ ਪੀਟੀਸੀ ਵਾਲਿਆਂ ਨੂੰ ਅਧਿਕਾਰ ਹੈਗੇ ਜਿਹੜੇ ਉਹ ਦਿੱਤੇ ਹੋਏ ਆ ਉਹਨਾਂ ਨੇ। ਹਾਲਾਂਕਿ 1 ਕਰੋੜ ਰੁਪਇਆ ਦਿੰਦੇ ਸੀ ਪਹਿਲਾ ਸਾਲ ਦਾ ਪੀਟੀਸੀ ਵਾਲੇ, ਉਹ 10% ਦੇ ਵਾਧੇ ਨਾਲ ਹੁਣ 2 ਕਰੋੜ ਦੇ ਲਗਭਗ ਸਾਲ ਦਾ ਜਿਹੜਾ ਪੀਟੀਸੀ ਵਾਲੇ ਉਹ ਦਿੰਦੇ ਨੇ। ਪਰ ਇਹ ਹੋਣਾ ਇਹੀ ਚਾਹੀਦਾ ਹੈਗਾ ਕਿ ਸਾਰੇ ਚੈਨਲਾਂ ਨੂੰ ਅਧਿਕਾਰ ਹੋਣੇ ਚਾਹੀਦੇ ਆ, ਫ੍ਰੀ ਕਰ ਦੇਣ, ਸਾਰੇ ਚੈਨਲ ਦਿਖਾਉਣ। ਹਾਂ ਠੀਕ ਆ, ਉਹਦੇ ਤੇ ਕੁਛ ਬੰਦਸ਼ਾਂ ਲਾਈਆਂ ਜਾ ਸਕਦੀਆਂ ਕਿ ਜਦੋਂ ਗੁਰਬਾਣੀ ਦਾ ਪ੍ਰਸਾਰਨ ਹੁੰਦਾ ਉਦੋਂ ਐਡਵਰਟਾਈਜ਼ਮੈਂਟ ਜਿਹੜੀਆਂ ਚਲਾਉਣੀਆਂ ਨੇ ਉਹ ਕੋਈ ਨਸ਼ੇ ਪੱਤੇ ਵਾਲੀ ਨਾ ਚਲਾਉਣ, ਉਹ ਉਸ ਵਕਤ ਕੋਈ ਨਗੇਜ ਵਾਲੀ ਐਡਵਰਟਾਈਜ਼ਮੈਂਟ ਨਾ ਚਲਾਉਣ, ਏਦਾਂ ਦੀਆਂ ਕੁਛ ਬੰਦਸ਼ਾਂ ਲਾਈਆਂ ਜਾ ਸਕਦੀਆਂ। ਅਦਰਵਾਈਜ਼ ਇਹ ਸਾਰਿਆਂ ਨੂੰ ਖੁੱਲ੍ਹ ਆ ਜਿਹੜੀ ਐਸਜੀਪੀਸੀ ਨੂੰ ਉਹ ਦੇਣੀ ਚਾਹੀਦੀ ਆ। ਜੀ ਬੇਅਦਬੀਆਂ ਦਾ ਮਾਮਲਿਆਂ 'ਚ ਇੱਕ ਭਗੌੜਾ ਡੇਰਾ ਸਿਰਸਾ ਦਾ ਮੁੱਖ ਪੈਰੋਕਾਰ ਇਹ ਕਿਹੜਾ ਫੜਿਆ ਜੀ ਤੇ ਕਿੱਥੋਂ ਫੜਿਆ? ਗਿੱਲ ਸਾਹਿਬ, ਇਹ ਬਹੁਤ ਵੱਡਾ ਪੈਰੋਕਾਰ ਹੈ ਡੇਰਾ ਸਿਰਸਾ ਦਾ। 3-4 ਬੰਦਿਆਂ 'ਚ ਸ਼ਾਮਲ ਸੀ ਜਿਹੜੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਉਹ 3 ਬੰਦੇ SIT ਨੇ ਟਿੱਕੇ ਸੀ, ਉਹ ਤਿੰਨਾਂ ਚੋਂ ਇੱਕ ਹੈ। ਇਹ ਉਦੋਂ ਦਾ ਭਗੌੜਾ ਹੈ। ਸੰਦੀਪ ਬਰੇਟਾ ਇਹਦਾ ਨਾਂ ਹੈਗਾ, ਮਾਨਸਾ ਜ਼ਿਲ੍ਹੇ ਨੂੰ ਇਹ ਬਿਲੋਂਗ ਕਰਦਾ ਹੈ। ਇਹਨੂੰ ਅੱਜ ਬੈਂਗਲੁਰੂ ਹਵਾਈ ਅੱਡੇ ਤੋਂ ਹਿਰਾਸਤ ਦੇ ਵਿੱਚ ਜਿਹੜਾ ਲਿਆ ਗਾ। ਇਹਦੇ ਪੋਸਟਰ ਲੱਗੇ ਹੋਏ ਸੀ, ਇੰਟਰਪੋਲ ਨੂੰ ਕਿਹਾ ਹੋਇਆ ਸੀ। ਮਤਲਬ ਇਹ ਲਗਾਤਾਰ ਭਗੌੜਾ ਗਾ ਜਿਹੜਾ ਉਹ ਚੱਲਿਆ ਆ ਰਿਹਾ। 2018 ਤੋਂ ਲੈ ਕੇ ਇਹਦੀ ਭਾਲ ਆ ਜਿਹੜੀ ਕੀਤੀ ਜਾ ਰਹੀ ਸੀ। 3 ਜਾਣੇ ਭਗੌੜੇ ਲਾਣੇ ਸੀ, ਜਿਨ੍ਹਾਂ ਦੇ ਵਿੱਚ ਇਹ ਸੀਗਾ ਸੰਦੀਪ ਬਰੇਟਾ, ਦੂਜਾ ਨੰਬਰ ਪ੍ਰਦੀਪ ਕਲੇਰ ਸੀ ਤੇ ਤੀਜਾ ਹਰਸ਼ ਧੂਰੀ ਸੀਗਾ। ਔਰ ਇਹਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਸੀ ਉਹਨਾਂ 'ਚ ਇਹ ਇਨਵੋਲਵ ਜਿਹੜਾ ਦੱਸਿਆ ਜਾਂਦਾ ਸੀਗਾ। ਸੰਦੀਪ ਬਰੇਟਾ ਡੇਰਾ ਸਿਰਸਾ ਦੀ 45 ਮੈਂਬਰੀ ਜਿਹੜੀ ਨੈਸ਼ਨਲ ਕਮੇਟੀ ਸੀ ਉਹਦਾ ਵੀ ਮੈਂਬਰ ਸੀਗਾ। ਇਸ ਤੋਂ ਇਲਾਵਾ ਇਹਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਨੇ ਜਿਹੜੇ ਉਹ ਲੱਗਦੇ ਆਏ ਨੇ। ਜੀ ਗਿੱਲ ਸਾਹਿਬ, ਚਰਨਜੀਤ ਸਿੰਘ ਚੰਨੀ ਹੁਣ ਕਹਿੰਦਾ ਮੈਂ ਗੁਰਦੁਆਰੇ ਅਰਦਾਸ ਵੀ ਕਰ ਸਕਦਾ। ਜੀ ਗਿੱਲ ਸਾਹਿਬ, ਉਹਨੇ ਗੁਰਦੁਆਰੇ ਖੜ ਕੇ ਅਰਦਾਸ ਕਰਤੀ ਜੀ। ਅੱਜ ਗੁਰਦੁਆਰਾ ਜਿਹੜਾ ਗਿੱਲ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆਇਆ ਸੀ, ਉੱਥੇ ਚਰਨਜੀਤ ਚੰਨੀ ਹੋਰੀ ਪਹੁੰਚੇ ਔਰ ਉੱਥੇ ਜਾ ਕੇ ਉਹਨੇ ਅਰਦਾਸ ਜਿਹੜੀ ਆ ਉਹ ਕੀਤੀ ਆ। ਅਰਦਾਸ ਦੇ ਵਿੱਚ ਉਹਨੇ ਕਿਹਾ ਗਾ ਕਿ ਜੇ ਮੈਂ ਜਿਹੜੀ ਮੇਰੇ ਤੇ ਲਾਏ ਦੋਸ਼ਾਂ ਦੇ ਵਿੱਚ ਸੱਚਾਈ ਹੈ ਤਾਂ ਮੇਰਾ ਕੱਖ ਨਾ ਰਹੇ। ਔਰ ਚਰਨਜੀਤ ਚੰਨੀ ਅੱਜ ਬਾਅਦ ਦੁਪਹਿਰ ਚਮਕੌਰ ਸਾਹਿਬ ਦੇ ਨੇੜਲੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਪਹੁੰਚੇ। ਔਰ ਭਗਵੰਤ ਮਾਨ ਨੇ 2 ਕੁ ਦਿਨ ਪਹਿਲਾਂ ਇੱਕ ਇਲਜ਼ਾਮ ਲਾਇਆ ਸੀ। ਭਗਵੰਤ ਮਾਨ ਨੇ ਕਿਹਾ ਸੀਗਾ ਕਿ ਇੱਕ ਕ੍ਰਿਕਟ ਖਿਡਾਰੀ ਨੂੰ ਨੌਕਰੀ ਦੇਣ ਬਦਲੇ ਜਿਹੜਾ ਚਰਨਜੀਤ ਚੰਨੀ ਹੋਰਾਂ ਨੇ ਆਪਦੇ ਭਾਣਜੇ ਜਾਂ ਭਤੀਜੇ ਕੋਲ ਭੇਜਿਆ ਔਰ 2 ਕਰੋੜ ਰੁਪਏ ਉਹਨੇ ਗਾਹਾਂ ਉਹਦੇ ਭਾਣਜੇ ਜਾਂ ਭਤੀਜੇ ਨੇ ਜਿਹੜੇ ਮੰਗੇ। ਉਹਦੇ ਚੋਂ ਗਿੱਲ ਸਾਹਿਬ ਇਹ ਮਸਲਾ ਭਖਿਆ ਹੋਇਆ ਸੀਗਾ।
ਚੰਨੀ ਕਹਿੰਦਾ ਵੀ ਮੈਂ ਕਿਸੇ ਨੂੰ ਆਪਦੇ ਰਿਸ਼ਤੇਦਾਰ ਕੋਲ ਨਹੀਂ ਭੇਜਿਆ, ਕਿਸੇ ਤੋਂ 2 ਕਰੋੜ ਨਹੀਂ ਮੰਗੇ। ਔਰ ਅੱਜ ਚੰਨੀ ਚਮਕੌਰ ਸਾਹਿਬ ਦੇ ਸਿੰਘ ਸ਼ਹੀਦਾਂ ਦੇ ਆਸ਼ੀਰਵਾਦ ਤੇ ਹਲਕੇ ਦੇ ਲੋਕਾਂ ਦੇ ਜਿਹੜੇ ਨੁਮਾਇੰਦੇ ਦੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਗਿਆ ਔਰ ਉੱਥੇ ਜਾ ਕੇ ਉਹਨੇ ਖੁਦ ਅਰਦਾਸ ਕੀਤੀ। ਜਿਵੇਂ ਤੁਸੀਂ ਜ਼ਿਕਰ ਕੀਤਾ, ਉਹਨੇ ਇਹ ਵੀ ਸਿੱਧ ਕੀਤਾ ਮੈਂ ਅਰਦਾਸ ਵੀ ਕਰ ਸਕਦਾ। ਔਰ ਚੰਨੀ ਨੇ ਅਰਦਾਸ ਕਰਕੇ ਕਿਹਾ ਵੀ ਜੇ ਮੈਂ ਝੂਠ ਬੋਲਦਾ ਹੋਵਾਂ ਤਾਂ ਕੱਖ ਨਾ ਰਹੇ। ਤਾਂ ਦੂਜੇ ਪਾਸੇ ਗਿੱਲ ਸਾਹਿਬ ਭਗਵੰਤ ਮਾਨ ਕਹਿੰਦਾ ਵੀ ਆਪਦੇ ਪਹਿਲਾਂ ਭਾਣਜਿਆਂ ਭਤੀਜਿਆਂ ਨੂੰ ਪੁੱਛ ਲੈ, ਨਹੀਂ ਮੈਂ ਉਹ ਕਰੈਕਟ ਖਿਡਾਰੀ ਲੈ ਕੇ ਆਊਂਗਾ ਜਿਹਦੇ ਨਾਲ ਇਹ ਹੋਈ ਆ। ਹੁਣ ਇਹ ਦੇਖਣਾ ਹੋਊਗਾ ਵੀ ਮਸਲਾ ਕਿਸ ਪਾਸੇ ਨੂੰ ਤੁਰਦਾ ਹੈਗਾ ਜੀ। ਕੇਜਰੀਵਾਲ ਤੇ ਭਗਵੰਤ ਮਾਨ ਮਮਤਾ ਬੈਨਰਜੀ ਨੂੰ ਮਿਲੇ ਜੀ ਗਿੱਲ ਸਾਹਿਬ। ਅੱਜ ਇਹਨਾਂ ਨੇ ਮਮਤਾ ਬੈਨਰਜੀ ਦੇ ਨਾਲ ਮੁਲਾਕਾਤ ਕੀਤੀ ਆ। ਇਹ ਪੱਛਮੀ ਬੰਗਾਲ ਦੇ ਵਿੱਚ ਗਏ ਨੇ ਭਗਵੰਤ ਮਾਨ ਤੇ ਕੇਜਰੀਵਾਲ। ਦਰਅਸਲ ਇਹਨਾਂ ਦਾ ਪੰਗਾ ਪਿਆ ਹੋਇਆਗਾ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦੇ ਨਾਲ ਦਿੱਲੀ ਨੂੰ ਲੈ ਕੇ, ਕਿ ਦਿੱਲੀ ਦੇ ਵਿੱਚ ਮੇਨ ਪਾਵਰ ਮੁੱਖ ਮੰਤਰੀ ਦੇ ਹੱਥ ਹੋਊ ਜਾਂ ਉੱਥੋਂ ਦੇ ਉਪ ਰਾਜਪਾਲ ਦੇ ਹੱਥ ਹੋਊਗੀ। ਇਹ ਮਸਲਾ ਜਿਹੜਾ ਪਿਛਲੇ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦਰਅਸਲ ਪਿਛਲੇ ਦਿਨੀ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ, ਜਿਸ 'ਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਦਿੱਲੀ ਦੀ ਜਿਹੜੀ ਬਿਊਰੋਕ੍ਰੇਸੀ ਆ ਉਹ ਸਰਕਾਰ ਦੇ ਅੰਡਰ ਹੋਊਗੀ। ਉਹਨਾਂ ਦੀਆਂ ਬਦਲੀਆਂ, ਉਹਨਾਂ ਦੇ ਅਨੁਸ਼ਾਸਨੀ ਕਾਰਵਾਈ, ਉਹਨਾਂ ਦੀਆਂ ਤੈਨਾਤੀਆਂ ਇਹ ਸਰਕਾਰ ਕਰ ਸਕਦੀ ਆ। ਉਦੋਂ ਬਾਅਦ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਬਦਲ ਲੱਭਿਆ। ਬਦਲ ਦੇ ਤੌਰ ਦੇ ਉੱਤੇ ਗਿੱਲ ਸਾਹਿਬ ਉਹਨਾਂ ਨੇ ਇੱਕ ਅਥਾਰਟੀ ਬਣਾ ਦਿੱਤੀ ਆ ਕੇਂਦਰ ਸਰਕਾਰ ਨੇ। ਉਹ ਅਥਾਰਟੀ ਦੇ ਵਿੱਚ ਦਿੱਲੀ ਦਾ ਚੀਫ ਮਿਨਿਸਟਰ ਵੀ ਹੋਊਗਾ, ਦਿੱਲੀ ਦਾ ਪ੍ਰਮੁੱਖ ਗ੍ਰਹਿ ਸਕੱਤਰ ਹੋਊਗਾ, ਦਿੱਲੀ ਦਾ ਚੀਫ ਸੈਕਟਰੀ ਹੋਊਗਾ, 3 ਜਾਣੇ ਹੋਣਗੇ। ਲੇਕਿਨ ਉਹਦੇ 'ਚ ਉਹਨਾਂ ਨੇ ਕੇਂਦਰ ਵਾਲਿਆਂ ਨੇ ਸ਼ਰਤ ਮੜਤੀ ਕਿ ਉਪ ਰਾਜਪਾਲ ਦਾ ਫੈਸਲਾ ਅੰਤਮ ਹੋਊਗਾ, ਜਿਹਦਾ ਸਾਫ਼ ਮਤਲਬ ਆ ਕਿ ਦੁਬਾਰੇ ਫੇਰ ਜਿਹੜੀ ਗੇਂਦ ਆ ਉਪ ਰਾਜਪਾਲ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ ਆ। ਹੁਣ ਇਹਨੂੰ ਲੈ ਕੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਉਹ ਸਵਾਲ ਉਠਾ ਰਹੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਗਿੱਲ ਸਾਹਿਬ ਕੇਂਦਰ ਸਰਕਾਰ ਦੇ ਵੱਲੋਂ ਇਸ ਵਿਸ਼ੇ ਦੇ ਉੱਤੇ ਸਰਕੂਲਰ ਆਇਆ ਉਹਨੂੰ ਰਾਜ ਸਭਾ ਲੋਕ ਸਭਾ ਦੇ ਵਿੱਚ ਚੈਲੰਜ ਕੀਤਾ ਜਾਵੇ। ਉਹਦੇ ਕਰਕੇ ਹੀ ਉਹ ਮਮਤਾ ਬੈਨਰਜੀ ਨੂੰ ਜਿਹੜਾ ਮਿਲੇ ਨੇ। ਪਰ ਇਹ ਇਹਨਾਂ ਦੀ ਮੌਕਾ ਪ੍ਰਸਤੀ ਹੈ ਜੀ। ਜਦੋਂ ਰਾਜਾਂ ਦੇ ਵੱਧ ਅਧਿਕਾਰਾਂ ਦਾ ਮਸਲਾ ਆਉਂਦਾ, ਫੈਡਰਲ ਸਟਰਕਚਰ ਦਾ ਮਸਲਾ, ਸੰਘੀ ਢਾਂਚੇ ਦਾ ਆਉਂਦਾ, ਉਦੋਂ ਇਹ ਦੜ ਵੱਟ ਲੈਂਦੇ ਨੇ, ਭਾਜਪਾ ਦੇ ਪੱਖ 'ਚ ਭੁਗਤਦੇ ਨੇ। ਇਹ ਭਾਜਪਾ ਦੀ ਤਾਂ ਨੀਤੀ ਆ ਸੰਘੀ ਢਾਂਚੇ ਨੂੰ ਤਬਾਹ ਕਰਨਾ, ਭਾਜਪਾ ਦੀ ਨੀਤੀ ਆ ਤਾਕਤਾਂ ਦਾ ਕੇਂਦਰੀਕਰਨ ਕਰਨਾ। ਜਦੋਂ ਜੰਮੂ ਕਸ਼ਮੀਰ ਦੇ ਵੱਧ ਅਧਿਕਾਰਾਂ ਨੂੰ ਖਤਮ ਕਰਕੇ ਧਾਰਾ 370 ਤੇ 35 ਮਨਸੂਖ ਕਰਕੇ ਜੰਮੂ ਕਸ਼ਮੀਰ ਨੂੰ ਰਾਜ ਤੋਂ ਯੂਟੀ 'ਚ ਤਬਦੀਲ ਕੀਤਾ ਜਾ ਰਿਹਾ ਸੀ, ਉਦੋਂ ਆਮ ਆਦਮੀ ਪਾਰਟੀ ਵਾਲੇ ਭਾਜਪਾ ਦੇ ਪੱਖ 'ਚ ਭੁਗਤੇ ਸੀ। ਤੇ ਅੱਜ ਜਦੋਂ ਦਿੱਲੀ ਦੇ ਅਧਿਕਾਰਾਂ ਨੂੰ ਘਟਾਇਆ ਜਾ ਰਿਹਾ ਹੈ, ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਬਜਾਏ ਦਿੱਲੀ ਦੇ ਚੀਫ ਮਿਨਿਸਟਰ ਦੀ ਪਾਵਰ ਆ ਜਿਹੜੀ ਇੱਕ ਵੱਡੇ ਸ਼ਹਿਰ ਦੇ ਮੇਅਰ ਵਰਗੀ ਕੀਤੀ ਜਾ ਰਹੀ ਹੈ, ਉਹਦੇ ਮਮਤਾ ਬੈਨਰਜੀ ਨੂੰ ਮਿਲਦੇ ਫਿਰਦੇ ਆ। ਸਵਾਲ ਮਮਤਾ ਬੈਨਰਜੀ ਨੂੰ ਇਹਨਾਂ ਤੋਂ ਪੁੱਛਣਾ ਚਾਹੀਦਾ ਕਿ ਭਾਈ ਜਦੋਂ ਜੰਮੂ ਕਸ਼ਮੀਰ ਦਾ ਮਸਲਾ ਸੀ ਉਦੋਂ ਤੁਸੀਂ ਭਾਜਪਾ ਦੇ ਨਾਲ ਜਾ ਰਲੇ ਸੀ। ਜੀ ਗਿੱਲ ਸਾਹਿਬ ਬਿਲਕੁਲ ਠੀਕ ਹੈ, ਸਹੀ ਗੱਲ ਹੈ। ਤੇ ਵੰਡ ਤੋਂ ਬਾਅਦ 75ਵਾਂ ਸਾਲ ਹੈ, ਕਰਤਾਰਪੁਰ ਸਾਹਿਬ ਦੇ ਵਿੱਚ ਕੌਣ ਮਿਲ ਪਏ ਜੀ ਵਿਛੜੇ ਹੋਏ? ਗਿੱਲ ਸਾਹਿਬ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਬਹੁਤ ਸਾਰੇ ਵਿਛੜਿਆਂ ਹੋਇਆਂ ਨੂੰ ਮਿਲਾਉਣ ਦਾ ਇੱਕ ਜ਼ਰੀਆ ਬਣਿਆ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਤ ਵਾਲੀ ਉਹ ਧਰਤੀ ਕਰਤਾਰਪੁਰ ਸਾਹਿਬ ਦੀ, ਔਰ ਉਹ ਧਰਤੀ ਨੇ ਬਹੁਤ ਸਾਰੇ ਵਿਛੜਿਆਂ ਨੂੰ ਮਿਲਾਇਆ। ਇਹ ਗਿੱਲ ਸਾਹਿਬ 75 ਸਾਲ ਪਹਿਲਾਂ ਇੱਕ 2 ਭੈਣ ਭਰਾ ਵਿਛੜੇ ਸੀ, ਜਿਨ੍ਹਾਂ ਚੋਂ ਭੈਣ ਮਹਿੰਦਰ ਕੌਰ ਉਹ ਆਪਣੇ ਵਾਲੇ ਪੰਜਾਬ ਆ ਗਈ ਸੀ। ਉਹਦਾ ਭਰਾ ਗਾ ਜਿਹੜਾ ਉਹ ਜੰਮੂ ਕਸ਼ਮੀਰ ਸ਼ਾਸਤ ਪਾਕਿਸਤਾਨ ਦੇ ਵਿੱਚ, ਜਿਹੜਾ ਪਾਕਿਸਤਾਨ ਦੇ ਅੰਡਰ ਆਉਂਦਾ ਜੰਮੂ ਕਸ਼ਮੀਰ ਦਾ ਖਿੱਤਾ, ਉਧਰ ਚਲਿਆ ਗਿਆ ਸੀਗਾ। ਔਰ ਉਹਨਾਂ ਦੋਨਾਂ ਭੈਣ ਭਰਾਵਾਂ ਨੂੰ ਕੁਛ ਨਹੀਂ ਸੀ ਪਤਾ, ਕਿਉਂਕਿ ਉਦੋਂ ਉਹਨਾਂ ਦੀ ਉਮਰ 3 ਸਾਲ 5 ਸਾਲ ਸੀਗੀ। ਉਦੋਂ ਆ ਗਿੱਲ ਸਾਹਿਬ ਅੱਜ ਇੰਨੇ 75 ਸਾਲ ਬਾਅਦ ਦੋਨੇ ਭੈਣ ਭਰਾ ਜਿਹੜਾ ਕਰਤਾਰਪੁਰ ਸਾਹਿਬ ਵਿਖੇ ਮਿਲੇ ਨੇ। ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਦਾ ਆਪਸ ਦੇ ਵਿੱਚ ਲਿੰਕ ਬਣ ਗਿਆ ਸੀ। ਸੋਸ਼ਲ ਮੀਡੀਆ ਦੇ ਜ਼ਰੀਏ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਛ ਸੋਸ਼ਲ ਮੀਡੀਆ ਦੇ ਉੱਤੇ ਵਿਛੜਿਆਂ ਨੂੰ ਮਿਲਾਉਣ ਦੇ ਲਈ ਕੰਮ ਕਰ ਰਹੇ ਨੇ ਕੁਝ ਚੈਨਲ, ਖਾਸ ਕਰਕੇ ਉਹਨਾਂ 'ਚ ਪਾਕਿਸਤਾਨ ਦੇ ਬਹੁਤ ਸਾਰੇ ਵਿਅਕਤੀ ਸ਼ਾਮਲ ਨੇ। ਉਹਨਾਂ ਦੇ ਵੱਲੋਂ ਗਿੱਲ ਸਾਹਿਬ ਇਹ ਤਹਈਆ ਗਾ ਜਿਹੜਾ ਉਹ ਕੀਤਾ ਗਿਆ ਸੀ, ਜਿਹਦੇ ਕਰਕੇ ਮਹਿੰਦਰ ਕੌਰ ਆਪਦੇ ਭਰਾ ਨੂੰ ਮਿਲੀ ਹੈ। ਜਦੋਂ ਦੋਨੇ ਭੈਣ ਭਰਾ ਜੱਫੀ ਪਾ ਕੇ ਮਿਲੇ ਨੇ ਨਾ ਗਿੱਲ ਸਾਹਿਬ, ਉਦੋਂ ਉਹ ਤਸਵੀਰਾਂ ਦੇਖ ਕੇ ਹਰ ਕੋਈ ਰੋਂਦਾ ਗਾ ਕਿ ਕੀ ਹੋ ਰਿਹਾ ਹੈਗਾ, ਕਿਵੇਂ ਇੰਨੇ ਸਾਲ 75 ਇਹਨਾਂ ਨੇ ਕੱਢੇ। ਔਰ ਮਹਿੰਦਰ ਕੌਰ ਦੀ ਉਮਰ ਹੁਣ 81 ਸਾਲ ਦੀ ਹੋ ਚੁੱਕੀ ਆ।
ਔਰ ਉਹਦੇ ਭਰਾ ਦੀ 78 ਸਾਲ ਦੀ ਹੈ। ਭਰਾ ਦਾ ਨਾਂ ਹੁਣ ਸ਼ੇਖ ਅਬਦੁਲ ਅਜੀਜ਼ ਹੈ। 47 ਦੀ ਵੰਡ ਦੌਰਾਨ ਦੋਨੇ ਭੈਣ ਭਰਾ ਗਏ ਜਿਹੜੇ ਉਹ ਵਿਛੜੇ ਸੀਗੇ। ਪੰਜਾਬ 'ਚ ਰਹਿ ਰਹੇ ਭਜਨ ਸਿੰਘ ਦਾ ਪਰਿਵਾਰ ਸੋਗ ਵਿੱਚ ਸੀ ਔਰ ਵੰਡ ਦੇ ਦੌਰਾਨ ਸਿੰਘ ਪਰਿਵਾਰ ਦੇ ਅਬਦੁਲ ਅਜੀਜ਼ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਚਲੇ ਗਏ, ਜਦ ਕਿ ਉਹਦੇ ਪਰਿਵਾਰ ਦੇ ਹੋਰ ਮੈਂਬਰ ਭਾਰਤ ਦੇ ਵਿੱਚ ਹੀ ਰਹੇ। ਜਿਸ ਤੋਂ ਬਾਅਦ ਗਿੱਲ ਸਾਹਿਬ ਇਹ ਸਾਰਾ ਮਸਲਾ ਗਾ ਜਿਹੜਾ 75 ਸਾਲ ਬਿਲਕਦਿਆਂ ਦਾ ਲੰਘਿਆ ਹੋਵੇਗਾ ਜੀ। ਲੁਧਿਆਣੇ ਸੇਵਾ ਮੁਕਤ ਥਾਣੇਦਾਰ ਦਾ ਸਣੇ ਟੱਬਰ ਕਤਲ ਹੋ ਗਿਆ ਜੀ ਗਿੱਲ ਸਾਹਿਬ। ਇਹ ਲੁਧਿਆਣਾ ਦੇ ਵਿੱਚ ਘਟਨਾ ਜਿਹੜੀ ਉਹ ਵਾਪਰੀ ਹੈ। ਲੁਧਿਆਣਾ ਇਹ ਰਿਟਾਇਰਡ ਸੀਗਾ ਜੀ ਥਾਣੇਦਾਰ ਔਰ ਉਹਦੇ ਮੁੰਡੇ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਗਿੱਲ ਸਾਹਿਬ ਮੁੰਡਾ 2 ਦਿਨ ਪਹਿਲਾਂ ਹੀ ਆਪਦੀ ਪਤਨੀ ਨੂੰ ਸਹੁਰੇ ਛੱਡ ਕੇ ਆਇਆ ਸੀ ਆਪਦੇ, ਔਰ ਪਰਿਵਾਰ ਦੇ ਵਿੱਚ ਹੁਣ ਥਾਣੇਦਾਰ, ਉਹਦੀ ਵਾਈਫ ਤੇ ਉਹਦਾ ਮੁੰਡਾ 3 ਜਾਣੇ ਸੀਗੇ ਕਿ ਰਾਤ ਨੂੰ ਗਿੱਲ ਸਾਹਿਬ ਬੰਦੇ ਕੰਧ ਦੇ ਨਾਲ ਪੌੜੀ ਲਾ ਕੇ ਅੰਦਰ ਵੜੇ ਨੇ ਔਰ ਅੰਦਰ ਵੜ ਕੇ 3 ਦਾ ਬੇਰਹਿਮੀ ਦੇ ਨਾਲ ਕਤਲ ਆ ਜਿਹੜਾ ਉਹ ਕਰ ਦਿੱਤਾ। ਸਾਰੇ ਘਰ ਦਾ ਸਮਾਨ ਲੁੱਟ ਕੇ ਲੈ ਗਏ। ਉਹ 'ਚ ਥਾਣੇਦਾਰ ਦਾ ਜਿਹੜਾ ਰਿਵਾਲਵਰ ਸੀਗਾ, ਲਾਇਸੈਂਸ ਸੀ, ਉਹ ਵੀ ਲੈ ਗਏ ਤੇ ਹੋਰ ਵੀ ਬਹੁਤ ਕੁਛ ਆ ਜਿਹੜਾ ਗਿੱਲ ਸਾਹਿਬ ਉਹ ਲੈ ਗਏ। ਹੁਣ ਇਹ ਮਸਲਾ ਕਾਫੀ ਲੁਧਿਆਣੇ ਦੇ ਵਿੱਚ ਚਰਚਾ ਦਾ ਵਿਸ਼ਾ ਹੈਗਾ ਜਿਹੜਾ ਉਹ ਬਣਿਆ ਹੋਇਆ, ਕਿਉਂਕਿ ਲਾਡੋਵਾਲ ਵਾਲੇ ਖੇਤਰ ਦਾ ਮਸਲਾ ਹੈਗਾ ਜੀ। ਇਹ ਲਟੇਰਿਆਂ ਨੇ ਜਿਹੜਾ ਅਮਰੂਦਾਂ ਦਾ ਬਾਗ ਲਾਇਆ ਸੀ, ਮੈਨੂੰ ਲੱਗਦਾ ਉਹਦੇ ਵਿੱਚ ਕਾਟੋਆਂ ਤੇ ਵੀ ਕੇਸ ਚੱਲੂ ਹੁਣ ਜੀ ਗਿੱਲ ਸਾਹਿਬ। 6 ਹੋਰ ਫੜ ਲਏ। ਮਸਲਾ ਇਹ ਵੀ ਖਾਸਾ ਵੱਡਾ ਹੈਗਾ। IAS ਅਫਸਰਾਂ ਦੀਆਂ ਪਤਨੀਆਂ ਦੇ ਨਾਂ ਦੇ ਉੱਤੇ ਪਹਿਲਾਂ ਉੱਥੇ ਖਰੀਦ ਲਈ ਪ੍ਰਾਪਰਟੀ ਔਰ ਖਰੀਦਣ ਤੋਂ ਬਾਅਦ ਹੁਣ ਗਿੱਲ ਸਾਹਿਬ ਉੱਥੇ ਇਸ ਰੂਪ ਦੇ ਵਿੱਚ ਮੁਆਵਜ਼ੇ ਵੀ ਲੈ ਗਏ। ਹੁਣ ਇੱਕ ਪਾਸੇ ਆਮ ਬੰਦੇ ਨੂੰ ਲੱਗਦਾ ਵੀ ਮੁਆਵਜ਼ਾ ਤਾਂ ਮਿਲਦਾ ਹੀ ਨਹੀਂ ਹੈਗਾ, ਲੇਕਿਨ ਜਦੋਂ ਫਾਈਲਾਂ ਫਰੋਲੀਆਂ ਜਾਂਦੀਆਂ, RTI ਰਾਹੀਂ ਚੀਜ਼ਾਂ ਹੁੰਦੀਆਂ, ਫਿਰ ਪਤਾ ਲੱਗਦਾ ਮੁਆਵਜ਼ਾ ਤਾਂ ਮਿਲਦਾ ਹੈ ਲੇਕਿਨ ਆਮ ਬੰਦੇ ਨੂੰ ਨਹੀਂ ਮਿਲਦਾ। ਇਹ ਕਾਗਜ਼ਾਂ 'ਚ ਹੀ ਬਾਗ ਲੱਗਿਆ ਜੀ ਅਮਰੂਦਾਂ ਦਾ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅਕੋਰਡਿੰਗ ਜਿੰਨੇ ਫੁੱਟ ਦੇ ਫਾਸਲੇ ਦੇ ਉੱਤੇ ਬੂਟਾ ਲੱਗਦਾ ਹੈ, ਇਹਨਾਂ ਨੇ ਤਾਂ ਗਿੱਲ ਸਾਹਿਬ ਇੰਨੇ ਤਾਂ ਕੀੜੀਆਂ ਨਹੀਂ ਇਕੱਠੀਆਂ ਹੁੰਦੀਆਂ ਕਿੱਲੇ 'ਚ ਜਿੰਨਾ ਇੱਕ ਕਿੱਲੇ ਦੇ ਵਿੱਚ ਅਮਰੂਦਾਂ ਦਾ ਬਾਗ ਦਿਖਾ ਕੇ ਮੁਆਵਜ਼ਾ ਲੈ ਗਏ। ਔਰ ਜਿਹੜੇ ਹੁਣ 6 ਜਾਣੇ ਅੱਜ ਫੜੇ ਨੇ, ਇਹ ਹੋਰ ਜ਼ਿਆਦਾ ਤੰਦਾਂ ਇਸ ਚੀਜ਼ ਦੀਆਂ ਖੋਲਣਗੇ ਔਰ ਇਹ ਸਾਰੇ ਪੌਸ਼ ਏਰੀਏ ਦੇ ਨੇ, ਕਿਉਂਕਿ ਵਿਜੀਲੈਂਸ ਵਾਲਿਆਂ ਨੇ ਦੱਸਿਆ ਗਿੱਲ ਸਾਹਿਬ ਇਸ ਮਸਲੇ ਦੇ ਵਿੱਚ ਫੜੇ ਗਏ ਵਿਅਕਤੀਆਂ ਦੇ ਵਿੱਚ PD ਗੁਪਤਾ ਦੀ ਪਤਨੀ ਸੁਨੀਤਾ ਗੁਪਤਾ, ਉਹਦਾ ਪੁੱਤਰ ਗੌਰਵ ਕਾਂਸਲ। ਇਹ ਗਿੱਲ ਸਾਹਿਬ ਚੰਡੀਗੜ੍ਹ ਦੇ ਵਿੱਚ ਸੈਕਟਰ 18 ਦੇ ਰਹਿਣ ਵਾਲੇ ਨੇ ਔਰ ਬਾਕਰਪੁਰ ਦੇ ਵਸਨੀਕ ਹਰਮਿੰਦਰ ਸਿੰਘ, ਉਹਨਾਂ ਦੀ ਮਾਤਾ ਸੁਖਰਾਜ ਕੌਰ ਤੋਂ ਇਲਾਵਾ ਹੋਰ ਕਈ ਸ਼ਾਮਲ ਨੇ। ਔਰ ਇਹਦੇ ਚ ਵੱਡੀ ਜਿਹੜੇ ਬਿਊਰੋਕ੍ਰੇਸੀ IAS ਅਫਸਰਾਂ ਦੀ ਲੌਬੀ ਸ਼ਾਮਲ ਹੈ, ਜਿਹੜੇ ਉੱਥੋਂ ਬਿਨਾਂ ਬਾਗ ਲਾਈ, ਬਿਨਾਂ ਗਿੱਲ ਸਾਹਿਬ ਅਮਰੂਦ ਤੋੜੇ, ਅਮਰੂਦਾਂ ਦੇ ਪੈਸੇ ਲੈ ਗਏ। ਜੇ ਲੈਣੇ ਸੀ ਕਾਜੂਆਂ ਬਦਾਮਾਂ ਦੇ ਲੈ ਲੈਂਦੇ, ਪਤਾ ਲੱਗ ਜਾਂਦਾ ਵੀ ਹਾਂ ਇੰਨੇ ਲਾਗੇ ਹੋਣਗੇ। ਚੱਲ ਇਹ ਤਾਂ ਕਾਮ ਕਹਿੰਦੇ ਮੇਲੇ 'ਚ ਅਮਰੂਦਾਂ ਨੂੰ ਕਿਹੜਾ ਪੁੱਛਦਾ ਹੈ, ਇੱਥੇ 5 ਰੁਪਏ ਕਿਲੋ ਅਮਰੂਦ ਵਿਕਦੇ ਫਿਰਦੇ ਹੁੰਦੇ ਆ। ਪਰ ਕੀ ਪਤਾ ਵੀ ਨਾ ਗਿੱਲ ਸਾਹਿਬ ਅਮਰੂਦਾਂ ਦਾ ਕੋਈ ਬੂਟਾ ਲਾਇਆ, ਨਾ ਕਿਸੇ ਨੇ ਪਾਣੀ ਪਾਇਆ, ਨਾ ਕਿਸੇ ਨੇ ਤੋੜੇ, ਨਾ ਕਿਸੇ ਨੇ ਮੰਡੀ ਲੈ ਕੇ ਗਿਆ, ਨਾ ਬੋਰੀ ਵਿਛਾ ਕੇ ਬੈਠਿਆ, ਨਾ ਕੰਡੇ ਤੇ ਤੋਲੇ, ਤੇ ਸਰਕਾਰੀ ਖਜ਼ਾਨੇ 'ਚੋਂ ਕੁੰਡੀ ਲਾ ਕੇ ਕਰੋੜਾਂ ਰੁਪਈਆ ਲੈ ਗਏ ਜੀ। ਕਿੱਕਰ ਦੀ ਗੇਲੀ ਗੱਡ ਕੇ ਨਾ ਚਰਸਤੇ ਦੇ ਵਿੱਚ ਉੱਪਰ ਸਪੀਕਰ ਲਾ ਕੇ ਇਹਨਾਂ ਨੂੰ ਸਣ ਦੀ ਰੱਸੀ ਨਾਲ ਭਿਉਂ ਕੇ ਬੰਨ ਲਵੇ ਚਾਰਲੇ ਪਾਸਿਓਂ ਤੇ ਇਹਨਾਂ ਨੂੰ ਮਾਈਕ ਫੜਾ ਦੇਵੇ ਵੀ ਨੰਗੇ ਜਾਂਦਿਆਂ ਨੂੰ ਦੱਸੋ ਵੀ ਅਸੀਂ ਭਾਈ ਅਮਰੂਦਾਂ ਵਾਲੇ ਆ। ਤੁਹਾਡੇ ਪਿੰਡਾਂ ਵੱਲ ਵੀ ਮੁੰਡੇ ਕੁੜੀ ਦਾ ਕਤਲ ਹੋਇਆ ਇੱਕ ਜੀ ਗਿੱਲ ਸਾਹਿਬ। ਆਪਣੇ ਨਾਲ ਹੀ ਪਿੰਡ ਠੀਕਰੀ ਵਾਲਾ, ਤੁਹਾਡੇ ਜਿਹੜੇ ਆਗੂ ਨੇ ਕੈਨੇਡਾ ਦੇ ਵਿੱਚ NDP ਦੇ ਜਗਮੀਤ ਸਿੰਘ, ਉਹਨਾਂ ਦਾ ਇਹ ਪਿੰਡ ਹੈ ਜੱਦੀ ਠੀਕਰੀ ਵਾਲਾ। ਉੱਥੇ ਗਿੱਲ ਸਾਹਿਬ ਕਤਲ ਹੈਗਾ ਜਿਹੜਾ ਉਹ ਹੋਇਆ ਗਾ ਇੱਕ ਮੁੰਡੇ ਤੇ ਕੁੜੀ ਦਾ। ਦਰਅਸਲ ਬੀਤੀ ਰਾਤ ਮੁੰਡੇ ਤੇ ਕੁੜੀ ਦੇ ਆਪਸ ਦੇ ਵਿੱਚ ਰਿਲੇਸ਼ਨ ਸੀਗੇ ਪਿਛਲੇ ਲੰਬੇ ਸਮੇਂ ਤੋਂ। ਬੀਤੀ ਰਾਤ 1:30 ਵਜੇ ਕੁੜੀ ਦੇ ਬਾਪ ਨੇ ਮੁੰਡੇ ਨੂੰ ਆਪਦੇ ਘਰੇ ਦੇਖਿਆ ਤਾਂ ਉਹਨੇ ਗੰਡਾਸੇ ਨਾਲ ਪਹਿਲਾਂ ਮੁੰਡਾ ਵੜਤਾ, ਉਸ ਤੋਂ ਬਾਅਦ ਉਹਨੇ ਆਪਦੀ ਕੁੜੀ ਦਾ ਮਰਡਰ ਹੈਗਾ ਜਿਹੜਾ ਉਹ ਕਰ ਦਿੱਤਾ ਗਾ। ਤਾਂ 2 ਕਤਲ ਨੇ ਜਿਹੜੇ ਆਨਰ ਕਿਲਿੰਗ ਦਾ ਇਹ ਮਸਲਾ ਹੈਗਾ ਪਿੰਡ ਠੀਕਰੀ ਵਾਲਾ ਦੇ ਵਿੱਚ ਬੀਤੀ ਰਾਤ ਹੋਏ ਨੇ ਜੀ ਗਿੱਲ ਸਾਹਿਬ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਸਟ੍ਰੇਲੀਆ ਚਲੇ ਗਏ, ਰਾਹ ਦੇ ਵਿੱਚ ਵੀ ਰੁਕੇ ਸੀ ਕਿਤੇ ਜੀ ਗਿੱਲ ਸਾਹਿਬ। ਉਹ ਕਰੋਨਾ ਵੇਲੇ ਨਾ ਅਸਲ ਦੇ ਵਿੱਚ ਉਹਨਾਂ ਤੋਂ ਜਾਇਆ ਨੀ ਗਿਆ ਕਈ ਦੇਸ਼ਾਂ 'ਚ। ਕਰੋਨਾ ਤੋਂ ਪਹਿਲਾਂ ਬੜੇ ਦੇਸ਼ਾਂ 'ਚ ਜਾਂਦੇ ਸੀ। ਜਦੋਂ ਦੇਖਦੇ ਆਪਾਂ ਵੀ ਅੱਜ ਪ੍ਰਧਾਨ ਮੰਤਰੀ ਜੀ ਫਲਾਨੇ ਦੇਸ਼, ਅੱਜ ਪ੍ਰਧਾਨ ਮੰਤਰੀ ਜੀ ਫਲਾਨੇ
ਨੇ ਦੇਸ਼। ਤੇ ਹੁਣ ਪ੍ਰਧਾਨ ਮੰਤਰੀ ਜੀ ਉਹ ਜਿਹੜਾ ਕਰੋਨਾ ਵੇਲੇ ਵਾਲਾ ਸਮਾਂ ਗਾ ਜਦੋਂ ਜਾ ਨਹੀਂ ਸੀ ਸਕੇ, ਹੁਣ ਇਕੱਠਾ ਜਿਹੜਾ ਦੇਸ਼ਾਂ ਦੇ ਦੌਰੇ ਦੇ ਉੱਤੇ ਗਏ ਨੇ। ਆਸਟ੍ਰੇਲੀਆ ਦੇ ਵਿੱਚ ਨੇ ਜੀ, ਅੱਜ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਸੰਬੋਧਨ ਕੀਤਾ ਗਾ। ਅੱਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਵੀ ਸੀ, ਔਰ ਉੱਥੇ ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਾਰੇ ਦੇ ਵਿੱਚ ਜਿਹੜਾ ਉਹ ਭਾਰਤੀਆਂ ਨੂੰ ਸੰਬੋਧਨ ਕੀਤਾ ਇੱਕ ਵੱਡੇ ਇਕੱਠ ਦੇ ਵਿੱਚ। ਜੀ ਗਿੱਲ ਸਾਹਿਬ, ਤੇ ਭਾਰਤੀ ਹਾਈ ਕਮਿਸ਼ਨ ਤੇ ਜਿਹੜਾ ਹਮਲਾ ਹੋਇਆ ਸੀ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗ੍ਰਿਫਤਾਰੀ ਦੇ ਸਮੇਂ, ਉਹਦੇ ਬਾਅਦ NIA ਦੀ ਟੀਮ ਲੰਡਨ ਆ ਗਈ, ਮੈਨੂੰ ਪਤਾ ਲੱਗਿਆ। ਜੀ ਗਿੱਲ ਸਾਹਿਬ, NIA ਦੀ ਟੀਮ ਲੰਡਨ ਪਹੁੰਚ ਚੁੱਕੀ ਹੈ। ਦਰਅਸਲ NIA ਪਿਛਲੇ ਦਿਨਾਂ 'ਚ ਪੰਜਾਬ 'ਚ ਬਹੁਤ ਛਾਪੇਮਾਰੀ ਕਰਕੇ ਹਟੀ ਆ। ਇਹਨਾਂ ਨੇ ਹੁਣ NIA ਦਾ ਮੁਖੀ ਆ ਜਿਹੜਾ ਉਹ ਪੰਜਾਬ ਦਾ ਸਾਬਕਾ DGP ਲਾਇਆ ਹੋਇਆ, ਔਰ ਪੰਜਾਬ ਬਾਰੇ ਪੰਜਾਬੀਆਂ ਬਾਰੇ ਉਹਨੂੰ ਖਾਸੀ ਡੂੰਘਾਈ ਦੇ ਨਾਲ ਪਤਾ ਹੈ। ਖਾਸਾ ਚਿਰ ਪੰਜਾਬ ਦਾ DGP ਰਿਹਾ ਗਾ, ਉਹਨੂੰ ਖਾਸਾ ਪਤਾ ਹੈਗਾ, ਤਾਂ ਉਹ ਕਾਫੀ ਸਰਗਰਮ ਹੋਇਆ ਹੋਇਆ ਹੈਗਾ। ਔਰ ਜੋ ਪਿਛਲੇ ਦਿਨੀ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਵਿੱਚ ਘਟਨਾ ਵਾਪਰੀ ਸੀਗੀ ਭੰਨ ਤੋੜ ਦੀ, ਉਸ ਮਸਲੇ ਦੇ ਵਿੱਚ NIA ਦੀ ਇੱਕ ਟੀਮ ਆ ਜਿਹੜੀ ਉਹ ਅੱਜ ਲੰਡਨ ਪਹੁੰਚ ਚੁੱਕੀ ਹੈ, ਔਰ 5 ਮੈਂਬਰੀ ਟੀਮ ਆ ਜਿਹੜੀ ਉਹ ਲੰਡਨ ਦੇ ਵਿੱਚ ਇਸ ਮਸਲੇ ਦੀ ਜਾਂਚ ਹੈਗੀ ਜਿਹੜੀ ਉਹ ਕਰੇਗੀ। ਹੁਣ ਦੇਖਦੇ ਹਾਂ, ਮੈਨੂੰ ਲੱਗਦਾ ਕਿ ਸਕੰਜਾ ਗਾ ਜਿਹੜਾ ਪ੍ਰਵਾਸੀ ਭਾਰਤੀਆਂ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੱਸਿਆ ਜਾ ਸਕਦਾ ਹੈ। ਸੰਕੇਤ ਇਸ ਪਾਸੇ ਨੂੰ ਹੈ ਜੀ। ਲਓ ਜੀ, ਧੰਨਵਾਦ। ਫਿਰ ਕੱਲ੍ਹ ਨੂੰ ਤਾਰਾਂ ਹੋ ਜਾਣਗੀਆਂ ਸੂਤ ਤੇ ਲੋਕਾਂ ਨੂੰ ਲਾਈਵ ਵੀ ਵੇਖਣ ਵਾਲਿਆਂ ਨੂੰ ਦਿਖਾਵਾਂਗੇ। ਤੇ ਅੱਜ ਲਈ ਮਾਫੀ, ਤੇ ਤੁਸੀਂ ਚੜ੍ਹਦੀ ਕਲਾ 'ਚ ਰਹੋ। ਕੱਲ੍ਹ ਨੂੰ ਗੱਲਬਾਤ ਹੋਏਗੀ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ। ਸਰ ਨਮਕਿਨ ਸਿੰਘ ਪੱਤੀ ਸੇਖਵਾਂ ਬਰਨਾਲਿਓਂ ਗੱਲਬਾਤ ਕਰ ਰਹੇ। ਓਟਵਾ ਬਹੁਤ ਗਰਮ ਹੈ ਜੀ। ਅੱਜ ਸਪੈਸ਼ਲ ਰਿਪੋਰਟਰ ਜੌਨਸਟਨ ਨੇ ਕਹਿੰਦਾ ਨਾ ਕੁਛ ਨਹੀਂ ਹੋਇਆ, ਨਾ ਪਬਲਿਕ ਇਨਕੁਆਇਰੀ ਦੀ ਲੋੜ ਹੈ, ਨਾ MP ਡੋਂਗ ਨੇ ਕੁਛ ਗਲਤ ਕੀਤਾ। ਕਹਿੰਦਾ ਜਿਹੜਾ ਚਾਈਨੀਜ਼ MP ਦੀ ਗੱਲ ਚੱਲਦੀ ਸੀ ਵੀ ਉਹਨੇ ਬਜ਼ੁਰਗਾਂ ਨੂੰ ਤੇ ਬੁੱਢਿਆਂ ਨੂੰ ਲਿਜਾ ਕੇ ਨੋਮੀਨੇਸ਼ਨ ਜਿੱਤੀ ਹੈ ਤੇ ਉਹਦੀ ਕੌਂਸਲ ਨੇ ਮਦਦ ਕੀਤੀ ਹੈ ਚਾਈਨੀਜ਼। ਕਹਿੰਦਾ ਨਾ ਉਹਨੇ ਵੀ ਕੁਛ ਨਹੀਂ ਗਲਤ ਕੀਤਾ। ਸੀਸਸ ਮੰਨ ਰਹੀ ਹੈ ਕਿ ਅਸੀਂ ਪ੍ਰਾਈਮ ਮਿਨਿਸਟਰ ਨਹੀਂ, ਲਿਬਰਲ ਦੇ ਦਫ਼ਤਰ ਨੂੰ, ਲਿਬਰਲ ਸਟਾਫਰ ਨੂੰ ਕਿਹਾ ਵੀ ਇਹ ਗਲਤ ਹੋ ਰਿਹਾ। ਤੇ ਇਹ ਰਿਪੋਰਟਰ ਸਾਹਿਬ ਕਹਿ ਰਹੇ ਨੇ ਕਿ ਨਾ ਕੁਛ ਨਹੀਂ ਗਲਤ ਹੋਇਆ। ਹੁਣ ਕਾਰਨ ਇਹ ਆ ਵੀ ਪੀਅਰ ਐਲੀਅਟ ਟਰੂਡੋ ਨਾਲ ਜਾਰੀ ਰਹੀ ਹੈ, ਵਾਈਨ ਦਾ ਗਲਾਸ ਸਾਂਝਾ ਰਿਹਾ ਤੇ ਜਸਟਿਨ ਟਰੂਡੋ ਸਾਹਮਣੇ ਖੇਡਦਾ ਰਿਹਾ ਛੋਟਾ ਹੁੰਦਾ। ਸੋ ਉਹਨਾਂ ਤੋਂ ਕੀ ਭਾਲਦੇ ਆ, ਤੇ ਉਸ ਦੀ ਵਿਰੋਧਤਾ ਜਿਹੜੀ ਬਹੁਤ ਕੰਜ਼ਰਵੇਟਿਵ ਲੀਡਰ ਨੇ ਪੀਅਰ ਪੋਲੀਐਵ ਨੇ ਕੀਤੀ। ਉਹ ਕਹਿੰਦਾ ਬਿਲਕੁਲ ਇਸ ਨੂੰ ਅਸੀਂ ਐਕਸੈਪਟ ਨਹੀਂ ਕਰਦੇ, ਪਬਲਿਕ ਇਨਕੁਆਇਰੀ ਚਾਹੀਦੀ ਹੈ। ਤੇ ਡੇਵਿਡ ਜੌਨਸਟਨ ਇਹ ਕਹਿ ਰਹੇ ਨੇ ਕਿ ਨਹੀਂ, ਪਬਲਿਕ ਇਨਕੁਆਇਰੀ ਦੀ ਨਹੀਂ ਲੋੜ। ਚਲੋ ਬਾਕੀ ਹੁਣ ਲੋਕ ਦੱਸਣਗੇ, ਲੋਕ ਸੁਣਨਗੇ, ਇਸ 'ਤੇ ਗੱਲਾਂ ਬਾਤਾਂ ਹੋਣਗੀਆਂ। ਲੋਕਲ ਖਬਰ ਜਿਹੜੀ ਹੈ ਉਹ ਇਹ ਹੈ ਕਿ ਕੱਲ੍ਹ BC ਫੈਰੀਜ਼ ਦੀ ਵੈਬਸਾਈਟ ਕ੍ਰੈਸ਼ ਹੋ ਗਈ। ਬਿਜ਼ੀਐਸਟ ਲੌਂਗ ਵੀਕਐਂਡ ਹੁੰਦਾ ਵਿਕਟੋਰੀਆ ਡੇ ਦਾ। ਲੋਕ ਮੁੜ ਰਹੇ ਸੀ ਘਰਾਂ ਨੂੰ, ਸਵੇਰੇ 8-9 ਵਜੇ ਕ੍ਰੈਸ਼ ਹੋਇਆ ਸਿਸਟਮ, 7-8 ਘੰਟੇ ਬਾਅਦ ਚੱਲਿਆ। ਫੋਨ ਵੀ ਬੰਦ ਹੋ ਗਏ, ਐਪ ਵੀ ਬੰਦ ਹੋ ਗਿਆ, ਤੇ ਨਾਲ ਹੀ ਜਿਹੜੀ ਹੈ ਉਹ ਵੈਬਸਾਈਟ ਜਿਹੜੀ ਬੰਦ ਹੋ ਗਈ। ਤੇ ਸਪੋਕਸਪਰਸਨ ਡੈਬਰਾ ਮਾਰਸ਼ਲ ਕਹਿ ਰਹੇ ਨੇ, ਕਹਿੰਦੇ ਅਸੀਂ ਤਿਆਰ ਨਹੀਂ ਸੀ ਇਹਦੇ ਲਈ। ਤੇ ਫਿਰ ਕਿਹਨੇ ਤਿਆਰ ਹੋਣਾ? ਵੈਬਸਾਈਟ ਤਾਂ ਕਦੇ ਵੀ ਕ੍ਰੈਸ਼ ਹੋ ਸਕਦੀ ਹੈ, ਕਿਸੇ ਦੀ ਸਿਸਟਮ 'ਤੇ ਵਜਨ ਪੈ ਗਿਆ, ਕੁਛ ਹੋ ਗਿਆ, ਹੈਕ ਹੋ ਗਈ, ਕੁਛ ਵੀ ਹੋ ਸਕਦਾ। ਤੇ ਲੋਕ ਫਸ ਗਏ, ਨਾ ਅੱਗੇ ਨੂੰ ਨਾ ਪਿੱਛੇ ਨੂੰ, ਨਾ ਪਤਾ ਲੱਗੇ। ਫੈਰੀਜ਼ ਕੈਂਸਲ ਹੋ ਗਈਆਂ ਬੌਨ ਆਈਲੈਂਡ ਦੀਆਂ। ਬੌਨ ਆਈਲੈਂਡ ਤੋਂ ਤਾਂ ਜਾਂ ਵਿਕਟੋਰੀਆ ਤੋਂ ਜਾਂ ਨਨੈਮੋ ਤੋਂ ਇਹ ਹੁਣ ਮਰੀਨ ਹਾਈਵੇ ਹੀ ਹੈ, ਇਹਦੇ ਬਿਨਾਂ ਤਾਂ ਕੋਈ ਹੈ ਹੀ ਨਹੀਂ। ਲੋਕਾਂ ਨੇ ਘਰੇ ਮੁੜਨਾ ਸੀ। ਇਸ ਦਾ ਬੜਾ ਰੌਲਾ ਅੱਜ ਸਵੇਰ ਦਾ ਪਿਆ ਹੋਇਆ ਕਿ ਇਹ ਕੀ ਹੋ ਗਿਆ। ਕਰਾਊਨ ਕਾਰਪੋਰੇਸ਼ਨ ਨੇ ਸੂਬੇ ਦੀਆਂ ਇਸ ਨੂੰ ਇਹਦਾ ਖਿਆਲ ਰੱਖਣਾ ਸੂਬੇ ਦੀ ਜ਼ਿੰਮੇਵਾਰੀ ਹੈ। ਹਾਂ, ਉਹ ਦੂਜੇ ਕੰਮਾਂ ਵੱਲ ਬੜਾ ਜ਼ੋਰ ਆ। ਤੁਹਾਨੂੰ ਮਾਸਕ ਪਾਉਣ ਦੇ ਲਈ ਦਾੜ੍ਹੀ ਸ਼ੇਵ ਕਰਨੀ ਪਊ, ਤੁਹਾਡੇ ਮੂੰਹ 'ਤੇ ਫਿੱਟ ਨਹੀਂ ਇਹ ਆਉਣਾ, ਅਤੇ ਤੁਹਾਡੇ ਇਸ ਤਰ੍ਹਾਂ ਨਹੀਂ ਹੋਣਾ। ਦੁਨੀਆ ਦੇ ਵਿੱਚ, ਅਮਰੀਕਾ ਦੇ ਵਿੱਚ ਦਾੜ੍ਹੀ ਕੇਸ ਰੱਖ ਕੇ ਫਾਇਰ ਫਾਈਟਰ ਜਿਹੜੇ ਨੇ ਉਹ ਕੰਮ ਕਰ ਰਹੇ। ਇੱਕ ਦਿਨ ਮੈਂ ਕਿਹਾ ਜੀ 3 ਪੀੜ੍ਹੀਆਂ, ਬਿਲਕੁਲ ਇਹ 3 ਪੀੜ੍ਹੀਆਂ ਕੰਮ ਕਰਦੀਆਂ ਨੇ। ਆਈਲੈਂਡ ਦੇ ਵਿੱਚੋਂ ਬਹੁਤ ਲੋਕ ਨੇ ਜਿਹੜੇ BC ਫੈਰੀ 'ਚ ਕੰਮ ਕਰਦੇ ਨੇ।
ਇਹ ਲੈ ਜਾਂਦੇ ਰਿਸ਼ਤੇਦਾਰਾਂ ਨੂੰ, ਜਿਵੇਂ ਲੌਂਗ ਸ਼ੋਰ ਦੇ ਵਿੱਚ ਰਿਸ਼ਤੇਦਾਰਾਂ ਨੂੰ ਲੈ ਜਾਂਦੇ, ਇਸ ਤਰ੍ਹਾਂ ਹੀ ਜਿਹੜਾ ਜਿੱਥੇ ਕੰਮ ਕਰਦਾ ਉਹ ਦੂਜਿਆਂ ਨੂੰ ਨਾਲ ਲੈ ਜਾਂਦਾ। ਸੋ ਇਹ ਤੇ ਜਿਹੜੀਆਂ ਫੈਰੀਜ਼ ਨੇ ਉਹ ਬਦਲਣ ਵਾਲੀਆਂ ਨੇ, ਉਹਨਾਂ ਦੀ ਰਿਪੇਅਰ ਦਾ ਖਰਚਾ ਵੱਧ ਹੈ, ਨਵੀਂ ਲਈ ਜਾ ਸਕਦੀ ਹੈ। ਪੁਰਾਣੀਆਂ 50-50 45-45 ਸਾਲ ਦੀਆਂ ਜਿਹੜੀਆਂ ਉਹ ਫੈਰੀਜ਼ ਨੇ, ਪਿਛਲੇ ਦਿਨੀ ਜਦ 2 BC ਫੈਰੀ ਦੇ ਵਿੱਚੋਂ ਆਪਣੇ ਸਿੱਖ ਅਫੀਸਰ ਆਏ ਸੀ, ਉਹਨਾਂ ਨੇ ਦੱਸਿਆ, ਕਹਿੰਦੇ ਜਿਹੜੀਆਂ ਇਹ ਫੈਰੀਜ਼ ਨੇ ਤਾਂ ਕਿਤੇ ਵੀ ਨਹੀਂ ਦੁਨੀਆ ਚੱਲਦੀਆਂ ਯੂਰਪ ਦੇ ਵਿੱਚ, ਪਰ ਉਹ ਰਿਪੇਅਰ ਕਰਕੇ ਫਾਇਦਾ ਨਾ, ਬੰਦਿਆਂ ਨੂੰ ਕੰਮ ਮਿਲਿਆ ਹੁੰਦਾ ਅਤੇ ਰਿਪੇਅਰ ਦੇ ਪਾਰਟ ਵਗੈਰਾ ਲਿਆਉਣੇ ਹੁੰਦੇ ਨੇ, ਖਾਸਾ ਕੰਮ ਫਿਰ ਅਮਲਾ ਫੈਲਾ ਰਹਿੰਦਾ, ਨਵੀਂ ਨੇ ਖਰਾਬ ਨਹੀਂ ਹੋਣਾ। ਸੋ ਇਹਦੇ 'ਚ ਇਹ ਨਹੀਂ ਹੈ ਕਿ ਸੂਬਾ ਸਰਕਾਰ ਕੁਛ ਕਰਨਾ ਨਹੀਂ ਚਾਹੁੰਦੀ, ਪਰ ਗੱਲ ਇਹ ਆ ਵੀ ਇਹਦੇ 'ਤੇ ਸਿਸਟਮ ਜਿਹੜਾ ਉਹ ਇਨ ਪਲੇਸ। ਹੁਣ ਸਰੀ ਦੇ ਵਿੱਚ ਹਸਪਤਾਲ ਦੇ ਬਾਰੇ ਪੁੱਛ ਲਓ MLA ਨੂੰ, ਕਿਸੇ ਨੂੰ ਨਾ ਕੋਈ ਤੰਗੀ ਹੋਣੀ ਹੈ ਹਸਪਤਾਲ ਦੀ, ਇੱਥੇ ਕੋਈ ਵੇਟਿੰਗ ਨਹੀਂ, ਅਸੀਂ ਆਹ ਖੋਲ੍ਹਤਾ, ਅਸੀਂ ਉਹ ਖੋਲ੍ਹਤਾ, ਅਸੀਂ ਕਮਿਊਨਿਟੀ ਕਲੀਨਿਕ ਬਣਾਤੇ, ਅਸੀਂ ਇਹੀ ਸਕੂਲਾਂ ਦੇ, ਉਹ ਕਹਿੰਦੇ ਨਾ ਕੋਈ ਕਹਾਣੀ ਨਹੀਂ ਹੈ, ਸਕੂਲਾਂ ਨੂੰ ਬਣਾ ਦੇਵਾਂਗੇ, ਸਕੂਲ ਚੱਲ ਰਹੇ ਨੇ। ਰਾਜਨੀਤਿਕ ਬੰਦੇ ਨੇ ਤਾਂ ਰਾਜਨੀਤੀ ਦੀ ਗੱਲ ਕਰਨੀ ਹੈ। ਹੁਣ ਵਿਆਹ 'ਤੇ ਸੱਦ ਲੈ, ਭੋਗ 'ਤੇ ਸੱਦ ਲੈ, ਇਕੱਠ 'ਚ ਸੱਦ ਲੈ, ਉਹਨੇ ਤਾਂ ਆਪਣਾ ਬਾਜਾ ਵਜਾ ਕੇ ਤੁਰ ਜਾਣਾ। ਅਤੇ ਜੇ ਮੁਸ਼ਕਿਲ ਕਹੋਗੇ, ਮੁਸ਼ਕਿਲ ਜੇ ਉਹਨੇ ਐਕਸੈਪਟ ਕਰ ਲਈ ਕਮਿਊਨਿਟੀ ਦੀ, ਇਹਦਾ ਮਤਲਬ ਇਹ ਆ ਵੀ ਮੁਸ਼ਕਿਲ ਹੈ ਉਹ। ਸੋ ਮੁਸ਼ਕਿਲ ਦੇਖੋ, ਇਹ ਤੰਗੀ ਮੁਸ਼ਕਿਲ ਤਾਂ ਇਹ ਹੈ, ਸਾਨੂੰ ਪਤਾ ਹੈ, ਇਉਂ ਕਹਿਣਗੇ, ਪਰ ਅਸੀਂ ਕੰਮ ਕਰ ਰਹੇ ਹਾਂ ਇਹਦੇ 'ਤੇ। ਜੇ ਉਹਨਾਂ ਨੇ ਮੂਲੋਂ ਹੀ ਕਹਿਤਾ ਵੀ ਇਹ ਮੁਸ਼ਕਿਲ ਹੈਗੀ ਹੈ ਅਤੇ ਇਹਦਾ ਇਲਾਜ ਸਾਡੇ ਕੋਲ ਨਹੀਂ ਹੋਇਆ, ਫਿਰ ਖਰਾਬ ਆ ਗੱਲ। ਹੁਣ 6 ਬੰਦਿਆਂ ਦਾ ਓਵਰਡੋਜ਼ ਨਾਲ ਮਰ ਜਾਣਾ ਅਤੇ 5 ਸਾਲਾਂ ਦੀ ਐਮਰਜੈਂਸੀ ਡਿਕਲੇਅਰ ਕੀਤੀ, 200 ਬੰਦੇ ਫੁੜਕ ਜਾਂਦੇ ਨੇ ਮਹੀਨੇ ਦੇ। ਬੈਸਟ ਪਲੇਸ ਹੁਣ ਆਰਥੋਸ ਛੱਡ 'ਤੇ ਖੁੱਲ੍ਹੇ, ਮੈਂ ਮਰੀ ਚੱਲੋ ਅਤੇ ਚੱਕ ਕੇ ਦੱਬੇ ਆਵਾਂਗੇ, ਬਸ ਇੰਨਾ ਹੀ ਕੰਮ ਹੈ। ਰੀਂਗ ਦੇ ਦੇਖਿਓ ਆ ਕੇ ਕਦੇ ਐਤਵਾਰ ਨੂੰ ਜਾਂ ਸੇਵਾ ਕਰਦਿਆਂ, ਹਾਲ ਵੇਖਿਓ। ਅਗਲਾ ਕਹਿੰਦਾ ਅੱਛਾ ਆ ਵੀ ਕੈਨੇਡਾ ਯਾਰ। ਹੁਣ ਠੀਕ ਆ, ਉਹ ਕਿਸੇ ਕਾਰਨ ਮੁਸ਼ਕਿਲ 'ਚ ਆ ਗਏ, ਕਿਸੇ ਕਾਰਨ ਤੁਸੀਂ ਉਹਨਾਂ ਨੂੰ 14-14 1500 ਡਾਲਰ ਮਹੀਨੇ ਦਾ ਦੇਈ ਜਾਂਦੇ ਹੋ, ਅਤੇ ਉਹਨਾਂ ਤੋਂ ਡਰੱਗ ਵੇਚਣ ਵਾਲੇ ਲੈ ਜਾਂਦੇ ਨੇ, ਅਤੇ ਹਰ ਰੋਜ਼ ਪੁੜੀ ਫੜਾ ਜਾਂਦੇ ਆ, ਰੋਟੀ ਪਾਣੀ ਕਦੇ ਕੋਈ ਖਿਲਾ ਜਾਂਦਾ, ਕਿਤੇ ਸੌਂ ਜਾਂਦੇ ਆ। ਅਤੇ ਗਾਂਹ ਔਰਗੇਨਾਈਜੇਸ਼ਨ ਸੁਸਾਇਟੀਆਂ ਬਣੀਆਂ ਜਿਨ੍ਹਾਂ ਨੇ ਘਰ ਬਣਾ ਕੇ ਦਿੱਤੇ ਨੇ, ਉਹ ਫੰਡਿੰਗ, ਅੱਜ ਮੈਂ ਅਟੀਰਾ ਦਾ ਦੇਖਿਆ, ਤੁਸੀਂ BC ਹਾਊਸਿੰਗ ਦਾ CEO ਘਰ ਵਾਲਾ, ਅਟੀਰਾ ਦੀ ਇੰਚਾਰਜ ਘਰ ਵਾਲੀ, ਅਤੇ ਚੱਕ ਦਿਓ ਬਰਨੋ ਉੱਡਦੀ ਸੀ, ਕਿਸੇ ਨੇ ਪੁੱਛਿਆ ਹੀ ਨਹੀਂ। ਸੋ ਇਹ ਹੁਣ ਜੇ ਇਹਦੇ ਵਿੱਚ ਇਹ ਸਰਕਾਰਾਂ ਕਰਨ, ਜੇ ਹੁਣ ਟਰੂਡੋ ਸਰਕਾਰ ਇਹ ਦੋਸ਼ ਲਾਵੇ ਵੀ ਹਾਰਪਰ ਸਰਕਾਰ ਦੀ ਮੁਸ਼ਕਿਲ ਸੀ, 8 ਸਾਲ ਹੋ ਗਏ, ਇਸ ਤਰ੍ਹਾਂ ਹੀ 17 ਦੀ BC ਦੇ ਵਿੱਚ NDP ਸਰਕਾਰ ਕੰਮ ਕਰ ਰਹੀ ਹੈ। ਜੇ ਹੁਣ ਇਹ ਲਿਬਰਲ ਨੂੰ ਕਹੀ ਜਾਂਦੇ ਨੇ, ਲਿਬਰਲ ਮੈਸ ਪਾ ਗਏ, ਕ੍ਰਿਸਟੀ ਕਲਾਰਕ ਮੈਸ ਪਾ ਗਈ, ਇਹ ਨਹੀਂ ਲੋਕ ਸੁਣਦੇ। ਹੁਣ ਸਰੀ ਦੀਆਂ ਮੁਸ਼ਕਿਲਾਂ ਨੂੰ ਜੇ ਤੁਸੀਂ ਇਹ ਕਹੋਗੇ ਨਾ ਹੈ ਨਹੀਂ ਕੋਈ ਤੰਗੀ ਇੱਥੇ, ਕਿਵੇਂ ਨਹੀਂ ਹੈ ਤੰਗੀ? ਹਸਪਤਾਲ ਜਾ ਕੇ ਦੇਖੋ ਤਾਂ ਸਹੀ ਹਾਲ ਕੀ ਆ ਉੱਥੇ, ਸੜਕਾਂ ਦਾ ਤਾਂ ਦੇਖੋ ਤਾਂ ਸਹੀ ਹਾਲ ਕੀ ਹੈ। ਪੋਲੀਟੀਕਲ ਰਾਜਨੀਤੀ ਦੀ ਗੇਂਦ ਬਣਾਈ ਪਈ RCMP ਅਤੇ ਸਰੀ ਪੁਲਿਸ ਦਾ। ਇਹਦੇ 'ਤੇ ਇੰਸਟਰਕਸ਼ਨਾਂ ਕਿਹਨੇ ਦੇਣੀਆਂ ਨੇ, ਕੌਣ ਆ ਇੰਚਾਰਜ? ਠੀਕ ਹੈ, ਹਰ ਸੂਬਾ ਸ਼ਹਿਰ ਅਤੇ ਉੱਪਰਲੀ ਗੌਰਮੈਂਟ ਇੱਕ ਆ, ਪਰ ਕੁਛ ਸੇ ਤਾਂ ਹੈ ਨਾ। ਸੋ BC ਫੈਰੀਜ਼ ਦੀ ਜਦ ਇਹ ਵੈਬਸਾਈਟ ਕਰੈਸ਼ ਹੋਈ, ਉਹਦੇ ਬਾਅਦ ਲੋਕਾਂ 'ਚ ਬੂਹ ਭਰਿਆਂ ਦੀ ਹੋ ਗਈ। ਕਿਸੇ ਨੇ ਚੈੱਕ ਕਰਨੀ ਆ, ਕਿਸੇ ਨੇ ਟਾਈਮ ਦੇਖਣਾ, ਕਿਸੇ ਨੇ ਉਹਦੇ 'ਤੇ ਆਪਣੀ ਰਿਜ਼ਰਵੇਸ਼ਨ ਕਰਾਉਣੀ ਆ, ਕਿਸੇ ਨੇ ਕੁਛ ਕਰਾਉਣਾ, ਕਿਸੇ ਨੇ ਕੁਛ। ਅਤੇ ਮੇਨ ਦਿਨ ਹੋਵੇ ਅਤੇ ਇੱਕੋ ਦਿਨ ਵਿਆਹ 'ਚ ਬੀਜ ਦਾ ਲੇਖਾ ਹੋ ਜਾਵੇ, ਉੱਦਣ ਲੋਕਾਂ ਨੇ ਫੈਰੀ ਚੜ੍ਹਨਾ ਹੋਵੇ ਅਤੇ ਉੱਧਰੋਂ ਕਰੈਸ਼ ਹੋ ਜਾਵੇ ਵੈਬਸਾਈਟ, 'ਤੇ ਫੋਨ ਵੀ ਨਾ ਚੱਲੇ, ਐਪ ਵੀ ਨਾ ਚੱਲੇ, ਫਿਰ BC ਫੈਰੀ ਦੀਆਂ ਪੁਰਾਣੀਆਂ ਫੈਰੀਜ਼ ਵਾਲਾ ਹੀ ਹਾਲ ਆ ਫਿਰ। ਔਰ ਇਹਦੇ 'ਤੇ ਜਿਹੜੇ ਆਈਲੈਂਡ ਦੇ ਵਿੱਚ ਲੋਕ ਰਹਿੰਦੇ ਆ, ਬਹੁਤ ਚਿਰਾਂ ਦੇ ਕਹਿ ਰਿਹਾ ਵੀ ਸਾਨੂੰ ਸੇਲਿੰਗ ਦੀ ਮੁਸ਼ਕਿਲ ਆ, ਅਤੇ ਕੈਂਸਲ ਕਰਨਾ ਤਾਂ ਕਹਿਣਾ ਹੀ ਆ, ਕੈਂਸਲ ਕਰਤੀ ਬਸ। ਹੁਣ ਸਾਰੇ ਤਾਂ ਹਾਰਬਰ ਪਲੇਨ ਚੜ੍ਹ ਨਹੀਂ ਸਕਦੇ, ਹੈਲੀਜੈਟ ਚੜ੍ਹ ਨਹੀਂ ਸਕਦੇ, ਇੰਨੇ ਤਾਂ ਪੈਸੇ ਹੈ ਨਹੀਂ। ਰਾਜਨੀਤਿਕ ਤਾਂ ਜਾ ਸਕਦੇ ਨੇ, ਹੈਲੀਕਾਪਟਰ ਵੀ ਜਾ ਸਕਦੇ ਨੇ, ਹਾਰਬਰ 'ਚ ਵੀ ਜਾ ਸਕਦੇ ਨੇ, ਸਰਕਾਰ ਪੇ ਕਰ ਦਿੰਦੀ ਹੈ। ਆਮ ਬੰਦਾ ਕਿੱਥੇ ਤੰਗੀ ਤੁਰਸ਼ੀ 'ਚ 29 ਤਰੀਕ ਦਾ ਮਸਾਂ ਆਉਂਦੀ ਆ, 2 ਦਿਨ ਆਧਾਰ 'ਚ ਟੱਪਦੇ ਆ। ਹਾਲ ਤਾਂ ਵੇਖੋ ਕੀ ਹੋਇਆ। ਸੋ ਇਹ ਜਿਹੜਾ ਇਸ ਦਾ ਬੜਾ ਵੀਕਐਂਡ 'ਤੇ ਬੜਾ ਰੇੜਕਾ ਪਿਆ। ਵਰਲਡ ਨਿਊਜ਼ ਦੇ ਵਿੱਚ ਈਰਾਨ ਦੇ ਵਿੱਚ ਸਿਕਿਉਰਿਟੀ, ਜਿਹੜੇ ਟੌਪ ਸਿਕਿਉਰਿਟੀ ਦੇ ਅਫਸਰ ਨੇ, ਉਹਨਾਂ 'ਚ ਇੱਕ ਅਲੀ ਅਕਬਰ ਅਹਿਮਦੀਆਨ ਉਹਨਾਂ ਦਾ ਨਾਮ ਹੈ, ਸੀਨੀਅਰ ਕਮਾਂਡਰ ਸੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਦਾ। ਹੁਣ ਉਹ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦਾ ਸੈਕਰੇਟਰੀ ਹੋ।
ਇਹ ਬਦਲਾਅ ਵੱਡੇ ਹੋ ਰਹੇ ਨੇ ਤੇ ਇਹਦੇ 'ਚ ਮਤਲਬ ਬਦਲਾਅ ਜਿਹੜੀ ਜਿਉਂ ਹੀ ਕਹਾਣੀ ਉਸ ਖਿੱਤੇ ਦੇ ਵਿੱਚ ਤਕੜੇ ਹੋਣ ਦੀ ਹੋ ਰਹੀ ਹੈ। ਇਹ ਬੰਦਾ ਜਿਹੜਾ ਅਲੀ ਅਕਬਰ ਬਹੁਤ ਨੇੜੇ ਸੀ, ਜਿਹੜਾ ਕਾਸਮ ਸੁਲੇਮਾਨੀ ਦੇ ਬਹੁਤ ਕਲੋਜ਼। ਸੋ ਹੁਣ ਇਸ ਦਾ ਉਹ ਟਾਪ ਆਫੀਸਰ ਬਣਨਾ, ਸੁਪਰੀਮ ਕੌਂਸਲ ਨੂੰ ਇਸ ਨੇ ਜਿਹੜਾ ਦੱਸਣਾ, ਇਹ ਬਹੁਤ ਵੱਡਾ ਬਦਲਾਅ ਹੈ ਉਸ ਖਿੱਤੇ ਦੇ ਵਿੱਚ। ਸਾਊਦੀ ਅਰਬ ਦੇ ਵਿੱਚ ਜਿਹੜੀ ਅਰਬ ਲੀਗ ਹੋਈ, ਅਰਬ ਲੀਗ ਦੇ ਵਿੱਚ ਰਾਸ਼ਟਰਪਤੀ ਯੂਕਰੇਨ ਦੇ ਦਾ ਆਉਣਾ, ਇਸ 'ਤੇ ਬੜਾ ਜਿਹੜਾ ਅਖਬਾਰਾਂ ਨੇ, ਵੱਡਿਆਂ ਅਖਬਾਰਾਂ ਨੇ, ਨਿਊਯਾਰਕ ਟਾਈਮਜ਼ ਨੇ, ਵਾਸ਼ਿੰਗਟਨ ਪੋਸਟ ਨੇ, ਫਾਈਨੈਂਸ਼ੀਅਲ ਟਾਈਮਜ਼ ਨੇ ਬਹੁਤ ਕੁਝ ਲਿਖਿਆ। ਉਹ ਕਹਿੰਦੇ ਬਈ ਇਹ ਇੱਕ ਜੱਗੋਂ 13ਵੀਂ ਹੋਈ, ਦੂਜੇ ਖਿੱਤੇ 'ਚ ਜਾ ਕੇ ਖੜ ਗਿਆ ਬੰਦਾ। ਕਹਾਣੀ ਤਾਂ ਅਮਰੀਕਾ ਨੇ ਤੋਰੀ ਹੋਈ ਹੈ, ਅਤੇ ਸਾਊਦੀ ਅਰਬ ਦੀ ਇਸ ਲੀਗ ਦੇ ਵਿੱਚ ਜਾਣਾ, ਜੱਦਾ ਦੇ ਵਿੱਚ, ਇਹ ਕਹਾਣੀ ਜਿਹੜੀ ਦੱਸ ਰਹੀ ਹੈ, ਕਿਉਂਕਿ ਚੀਨ ਦੀ ਛਤਰੀ ਥੱਲੇ ਆ, ਚੀਨ ਦੇ ਰਾਸ਼ਟਰਪਤੀ ਜਾਂ ਸ਼ੀ ਆਇਆ ਉੱਥੇ ਰੈੱਡ ਕਾਰਪੇਟ 'ਤੇ ਉੱਪਰ ਫਾਈਟਰ ਜੈਟ ਦਾ ਲਾਲ ਧੂੰਆਂ ਬਹੁਤ ਬੱਲੇ ਬੱਲੇ ਕਰਾਈ ਹੈ। ਹੁਣ ਇਸ ਦਾ ਆਉਣਾ, ਇਹਦੇ ਤੋਂ ਨੀਤੀ ਘਾੜੇ ਜਿਹੜੇ ਦੇਖ ਰਹੇ ਨੇ ਕਿ ਲੱਗਦਾ ਕਿ ਬਈ ਲੜਾਈ ਛੇਤੀ ਮੁੱਕ ਜਾਏਗੀ। ਚੀਨ ਨੇ ਜੇ ਇੰਸਟਰਕਸ਼ਨਾਂ ਦੇਤੀਆਂ ਤਾਂ ਫਿਰ ਰਸ਼ੀਆ ਦੇ ਹੱਥ 'ਚ ਕੱਖ ਨਹੀਂ ਹੈ। ਜੇ ਤੁਸੀਂ ਕਹੋ ਵੀ ਰਸ਼ੀਆ ਚੀਨ ਨਾਲੋਂ ਸਟਰੋਂਗ ਆ, ਨੋ ਇਹ ਨਹੀਂ ਹੈ। ਚੀਨ ਪਿੱਛੇ ਆ ਸਾਊਦੀ ਅਰਬ ਦੇ, ਮਿੰਦੋ ਪੰਚਨੀ ਦੇ ਪਿੱਛੇ ਹਜ਼ਾਰਾਂ ਸੌ ਸਰਪੰਚ ਹੈ। ਹੁਣ ਇਹਦੇ 'ਚ ਸਾਊਦੀ ਅਰਬ ਦਾ ਜਮਾ ਹੀ ਹੱਥੋਂ ਨਿਕਲ ਜਾਣਾ, ਇਹ ਦੇਖ ਲਓ ਤੁਸੀਂ। ਜਾਂ ਸਦਾਮ ਹੁਸੈਨ ਕਾਇਮ ਹੋਇਆ ਅਤੇ ਕੁਵੈਤ ਵੱਲ ਨੂੰ ਚੜ੍ਹਿਆ ਤਾਂ ਸਾਊਦੀ ਅਰਬ ਬਚਾਉਣ ਲਈ ਅਮਰੀਕਾ ਨੇ ਜ਼ੋਰ ਲਾਤਾ। ਉਸ ਸਮੇਂ ਉਹਨਾਂ ਦਿਨਾਂ ਦੇ ਵਿੱਚ ਮਿਡਲ ਈਸਟ ਦੇ ਵਿੱਚ ਸੀ, ਜਹਾਜ਼ ਇਉਂ ਉੱਡੇ ਫਿਰਦੇ ਸੀ। ਬਹੁਤ ਵੱਡਾ ਉਹਨਾਂ ਨੇ ਆਪਣਾ ਇੱਕ ਬੇਸ ਸੀਵ ਇੰਟਰਨੈਸ਼ਨਲ ਏਅਰਪੋਰਟ ਮਸਕਟ ਦੇ ਵਿੱਚ ਬਣਾਇਆ ਹੋਇਆ ਸੀ। ਫਾਈਟਰ ਧੂੰਆਂ ਕੱਢਦੇ ਫਿਰਦੇ ਸੀ, ਉੱਡ ਗਏ ਉੱਤਰ ਗਏ। ਅਤੇ ਜਦ ਸਾਊਦੀ ਅਰਬ ਕਮਜ਼ੋਰਾ ਸੀ ਅੱਜ ਤੋਂ 30-32 ਸਾਲ ਪਹਿਲਾਂ, ਅਤੇ ਜਦ ਅਮਰੀਕਾ ਨੇ ਬਚਾਇਆ, ਹੁਣ ਅਮਰੀਕਾ ਨੇ ਕਿਹੜਾ ਵੀ ਬਿਨਾਂ ਪੈਸੇ ਤੋਂ ਬਚਾਇਆ, ਇਹ ਜਿਹਨੂੰ ਹੈਲੀਕਾਪਟਰ ਅਤੇ F-16 ਦੇ ਦੇਣ, ਉਹਨੂੰ ਮੱਕੀ ਦੇ ਗੋਲ ਵਰਗਾ ਕਰ ਦਿੰਦੇ ਨੇ, ਨਵੇੜੇ ਦਿੰਦੇ ਨੇ, ਰਹਿੰਦਾ ਹੀ ਕੱਖ ਨਹੀਂ ਉਹਦੇ 'ਚ। ਤਾਂ ਬਚਾਉਣਾ ਕੀ ਆ, ਦੇਸ਼ 'ਚ ਹੀ ਨਹੀਂ ਰਹਿੰਦਾ ਕੁਛ। ਪੈਸੇ ਨਾ ਹੋਣ ਕਹਿੰਦੇ ਨੇ ਆਹ ਦੇ ਦੇ, ਇੱਧਰਲੀ ਆਈਲੈਂਡ ਦੇ ਦੇ, ਇੱਧਰਲੀ ਜ਼ਮੀਨ ਦੇ ਦੇ, 99 ਸਾਲਾਂ ਪੱਟੇ 'ਤੇ ਲਿਖਦੇ ਇੱਥੇ ਹੀ ਰਹਾਂਗੇ ਅਸੀਂ ਹੁਣ। ਸੋ ਇਹਨਾਂ ਨੇ ਬਚਾਇਆ ਜਦ, ਅਤੇ ਉਹਦੇ ਬਾਅਦ ਬਹੁਤ ਸਟਰੋਂਗ ਹੋਇਆ। ਮੁਹੰਮਦ ਬਿਨ ਸਲਮਾਨ ਬਹੁਤ ਵੱਡਾ ਲੀਡਰ ਬਣ ਕੇ ਉੱਭਰ ਰਿਹਾ, ਅਤੇ ਚਾਚੇ ਤਾਏ ਦੇ ਪੁੱਤ ਜਿਹੜੇ ਕਰਾਊਨ ਪ੍ਰਿੰਸ ਸੀ ਪਹਿਲਾਂ, ਜਿਹੜੇ ਗੱਦੀ ਦੇ ਦਾਅਵੇਦਾਰ ਸੀ, ਉਹ ਖੂੰਜੇ ਲਾਤੇ। ਹੋ ਸਕਦਾ ਕਿਸੇ ਦਿਨ ਰਾਜ ਪਲਟਾ ਵੀ ਆ ਜਾਵੇ। CIA ਦੇ ਆਫਿਸ ਜਿਹੜੇ ਨੇ ਆਪਰੇਟ ਕਰ ਰਹੇ ਹੋਣਗੇ, ਅਤੇ ਜਿੱਦਣ ਕੜਮਚੂ ਬੋਲ ਗਿਆ ਪਤਾ ਹੀ ਨਹੀਂ ਲੱਗਣਾ ਸਵੇਰ ਨੂੰ। ਸਦਾਮ ਦਾ ਦੇਖ ਲਓ, ਬੁੱਤਾਂ ਨੂੰ ਜਦ ਪਾ ਕੇ ਲੋਕਾਂ ਨੇ ਰੱਸੇ ਖਿੱਚਿਆ, ਕਦੇ ਲੱਗਦਾ ਸੀ ਟਾਈਗਰਸ ਰਿਵਰ ਦੇ ਕੰਢੇ ਲੱਗੇ ਹੋਏ ਬੁੱਤ, ਅਤੇ ਗਦਾਫੀ ਦੇ ਰੇਤਿਆਂ ਦੇ ਵਿੱਚ ਲਾਏ ਏਅਰ ਕੰਡੀਸ਼ਨ ਟੈਂਟਾਂ ਦੇ ਵਿੱਚ ਜਾ ਕੇ ਟੋਨੀ ਬਲੇਅਰ ਵਰਗੇ ਬਹਿੰਦੇ ਰਹੇ ਨੇ, ਉਠਣੀ ਦਾ ਦੁੱਧ ਪੀਂਦੇ ਰਹੇ ਨੇ। ਅਤੇ ਬਸ ਉਹਦੇ ਬਾਅਦ ਇੱਕ ਪਾਸਿਓਂ ਨਹਿਰ ਪੱਟ ਕੇ ਦੂਜੇ ਖੂੰਜੇ ਬਾੜਤੀ ਸੀ ਲਾ ਕੇ ਗਦਾਫੀ ਨੇ। ਉਹੀ ਗਦਾਫੀ ਨੂੰ ਲੋਕ ਗਲ ਦੇ ਵਿੱਚ ਰੱਸਾ ਪਾਈ ਧੂਹੀ ਫਿਰਦੇ ਸੀ, ਕਿਉਂਕਿ ਲਾ ਦਿੰਦੇ ਆ ਲੱਗਣ ਬਈ ਇਹ ਤਾਂ ਬਸ ਭੇੜੀਆ। ਸ਼ਰੀਫ ਨੂੰ ਬਦਮਾਸ਼ ਨੂੰ ਸ਼ਰੀਫ ਜਾਂ ਵੱਡੇ ਦੇਸ਼ ਬਣਾਉਣ 'ਤੇ ਆਉਣ ਤਾਂ ਵੱਡਾ ਕੰਮ ਨਹੀਂ ਹੈ ਉਹਨਾਂ ਦਾ। ਦਿਨ ਰਾਤ ਇੱਕੋ ਹੀ ਤੋਤਾ ਰਟਨ ਕਰੀ ਜਾਣਾ, ਬਸ ਉਹੀ ਰਟਨ ਅਤੇ ਕਹਾਣੀ। ਜਿਵੇਂ ਜਦ ਇਹਦੇ 'ਤੇ ਹਮਲਾ ਕੀਤਾ ਸਦਾਮ ਸੇ ਜੈਵਿਕ ਹਥਿਆਰਾਂ ਦਾ, ਕੋਲਨ ਪੋਵਲ ਨੇ ਇੰਨਾ ਜ਼ਿਆਦਾ, ਇੱਕ ਰਮਜ਼ਫੀਲਡ ਹੁੰਦਾ ਸੀ ਜਿਹੜਾ ਤਿਊੜੀਆਂ ਕੱਢਦਾ ਹੀ ਨਹੀਂ ਸੀ, ਮਿਗ ਜਹਾਜ਼ ਦੀ ਤੂਈ ਵਾਂਗੂ ਉਹ ਕਾਇਮ ਰੱਖਦਾ ਸੀ ਤਿਊੜੀਆਂ, ਅਤੇ ਉਹਨੇ ਬਈ ਇਹਦੇ ਕੋਲ ਜੈਵਿਕ ਹਥਿਆਰ ਨੇ, ਮਾਰ ਦੂਏ, ਰਹਿੰਦਾ ਕਿਤੋਂ ਨਹੀਂ ਲੱਭਿਆ ਕੁਛ। ਪਰ ਹੁਣ ਉਹ ਸੂਤ ਨਹੀਂ, ਉਹ ਕਹਿੰਦਾ ਵੀ ਤੂੰ ਤੇਲ ਆਪਣੀ ਕਰੰਸੀ 'ਚ ਵੇਚੇਂਗਾ, ਡਾਲਰਾਂ ਤੋਂ ਬਿਨਾਂ, ਸਾਡਿਆਂ ਤੋਂ ਡਾਲਰਾਂ ਵਾਂਗੂ ਨਾਂ ਚੱਲਦਾ ਸਾਡਾ। ਬੁਸ਼ ਨੇ ਫਿਰ ਜਦ ਪੱਤਰਕਾਰ ਨੂੰ ਅੱਖ ਮਾਰ ਕੇ ਕਿਹਾ ਵੀ ਅਸੀਂ ਅੱਜ ਅਟੈਕ ਕਰਤਾ, ਖੱਬੀ ਮਾਰਦਾ ਸੀ ਨਾਲ। ਹੁਣ ਮੇਰੇ ਨਾਲ
ਰਜਿਸਟਰਡ ਡੈਂਚਰਿਸਟ ਗਗਨ ਚਾਹਲ ਗੱਲ ਕਰਨਗੇ। ਦੰਦਾਂ ਦੀਆਂ ਬੜੀਆਂ ਮੁਸ਼ਕਲਾਂ ਨੇ। ਕੁਝ ਸਮਾਂ ਸੀ ਅੱਜ ਤੋਂ 20 ਵਰ੍ਹੇ ਪਹਿਲਾਂ ਲੋਕ ਦੰਦਾਂ ਦਾ ਦਰਦ ਰਹਿ ਕੇ ਸਾਲ ਜਿਉਂਦੇ ਰਹਿੰਦੇ, ਉਸ ਤਰ੍ਹਾਂ ਹੀ ਰਹਿੰਦੇ ਅਤੇ ਫਿਰ ਜਾ ਕੇ ਪੰਜਾਬ ਠੀਕ ਕਰਾਉਂਦੇ। ਅਤੇ ਹੁਣ ਬਹੁਤ ਸੌਖਾ ਹੋ ਗਿਆ। ਐਕਸਟੈਂਡਰਡ ਮੈਡੀਕਲ ਬੈਨੀਫਿਟਸ ਨੇ, ਉਹਦੇ ਵਿੱਚ ਜ਼ਿਆਦਾਤਰ ਅਸੀਂ ਦੰਦਾਂ ਦਾ ਇਲਾਜ ਇੱਥੇ ਹੀ ਕਰਦੇ ਹਾਂ। ਡੈਂਟਿਸਟ ਆ, ਇੱਕ ਡਾਕਟਰ ਹੈ, ਇੱਕ ਡੈਂਚਰਿਸਟ ਨੇ, ਜਿਹੜੇ ਦੰਦ ਵੀੜ ਤੁਹਾਡੀ ਫਿੱਟ ਕਰਦੇ ਨੇ। ਜਿਹੜੇ ਕਿਤੇ ਵੀ ਪਾਰਸ਼ੀਅਲ ਜਾਂ ਪੂਰੇ ਜਾਂ ਘੱਟ ਦੰਦ ਟੁੱਟ ਗਏ ਉੱਥੇ ਸੈੱਟ ਕਰਨੇ। ਸੋ ਇਹ ਡੈਂਚਰਿਸਟ ਦਾ ਕੰਮ ਹੈ। ਅੱਧੇ ਦੰਦ ਨਿਕਲ ਗਏ, ਸਾਰੇ ਨਿਕਲ ਗਏ, ਕੁਝ ਵੀ ਹੋ ਗਿਆ, ਉਹਦੇ 'ਚ ਦੰਦ ਵੀੜ ਜਿਹਨੂੰ ਡੈਂਚਰ ਕਹਿੰਦੇ ਆਪਾਂ, ਆਪਣੇ ਮਾਪਿਆਂ ਨੇ ਲਵਾਏ ਹੋਏ ਨੇ, ਅਤੇ ਉਹਦੇ ਲਈ ਡੈਂਚਰਿਸਟ ਚਾਹੀਦਾ। ਡੈਂਚਰਿਸਟ ਦੀ ਇੱਕ ਪੜ੍ਹਾਈ ਆ, ਪੂਰੀ ਡਿਗਰੀ ਹੈ। ਸੋ ਰਜਿਸਟਰਡ ਡੈਂਚਰਿਸਟ ਗਗਨ ਚਾਹਲ ਮੇਰੇ ਨਾਲ ਨੇ। ਅੱਜ ਗੱਲਬਾਤ ਉਹਨਾਂ ਨਾਲ ਕਰਦੇ ਹਾਂ ਕਿ ਇਹ ਪ੍ਰੋਸੀਜਰ ਕਿਵੇਂ ਆ। ਇੱਕ ਨਵੀਂ ਟੈਕਨੀਕ ਆਈ ਹੈ, ਜਦ ਬੁੱਟ ਘਸ ਜਾਂਦੇ ਨੇ, ਹੱਡੀਆਂ ਘਸ ਜਾਂਦੀਆਂ ਨੇ, ਤਾਂ ਫਿਰ ਦੰਦ ਵੀੜ ਉਹ ਸੂਤ ਨਹੀਂ ਬਹਿੰਦੀ। ਉਹਦੇ ਲਈ ਇੱਕ ਸਕਸ਼ਨ ਡੈਂਚਰ ਜਿਹੜੇ ਨੇ, ਇੱਕ ਨਵੀਂ ਤਕਨੀਕ ਆ ਜਾਪਾਨ ਤੋਂ ਆਈ, ਉਹਦੇ ਬਾਰੇ ਵੀ ਅੱਜ ਗੱਲਬਾਤ ਕਰਦੇ ਹਾਂ। ਗਗਨ ਜੀ, ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ ਸਰ। ਮੇਰਾ ਨਾਮ ਗਗਨਦੀਪ ਚਾਹਲ ਆ ਜੀ, ਅਤੇ ਮੈਂ ਕੀਪ ਸਮਾਈਲਿੰਗ ਡੈਂਚਰ ਕਲੀਨਿਕ ਦੀ ਓਨਰ ਹਾਂ। ਅਤੇ ਸਾਡੀਆਂ 2 ਲੋਕੇਸ਼ਨਸ ਨੇ, ਸਰੀ ਅਤੇ ਐਬਸਫੋਰਡ ਦੇ ਵਿੱਚ, ਅਤੇ ਮੈਂ ਰਜਿਸਟਰਡ ਡੈਂਚਰਿਸਟ ਹਾਂ। ਸੋ ਡੈਂਚਰਸ ਦਾ ਮਤਲਬ ਇਹ ਹੁੰਦਾ ਵੀ ਉਹਦਾ ਕਲੀਨਿਕ ਪਲੱਸ ਲੈਬ ਹੁੰਦੀ ਆ, ਅਤੇ ਉਹ ਸਿਰਫ ਅਤੇ ਸਿਰਫ ਡੈਂਚਰਸ ਬਣਾਉਂਦਾ ਹੈਗਾ। ਜੀ, ਅੱਛਾ। ਜਿਹੜੇ ਹੁਣ ਜਦ ਕੋਈ ਆਉਂਦਾ ਤੁਹਾਡੇ ਕੋਲ, ਪਹਿਲੀ ਤਾਂ ਗੱਲ ਇਹ ਹੈ ਵੀ ਕਿਹੜੇ ਬੰਦੇ ਜਾਂ ਕਿਹੜੇ ਮਰੀਜ਼ ਜਿਹੜੇ ਆ ਸਕਦੇ ਨੇ ਜਿਹੜੇ ਡੈਂਚਰਿਸਟ ਕੋਲ ਜਾਣ? ਇੱਕ ਡੈਂਟਿਸਟ ਆ, ਇੱਕ ਡੈਂਚਰਿਸਟ ਆ। ਤੁਸੀਂ ਅਲੱਗ ਕਿਵੇਂ ਹੋ ਡੈਂਟਿਸਟ ਨਾਲ? ਸੋ ਡੈਂਟਿਸਟ ਅਤੇ ਡੈਂਚਰਿਸਟ ਦੇ ਵਿੱਚ ਮੇਜਰ ਫਰਕ ਇਹ ਹੈ ਕਿ ਅਸੀਂ ਸਿਰਫ ਅਤੇ ਸਿਰਫ ਡੈਂਚਰਸ ਬਣਾਉਣੇ ਹੈਗੇ। ਥੋੜ੍ਹਾ ਜਿਹਾ ਮਾਈਕ ਨੇੜੇ ਕਰਿਓ ਜੀ, ਆਵਾਜ਼ ਘੱਟ ਆ ਰਹੀ ਹੈ ਤੁਹਾਡੀ। ਹਾਂਜੀ, ਅਸੀਂ ਸਿਰਫ ਅਤੇ ਸਿਰਫ ਡੈਂਚਰਸ ਬਣਾਉਣੇ ਆ। ਡੈਂਚਰਸ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਆ, ਐਂਡ ਡੈਂਚਰਸ ਦਾ ਮਤਲਬ ਰਿਮੂਵੇਬਲ, ਜਿਹੜੇ ਪੇਸ਼ੈਂਟਸ ਆਪਦੇ ਹੱਥ ਨਾਲ ਲਾ ਪਾ ਸਕਣ, ਉਹ ਵਾਲੇ ਡੈਂਚਰਸ। ਸੋ ਰਿਮੂਵੇਬਲ ਡੈਂਚਰਸ ਕਹਿ ਦਿੰਦੇ ਹਾਂ ਅਸੀਂ ਉਹਨਾਂ ਨੂੰ। ਉਹਦੇ ਵਿੱਚ ਕੰਪਲੀਟ ਡੈਂਚਰਸ ਵੀ ਆਉਂਦੇ ਆ, ਪਾਰਸ਼ਲਸ ਵੀ ਆਉਂਦੇ ਹੈਗੇ ਆ। ਸੋ ਪਾਰਸ਼ਲਸ ਅਤੇ ਕੰਪਲੀਟ ਦਾ ਬਿਗ ਡਿਫਰੈਂਸ ਇਹ ਆ, ਪਾਰਸ਼ਲ ਮਤਲਬ ਸਾਰੇ ਦੰਦ ਨਿਕਲੇ ਹੋਏ ਮੂੰਹ 'ਚੋਂ, ਬਿਲਕੁਲ ਖਾਲੀ ਮੂੰਹ, ਅਤੇ ਪਾਰਸ਼ਲ ਦਾ ਮਤਲਬ ਇਹ ਹੁੰਦਾ ਵੀ ਚਾਹੇ ਇੱਕ ਦੰਦ ਨਿਕਲਿਆ ਹੋਇਆ ਅਤੇ ਚਾਹੇ 4 ਦੰਦ ਨਿਕਲੇ ਹੋਇਆ, ਬਾਕੀ ਸਾਰੇ ਪਏ ਆ। ਚਾਹੇ ਉੱਪਰ ਨਿਕਲਿਆ ਚਾਹੇ ਥੱਲੇ ਨਿਕਲਿਆ, ਉਹਦਾ ਫਰਕ ਨਹੀਂ, ਅਤੇ ਕਿਸੇ ਪਾਸੇ ਵੀ ਨਿਕਲਿਆ। ਹਾਂਜੀ, ਡਜ਼ਨਟ ਮੈਟਰ, ਮੂੰਹ 'ਚੋਂ ਕਿਤੇ ਵੀ ਨਿਕਲੇ ਹੋਣ, ਅਸੀਂ ਉਹ ਦੰਦ ਲਾ ਸਕਦੇ ਹਾਂ। ਸੋ ਅਸੀਂ ਉਹਨਾਂ ਨੂੰ ਪਾਰਸ਼ਲਸ ਕਹਿੰਦੇ ਹਾਂ। ਸਿਰਫ ਆਪਾਂ ਅਕਲ ਜਾੜਾ ਨਹੀਂ ਲਾਉਂਦੇ। ਆਈ ਜਸਟ ਵਾਂਟ ਟੂ ਮੇਕ ਸ਼ੋਰ, ਕਿਉਂਕਿ ਕੋਈ ਲੋਕ ਇਹ ਨਾ ਕਹਿੰਦੇ ਮੇਰੇ ਅਕਲ ਜਾੜ ਨਿਕਲੀ, ਮੈਂ ਉਹ ਲਵਾ ਲਾਂ। ਅਕਲ ਜਾੜ ਚਾਹੀਦੀ ਨਹੀਂ ਆਪਾਂ ਨੂੰ, ਆਪਾਂ ਤਾਂ ਹੀ ਕਢਾਉਂਦੇ ਹਾਂ ਉਹਨਾਂ ਨੂੰ। ਅੱਛਾ, ਜੇ ਦਾੜ ਵਾਲੇ ਪਾਸਿਓਂ ਦਾੜਾਂ ਨਿਕਲ ਜਾਣ, ਹਾਂਜੀ, ਤੇ ਇੱਕ ਉੱਥੇ ਆਪਸ਼ਨ ਇਹ ਹੋਵੇ ਵੀ ਇੱਥੇ ਜਿਹੜਾ ਡੈਂਟਿਸਟ ਸਕਰੀਊ ਲਾ ਕੇ ਉਹਦੇ ਉੱਪਰ ਦਾੜ ਲਾ ਦੇਗਾ। ਹਾਂਜੀ, ਇੱਕ ਤੁਹਾਡਾ ਫਰਕ ਕੀ ਹੈ? ਡਿਫਰੈਂਸ ਬਿਗ ਡਿਫਰੈਂਸ ਪ੍ਰਾਈਸ ਦਾ ਹੈਗਾ। ਅੱਛਾ, ਇੰਪਲਾਂਟਸ ਦਾ। ਅਤੇ ਦੂਸਰੀ ਚੀਜ਼ ਇਹ ਹੈ ਕਿ ਇੰਪਲਾਂਟਸ ਦੀ ਸਰਜਰੀ ਹੋਣੀ ਆ, ਫਿਰ ਉਹ ਸਕਰੂ ਇਨ ਹੋਣੇ ਆ, ਅਤੇ ਫਿਰ ਉੱਤੇ ਕਰਾਊਨ ਲੱਗਣਾ, ਜਿਹੜਾ ਉਤਲਾ ਦੰਦ ਹੁੰਦਾ ਹੈਗਾ। ਸੋ ਬਟ ਆਪਾਂ ਨੂੰ ਵੇਟ ਨਹੀਂ ਕਰਨ ਦੀ ਲੋੜ ਹੈਗੀ, ਐਂਡ ਇਟਸ ਕੁਆਇਟ ਅਫੋਰਡੇਬਲ ਡੈਂਚਰਸ ਆਪਾਂ ਕਹਿ ਸਕਦੇ ਹਾਂ ਵੀ, ਅਫੋਰਡੇਬਲ ਐਜ਼ ਕੰਪੇਅਰ ਟੂ ਇੰਪਲਾਂਟਸ। ਬਜ਼ੁਰਗਾਂ ਦੇ, ਮੈਂ ਘਰ ਦੇ ਵਿੱਚ ਪਿਤਾ ਜੀ ਦੇ ਅਗਲੇ ਦੰਦ ਜਦ ਅਸੀਂ ਉਹ ਪਾਰਸ਼ਲ ਉਹਨੂੰ ਬਣਾਇਆ, ਅਤੇ ਉਹ ਪਹਿਲਾਂ ਡੈਂਟਿਸਟ ਨਾਲ ਟਰਾਈ ਕੀਤੀ, ਬ੍ਰਿਜ ਜਿਹੜਾ ਕੀਤਾ ਬਾਹਰਲੇ ਦੰਦਾਂ 'ਤੇ, ਜਦ ਉਹਨੂੰ ਹੈਂਗ ਕੀਤਾ ਉਹ ਦੰਦ ਹਿੱਲ ਗਏ। ਸੋ ਇੱਕ ਸਮੇਂ ਆ ਕੇ ਫਿਰ ਦੰਦ ਵੀੜ ਹੀ ਕੰਮ ਕਰਦੀ ਆ ਵਧੀਆ, ਜਿਹੜੀ ਅਸਲ ਗੱਲ ਹੈ। ਯਾ, ਕਿਉਂਕਿ ਜਿਹੜਾ ਪਾਰਸ਼ਲ ਆ ਉਹਨੇ ਇੱਕ ਦੰਦ ਤੋਂ ਨਹੀਂ ਹੈਲਪ ਲੈਣੀ। ਉਹ ਕਾਸਟ ਪਾਰਸ਼ਲ ਬਣਦੇ ਹੈਗੇ, ਨੀਚੇ ਮੈਟਲ ਫਰੇਮਵਰਕ ਬਣਦਾ, ਉੱਤੇ ਐਕ੍ਰੀਲਿਕ ਬਣਦਾ, ਉੱਤੇ ਦੰਦ ਲੱਗਦੇ ਆ। ਸੋ ਉਹਦੀਆਂ ਆਲੇ ਦੁਆਲੇ ਹੁਕਸ ਬਣਦੀਆਂ। ਸੋ ਦੇਰ ਲਾਈਕ 3-4 ਦੰਦਾਂ ਤੋਂ ਆਪਾਂ ਹੈਲਪ ਲੈ ਲੈਂਦੇ ਹਾਂ। ਅਪਰੋਕਸੀਮੇਟਲੀ ਜਿੰਨੇ ਕੁ ਦੰਦ ਤੁਹਾਡੇ ਮੂੰਹ 'ਚ ਹੁੰਦੇ ਹੈਗੇ, ਆਪਾਂ ਉਹਨਾਂ ਸਾਰਿਆਂ ਤੋਂ ਹੈਲਪ ਲੈ ਲੈਂਦੇ ਹਾਂ। ਅੱਛਾ ਜੀ, ਇਹਨੂੰ ਫਿਰ ਜਿਹੜਾ ਲੈਬ ਤੁਸੀਂ ਕਹਿੰਦੇ ਹੋ, ਇੱਕ ਡੈਂਚਰਸ ਦੇ ਨਾਲ ਲੈਬ ਦਾ ਵੀ ਕੰਮ ਆ, ਫਿਰ ਇਹਨੂੰ ਪੂਰਾ ਐਨ ਸਾਈਜ਼ ਲੈ ਕੇ ਫਿਰ ਬਣਾਉਂਦੇ ਹੋ ਜੀ ਪੂਰਾ? ਹਾਂਜੀ, ਆਪਾਂ ਨੂੰ 5 ਅਪਾਇੰਟਮੈਂਟਸ ਚਾਹੀਦੀਆਂ ਹੁੰਦੀਆਂ, ਸਟਾਰਟ ਟੂ ਫਿਨਿਸ਼, ਐਨੀ ਟਾਈਪ ਆਫ ਡੈਂਚਰ। ਕਈ ਵਾਰੀ ਉਸ ਤੋਂ ਜ਼ਿਆਦਾ ਵੀ ਹੋ ਜਾਂਦੀਆਂ ਹੈ, ਪਰ ਬੇਸਿਕ 5 ਸਟੈਪਸ ਨੇ, ਅਤੇ ਉਹਨਾਂ ਦੇ ਪਿੱਛੇ ਫॉर ਈਚ ਸਟੈਪ, ਕਲੀਨਿਕਲ ਸਟੈਪ ਦੇ ਬੈਕ ਲੈਬ ਦਾ ਕੰਮ ਹੁੰਦਾ ਹੈਗਾ, ਜਿਹੜਾ ਕਿ ਸਾਰਾ ਮੇਰੇ ਕਲੀਨਿਕ ਦੇ ਵਿੱਚ ਮੈਂ ਹੀ ਕਰਦੀ ਹੈਗੀ ਹਾਂ, ਪਰ ਕਈਆਂ ਨੇ ਨਾਲ ਟੈਕਨੀਸ਼ੀਅਨਸ ਵੀ ਰੱਖੇ ਹੁੰਦੇ ਹੈਗੇ ਆ। ਇੱਕ ਇਹ ਦੱਸਿਓ ਵੀ ਜਦ ਇੱਕ ਵਾਰ ਡੈਂਚਰ ਲਾ ਲੇ
ਹਾਂਜੀ। ਉਹਦੇ ਬਾਅਦ ਫਿਰ ਜਦ ਮੁਸ਼ਕਲਾਂ ਆਉਂਦੀਆਂ ਉਹ ਢਿੱਲੇ ਹੁੰਦੇ ਨੇ, ਉਹਨਾਂ ਦੇ ਕਾਰਨ ਕੀ ਨੇ? ਉਹ ਢਿੱਲੇ ਜੇ ਇੱਕ ਤਾਂ ਮੇਨ ਚੀਜ਼ ਹੁੰਦੀ ਹੈ ਕਿ ਜਿਹੜੀ ਆਪਣੀ ਹੱਡੀ ਆ ਉਹ ਚੇਂਜ ਹੁੰਦੀ ਆ। ਜੇ ਤਾਂ ਮੈਂ ਅੱਜ ਦੰਦ ਕਢਾਏ ਆ ਤਾਂ ਜਿਹੜੇ ਮੇਰਾ ਪਹਿਲਾ ਸਾਲ ਆ ਉਦੋਂ ਹੱਡੀ ਦਾ ਚੇਂਜ ਹੋਣ ਦਾ ਪ੍ਰੋਸੈਸ ਬਹੁਤ ਫਾਸਟ ਹੁੰਦਾ, ਕਿਉਂਕਿ ਉਹਦੇ 'ਚ ਦੰਦ ਖੜੇ ਸੀ, ਹੁਣ ਉਹ ਨਿਕਲ ਗਏ ਆ। ਸੋ ਫੜਨ ਨੂੰ ਹੱਡੀ ਨੂੰ ਕੁਛ ਨਹੀਂ ਬਚਿਆ। ਸੋ ਉਹਨਾਂ ਕੀਪ ਗਰੋਇੰਗ, ਮਤਲਬ ਕੀਪ ਰਿਜ਼ੋਰਪਸ਼ਨ ਹੋਣੀ ਆ ਉਹਦੀ, ਉਹਨੇ ਘਸਣਾ ਹੀ ਘਸਣਾ ਫॉर श्योर। ਸੋ ਇਸ ਕਰਕੇ ਉਹ ਪਹਿਲੇ ਸਾਲ ਬਹੁਤ ਜ਼ਿਆਦਾ ਘਸਦੀ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਤੁਹਾਨੂੰ ਪਹਿਲਾ ਡੈਂਚਰ ਲਵਾਉਣ ਤੋਂ 6 ਮਹੀਨੇ ਬਾਅਦ ਕਈ ਵਾਰੀ ਰੀਲਾਈਨ ਕਰਾਉਣਾ ਪੈ ਜਾਂਦਾ। ਰੀਲਾਈਨ ਦਾ ਮਤਲਬ ਹੁੰਦਾ ਉਹਨੂੰ ਦੁਬਾਰਾ ਟਾਈਟ ਕਰ ਦਿੰਦੇ ਹਾਂ ਅਸੀਂ ਥੱਲਿਓਂ। ਅੱਛਾ। ਹਾਂਜੀ। ਤੇ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਦੰਦ ਜਿਹੜੇ ਕੁਛ ਤਾਂ ਨਿਕਲ ਗਏ, ਕੁਛ ਕਢਾਉਣੇ ਪੈਣ, ਤੁਸੀਂ ਆਪ ਚੈੱਕ ਕਰਕੇ ਦੱਸਦੇ ਹੋ ਵੀ ਇਹ ਦੰਦ ਆ ਕੱਢਣੇ ਪੈਣੇ ਆ? ਮਤਲਬ ਪੇਸ਼ੈਂਟ ਦੋਨੇ ਤਰ੍ਹਾਂ ਨਾਲ ਮੇਰੇ ਕੋਲ ਆ ਜਾਂਦੇ ਆ। ਕਈ ਵਾਰੀ ਸਾਰਾ ਖਾਲੀ ਹੁੰਦਾ ਮੂੰਹ ਤੇ ਕਈ ਵਾਰੀ ਬਚੇ ਹੁੰਦੇ ਆ ਕੁਛ ਦੰਦ। ਜੇ ਤਾਂ ਉਹਨਾਂ ਨੇ ਚੈੱਕਅਪ ਕਰਾਇਆ ਹੁੰਦਾ ਡੈਂਟਿਸਟ ਤੋਂ ਤਾਂ ਫਿਰ ਮੈਂ ਸਟਾਰਟ ਕਰ ਲੈਂਦੀ ਹਾਂ ਪਿਛਲੇ 1 ਸਾਲ ਦੇ ਵਿੱਚ। ਜੇ ਉਹਨਾਂ ਨੇ ਨਹੀਂ ਕਰਾਇਆ ਹੁੰਦਾ ਤਾਂ ਫਿਰ ਮੈਂ ਕਈ ਵਾਰੀ ਡੈਂਟਿਸਟ ਨੂੰ ਭੇਜਦੀ ਹੈਗੀ ਆ, ਤਾਂ ਉਹਨਾਂ ਨੂੰ ਦੱਸਦੀ ਹਾਂ ਵੀ ਤੁਸੀਂ ਡੈਂਟਿਸਟ ਤੋਂ ਜਾ ਕੇ ਚੈੱਕਅਪ ਕਰਾ ਕੇ ਆਓ। ਉਹ ਆਪਾਂ ਨੂੰ ਜ਼ਿਆਦਾ ਬੈਟਰ ਦੱਸ ਸਕਦੇ ਆ ਵੀ ਕਿਹੜੇ ਦੰਦ ਵਧੀਆ ਸਾਊਂਡ ਲਈ ਹਜੇ ਜਾਣਗੇ ਤੇ ਆਪਾਂ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ, ਤੇ ਕਿਹੜੇ ਦੰਦ ਹਜੇ ਫਾਇਦਾ ਨਹੀਂ ਹੈਗਾ ਵੀ ਆਪਾਂ ਉਹਨਾਂ ਨੂੰ ਰੱਖੀਏ ਮੂੰਹ ਦੇ ਵਿੱਚ। ਇਹ ਜਿਹੜੀ ਨਵੀਂ ਹੁਣ ਆਪਾਂ ਪਿਛਲੇ 2 ਮਹੀਨੇ ਦੀ ਗੱਲ ਕਰਨ ਲੱਗੇ ਆ ਵੀ ਜਾਪਾਨੀ ਤਕਨੀਕ ਨਾਲ ਇੱਕ ਸਕਸ਼ਨ ਡੈਂਚਰ ਤੁਸੀਂ ਬਣਾਉਂਦੇ ਹੋ, ਉਹ ਕੀ ਹੈ ਜੀ? ਇਹ ਡਾਕਟਰ ਐਬੀ ਹੈ ਜਾਪਾਨ ਤੋਂ, ਉਹ ਡੈਂਟਿਸਟ ਹੈ ਉੱਥੇ, ਉਹ ਹਜੇ ਵੀ ਹੈਗੇ ਆ। ਐਂਡ ਹੀ ਰਟ ਅ ਬੁੱਕ। ਹੌਲੀ ਹੌਲੀ ਉਹਨਾਂ ਦੀ ਟੈਕਨੀਕ ਵਰਲਡ ਦੇ ਵਿੱਚ ਫੇਮਸ ਹੋ ਰਹੀ ਹੈਗੀ ਆ। ਇਹ 2 ਮਹੀਨੇ ਪੁਰਾਣੀ ਟੈਕਨੀਕ ਨਹੀਂ ਹੈ ਮੈਂ ਕਹੂੰਗੀ, ਇਹ 2000 ਆਪਾਂ ਗੱਲ ਕਰਨ ਲੱਗੇ ਆ, ਮਤਲਬ ਮੈਂ ਸਰਟੀਫਾਈਡ ਹੋਈ ਆ 2 ਮਹੀਨੇ ਤੋਂ। ਦੈਟਸ ਵਾਈ ਵੀ ਆਰ ਟਾਕਿੰਗ ਅਬਾਊਟ। ਤੇ ਮਤਲਬ ਇਹ 2002 ਤੋਂ ਫੇਮਸ ਹੈਗੀ ਹੈ, ਜਿਹੜੀ ਕਿ ਉਹਨਾਂ ਨੇ ਆਪ ਸ਼ੁਰੂ ਕੀਤੀ ਹੈ ਸੀਗੀ। ਇਹਦਾ ਸਕਸ਼ਨ ਡੈਂਚਰਸ ਕਹਿ ਦਿੰਦੇ ਆ ਆਪਾਂ ਨੂੰ। ਇਹ ਜ਼ਿਆਦਾ ਹੈਲਪਫੁਲ ਲੋਅਰ ਡੈਂਚਰ ਦੇ ਲਈ ਹੈ, ਜਿਨ੍ਹਾਂ ਦੇ ਸਾਰੇ ਦੰਦ ਨਿਕਲ ਚੁੱਕੇ ਆ ਤੇ ਥੱਲੇ ਹੱਡੀ ਬਿਲਕੁਲ ਨਹੀਂ ਰਹਿੰਦੀ ਹੈਗੀ। ਅੱਛਾ। ਤੇ ਫਿਰ ਉਹਨਾਂ ਦੇ ਲਈ ਸਕਸ਼ਨ ਡੈਂਚਰਸ ਬਹੁਤ ਜ਼ਿਆਦਾ ਹੈਲਪਫੁਲ ਨੇ। ਉਹ ਕਿਵੇਂ ਬਣਦੇ ਆ ਜੀ, ਅਲੱਗ ਕਿਵੇਂ ਨੇ? ਹਾਂਜੀ, ਇਹ 2 ਤਰ੍ਹਾਂ ਦੇ ਡੈਂਚਰਸ ਹੁੰਦੇ ਆ ਜਿਹੜੇ ਕੰਪਲੀਟ ਡੈਂਚਰਸ ਹੁੰਦੇ ਆ, ਸਾਰੇ ਡੈਂਚਰਸ ਹੁੰਦੇ ਆ। ਇੱਕ ਤਾਂ ਸਟੈਂਡਰਡ ਡੈਂਚਰ ਹੁੰਦੇ ਜਿਹੜੇ ਆਪਾਂ ਨਾਰਮਲੀ, ਮੈਂ ਵੀ ਅੱਜ ਤੱਕ ਉਹੀ ਲਾ ਰਹੀ ਸੀਗੀ। ਤੇ ਇੱਕ ਹੁੰਦੇ ਹੈਗੇ ਆ ਸਕਸ਼ਨ ਡੈਂਚਰਸ। ਇਹਨਾਂ ਦਾ ਬਿਗ ਡਿਫਰੈਂਸ ਇਹ ਆ ਕਿ ਉਹਦੇ ਵਿੱਚ ਜਦੋਂ ਆਪਾਂ ਸਟੈਂਡਰਡ ਡੈਂਚਰ ਦੇ ਵਿੱਚ ਜਦੋਂ ਆਪਾਂ ਇੰਪ੍ਰੈਸ਼ਨ ਲੈਂਦੇ ਹਾਂ, ਨਾਪ ਲੈਂਦੇ ਹਾਂ, ਤਾਂ ਮੈਂ ਮੂੰਹ ਖੋਲ ਕੇ ਲੈਂਦੀ ਹਾਂ ਨਾਪ, ਪੇਸ਼ੈਂਟ ਦਾ ਮੂੰਹ ਖਿਲਾ ਕੇ ਲੈਂਦੇ ਹਾਂ, ਤੇ ਪ੍ਰੈਸ਼ਰ ਮੈਂ ਪਾਉਂਦੀ ਹਾਂ, ਤੇ ਹੱਥਾਂ ਨਾਲ ਉਹਦੇ ਲਿਪਸ ਨੂੰ ਮੈਨੀਪੂਲੇਟ ਮੈਂ ਆਪ ਕਰਦੀ ਹਾਂ, ਸਾਰਾ ਕੁਛ ਮੂਵਮੈਂਟਸ ਮੈਂ ਆਪ ਕਰਵਾਉਂਦੀ ਹਾਂ ਐਂਡ ਮੈਂ ਕਰਦੀ ਹਾਂ। ਜਿਹੜੇ ਸਕਸ਼ਨ ਡੈਂਚਰਸ ਆ ਉਹਨਾਂ ਦਾ ਬਿਗ ਡਿਫਰੈਂਸ ਇਹ ਆ ਵੀ ਇੱਕ ਤਾਂ ਕਲੋਜ਼ਡ ਮਾਊਥ ਟੈਕਨੀਕ ਆ, ਮੂੰਹ ਬੰਦ ਕਰਕੇ ਲਿੱਤੇ ਜਾਂਦੇ ਆ। ਵੀ ਜਸਟ ਪੁੱਟ ਦਾ ਇੰਪ੍ਰੈਸ਼ਨ ਮਟੀਰੀਅਲ ਮੂੰਹ ਦੇ ਵਿੱਚ ਮਟੀਰੀਅਲ ਪਾਉਂਦੇ ਆ, ਤੇ ਫਿਰ ਉਹਨਾਂ ਨੂੰ ਹੈਲਪ ਕਰਦੇ ਆ ਵੀ ਤੁਸੀਂ ਇੱਦਾਂ ਮੂਵਮੈਂਟਸ ਕਰਨੀਆਂ। ਤੇ ਬਿਗ ਚੀਜ਼ ਹੈ ਕਿ ਉਹ ਆਪਦਾ ਬਾਈਟ ਪ੍ਰੈਸ਼ਰ ਔਨ ਰੱਖਦੇ ਆ। ਸੋ ਨਾਪ ਲੈਣ ਲਈ ਹੈ ਇਹ ਟੈਕਨੀਕ? ਹਾਂਜੀ, ਇਹ ਨਾਪ ਹੀ ਬੇਸਿਕ ਇਹਦਾ ਇੰਪ੍ਰੈਸ਼ਨ ਹੈ। ਅੱਛਾ। ਤੇ ਫਿਰ ਉਹਦੀ ਜਿਹੜੀ ਜਦ ਬਣਾਉਂਦੇ ਹੋ ਆਪਣੀ ਲੈਬ ਦੇ ਵਿੱਚ, ਉਹਦਾ ਵੀ ਕੋਈ ਬਣਾਉਣ ਦਾ ਹੀ ਫਰਕ ਹੈਗਾ ਜੀ? ਉਹ ਜ਼ਿਆਦਾ ਪ੍ਰਸੀਜ਼ਨਲੀ ਡੈਂਚਰ ਬਣਦਾ ਹੈਗਾ ਜਿਹੜਾ ਸਕਸ਼ਨ ਡੈਂਚਰ ਆ। ਉਹਦਾ ਇਹ ਹੈਗਾ ਵੀ ਉਹਦੀ ਜਿਹੜੀ ਬਾਰਡਰਸ ਨੇ ਅਸੀਂ ਉਹਨਾਂ ਨੂੰ ਟੱਚ ਨਹੀਂ ਕਰਦੇ। ਜਿਹੜਾ ਕੁਛ ਪੇਸ਼ੈਂਟ ਦੇ ਮੂੰਹ 'ਚ ਰਿਕਾਰਡ ਹੋ ਗਿਆ, ਦੈਟ ਵਿਲ ਬੀ ਦ ਫਾਈਨਲ ਬਾਰਡਰਸ ਫॉर ਮਾਈ ਡੈਂਚਰ। ਠੀਕ ਹੈ, ਉਹਨਾਂ ਨੂੰ ਬਿਲਕੁਲ ਨਹੀਂ ਟੱਚ ਕਰਨਾ ਮੈਂ, ਕਿਉਂਕਿ ਮੈਂ ਫਿਰ ਸੀਲ ਬ੍ਰੇਕ ਕਰੂੰਗੀ। ਉਹ ਇੱਕ ਸੀਲ ਬਣਾਉਂਦੇ ਆ ਤੁਹਾਡੇ ਮੂੰਹ ਦੇ ਵਿੱਚ। ਜਦੋਂ ਪੇਸ਼ੈਂਟ ਆਪਦੀ ਬਾਈਟ ਪ੍ਰੈਸ਼ਰ ਆਪਦਾ ਪਾਉਂਦਾ ਹੈਗਾ, ਜਿੰਨਾ ਕੋ ਪ੍ਰੈਸ਼ਰ ਪਾਉਂਦਾ ਖਾਣ ਪੀਣ ਲੱਗਾ ਜਾਂ ਬੋਲਣ ਲੱਗਾ, ਜਦੋਂ ਉਹਨੇ ਇੱਕ ਪ੍ਰੈਸ਼ਰ ਨਾਲ ਡੈਂਚਰਸ ਬਣਦੇ ਆ ਤਾਂ ਜ਼ਿਆਦਾ ਬੈਟਰ ਸਟੇਬਲ ਰਹਿੰਦੇ ਆ ਮੂੰਹ ਦੇ ਵਿੱਚ। ਬਿਲਕੁਲ ਠੀਕ। ਜਿਹੜੇ ਦੂਸਰੇ ਡੈਂਚਰਸ ਆ, ਕਿਉਂਕਿ ਉਹਨਾਂ ਦਾ ਪ੍ਰੈਸ਼ਰ ਮੈਂ ਪਾਉਣੀ ਆ ਜਾਂ ਕੋਈ ਵੀ ਡੈਂਚਰਿਸਟ ਪਾਉਂਦਾ, ਫਿਰ ਉਹ ਇੰਨੇ ਸਟੇਬਲ ਨਹੀਂ ਰਹਿੰਦੇ, ਕਿਉਂਕਿ ਖਾਣ ਲੱਗੇ ਉਹਨਾਂ ਪ੍ਰੈਸ਼ਰ ਨਹੀਂ ਪੈਂਦਾ, ਬੋਲਣ ਲੱਗੇ ਉਹਨਾਂ ਨਹੀਂ ਪੈਂਦਾ। ਸੋ ਜਿਹੜੇ ਸਕਸ਼ਨ ਡੈਂਚਰਸ ਆ ਉਹਨਾਂ ਦੇ ਜਿਹੜੇ ਬਾਰਡਰਸ ਹੁੰਦੇ ਆ ਉਹ ਇੱਕ ਤਰ੍ਹਾਂ ਨਾਲ ਇੱਕ ਏਅਰ ਟਾਈਟ ਸੀਲ ਬਣਾ ਦਿੰਦੇ ਆ। ਹੱਡੀਆਂ ਘਸਣ ਦਾ ਕਾਰਨ ਉਮਰ ਹੈ ਜੀ ਜਾਂ ਕੁਝ ਹੋਰ ਵੀ? ਆਪਣੇ ਜਿਹੜੇ ਉੱਪਰਲਾ ਤੇ ਥੱਲੇ ਵਾਲਾ ਜਬਾੜ ਆ ਉਹਨਾਂ ਦੀਆਂ ਹੱਡੀਆਂ ਡਿਫਰੈਂਸ ਹੁੰਦੀਆਂ ਹੈਗੀਆਂ। ਸੋ ਥੱਲੇ ਵਾਲੀ ਹੱਡੀ ਆਪਣੀ ਥੋੜ੍ਹੀ ਜਿਹੀ ਕਮਜ਼ੋਰ ਹੁੰਦੀ ਹੈ। ਜੇ ਉਹ ਨਾ ਕਮਜ਼ੋਰ ਹੋਵੇ ਤਾਂ ਜੇ ਆਪਣੇ ਸੱਟ ਲੱਗੇ ਤਾਂ ਉਹ ਆਪਣੇ ਸਿਰ 'ਚ ਜਾਊਗੀ। ਜਿਹੜਾ ਉਹਦਾ ਹੱਡੀ ਦਾ ਮੇਨ ਸਟਾਰਟ ਹੁੰਦੀ ਹੈ ਜਿੱਥੋਂ, ਉਹ ਚੀਜ਼ ਆਪਣੇ ਬ੍ਰੇਨ 'ਚ ਜਾ ਕੇ ਸਟਕ ਹੋਊਗੀ। ਸੋ ਉਹ ਵੀਕ ਆ, ਕੁਦਰਤੀ ਰੱਬ ਨੇ ਉਹਨੂੰ ਬਣਾਇਆ ਵੀ ਸੱਟ ਲੱਗੇ ਤਾਂ ਟੁੱਟ ਜੇ। ਸੋ ਮੇਨ ਕਾਰਨ ਇਹ ਆ। ਦੂਜਾ ਹੈਗਾ ਗ੍ਰੈਵਿਟੀ, ਥੱਲੇ ਨੂੰ ਫੋਰਸ ਪੈਂਦੀਆਂ ਹੈਗੀਆਂ ਜਦੋਂ ਆਪਾਂ ਖਾਂਦੇ ਹੈਗੇ ਆ, ਘਸਦਾ ਹੈਗਾ। ਸੋ ਇਸ ਕਰਕੇ ਲੋਅਰ ਡੈਂਚਰਸ ਜ਼ਿਆਦਾ ਅਨਸਟੇਬਲ ਰਹਿੰਦੇ ਆ ਤੁਹਾਡੇ ਮੂੰਹ ਦੇ ਵਿੱਚ, ਹਿਲਦੇ ਜੁਲਦੇ ਰਹਿੰਦੇ ਹੈਗੇ ਆ। ਸੋ ਦੰਦਵੀਰ ਦੀ ਇਹਦੀ ਸੰਭਾਲ ਕੀ ਹੈ ਜੀ? ਜਿਹੜੀ ਡੈਂਚਰ ਦੀ ਸੰਭਾਲ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ? ਮੇਨ ਸੰਭਾਲ ਦੇ ਵਿੱਚ ਮੈਂ ਇਹ ਕਹੂੰਗੀ ਵੀ ਉਹਨਾਂ ਨੂੰ ਰੀਲਾਈਨ ਜ਼ਰੂਰ ਕਰਾਓ। ਕਲੀਨਿੰਗ ਇਜ਼ ਅ ਵਨ ਪ੍ਰੋਸੈਸ, ਉਹ ਤਾਂ ਤੁਸੀਂ ਸਾਫ਼ ਕਰ ਰਹੇ ਹੋ ਦੰਦ, ਪਰ ਜੇ ਤੁਸੀਂ ਕਹੋਗੇ ਮੈਂ ਇਹਨਾਂ ਨੂੰ ਸੰਭਾਲਣਾ ਚਾਹੁੰਦਾ ਤਾਂ ਉਹਨਾਂ ਨੂੰ ਰੀਲਾਈਨ ਕਰਾਓ। ਐਵਰੀ 2 ਈਅਰ ਤੁਹਾਡੇ ਮੂੰਹ ਦੇ ਵਿੱਚ ਬਹੁਤ ਸਾਰੇ ਚੇਂਜਿਸ ਆ ਜਾਂਦੇ ਆ, ਤੇ ਜਿਹੜਾ ਡੈਂਚਰ ਆ ਉਹ ਰੇਜ਼ਨ ਆ, ਉਹ ਚੇਂਜ ਨਹੀਂ ਹੁੰਦਾ ਹੈਗਾ।
ਉਹਨੇ ਤਾਂ ਉੱਥੇ ਹੀ ਖੜਾ ਰਹਿਣਾ ਹੈਗਾ। ਮੂੰਹ ਚੇਂਜ ਹੋ ਜਾਂਦਾ, ਉਹ ਚੇਂਜ ਨਹੀਂ ਹੁੰਦਾ। ਆਪਾਂ ਉਹਨੂੰ ਸਾਰੀ ਉਮਰ ਲਈ ਕਹਿ ਦਿੰਦੇ ਵੀ ਆਈ ਚੱਲਣਾ ਹੈਗਾ। ਐਵਰੀ 5 to 6 ਈਅਰ ਅਸੀਂ ਕਹਿੰਦੇ ਹਾਂ ਡੈਂਚਰ ਚੇਂਜ ਕਰਨ ਵਾਲਾ ਹੁੰਦਾ। ਐਵਰੀ 2 ਈਅਰ ਉਹ ਰੀਲਾਈਨ ਕਰਾਉਣ ਵਾਲਾ ਹੁੰਦਾ ਹੈ। ਰੀਲਾਈਨ ਫਿਰ ਕਿਵੇਂ ਸੂਤ ਕਰਦੇ ਹੋ ਜੀ? ਰੀਲਾਈਨ ਆਪਾਂ ਜਿਹੜਾ ਇੰਪ੍ਰੈਸ਼ਨ ਹੈਗਾ ਡੈਂਚਰ ਦੇ ਨਾਲ ਹੀ ਮੂੰਹ 'ਚ ਲੈਂਦੇ ਹਾਂ। ਮਟੀਰੀਅਲ ਥੱਲੇ ਪਾ ਕੇ, ਡੈਂਚਰ ਪਾ ਕੇ, ਇੰਪ੍ਰੈਸ਼ਨ, ਦੋਨੇ ਚੀਜ਼ਾਂ ਇਕੱਠੀਆਂ ਮੂੰਹ ਦੇ ਵਿੱਚ ਰਿਕਾਰਡ ਹੁੰਦੀਆਂ ਹੈਗੀਆਂ। ਤੇ ਫਿਰ ਆਪਾਂ ਉਹਨੂੰ ਰੀਲਾਈਨ, ਜਿਹੜਾ ਥੱਲੇ ਵਾਲਾ ਦਾ ਬੇਸ ਹੈਗਾ, ਜਿਹੜੀ ਸਰਫੇਸ ਮੂੰਹ ਨੂੰ ਟੱਚ ਹੋਣੀ ਹੈਗੀ ਹੈ, ਕਿਉਂਕਿ ਟਾਈਟ ਤਾਂ ਉਹੀ ਕਰਨ ਵਾਲੀ ਹੈ, ਉਹ ਆਪਾਂ ਦੁਬਾਰਾ ਟਾਈਟ ਕਰ ਦਿੰਦੇ ਹੈਗੇ ਆ। ਐਕਸਟਰਾ ਮਟੀਰੀਅਲ ਉੱਤੇ ਹੋਰ ਐਡ ਹੋ ਜਾਂਦਾ। ਪੜ੍ਹਾਈ ਕਿੰਨੀ ਕੁ ਹੈ ਜੀ ਡੈਂਚਰਿਸਟ? ਤੁਸੀਂ ਪੜ੍ਹ ਕੇ ਆਏ ਹੋ, ਡਿਗਰੀ ਕੀਤੀ ਹੈ, ਸਰਟੀਫਿਕੇਸ਼ਨ ਦਾ ਕੀ ਮਤਲਬ ਹੈ? ਜਿਹੜੀ ਸੈਕਸ਼ਨ ਡੈਂਚਰ ਦੀ ਉਹ ਡਿਫਰੈਂਟ ਆ, ਜਿਹੜੇ ਡੈਂਚਰਿਸਟ ਦੀ ਉਹ ਡਿਫਰੈਂਟ ਆ। ਦੇयर ਆਰ 2 ਟਾਈਪਸ ਆ। ਪਹਿਲਾਂ ਤਾਂ ਤੁਹਾਨੂੰ ਰਜਿਸਟਰਡ ਡੈਂਚਰਿਸਟ ਬਣਨ ਲਈ ਤੁਹਾਨੂੰ ਪ੍ਰੋਗਰਾਮ ਲਈ ਜਾਣਾ ਪੈਂਦਾ। ਅੰਡਰ 2 ਈਅਰ ਪ੍ਰੋਗਰਾਮ ਹੈਗਾ, ਪਲੱਸ ਇੰਟਰਨਸ਼ਿਪ, ਅ ਕਾਈਂਡ ਆਫ 3 ਈਅਰ ਪ੍ਰੋਗਰਾਮ ਹੈਗਾ। ਫਿਰ ਉਸ ਤੋਂ ਬਾਅਦ ਤੁਸੀਂ ਲਾਇਸੈਂਸ ਐਗਜ਼ਾਮ ਲਈ ਜਾਂਦੇ ਹੋ। ਤੁਹਾਨੂੰ ਲਾਇਸੈਂਸ ਐਗਜ਼ਾਮ ਮਿਲਦਾ ਹੈ, ਉਹਦੇ ਵੀ 2 ਪਾਰਟ, ਇੱਕ ਥਿਊਰੀ ਪਾਰਟ, ਇੱਕ ਪ੍ਰੈਕਟੀਕਲ ਪਾਰਟ ਹੈ। ਜੋ ਤੁਸੀਂ ਉਹ ਸਾਰਾ ਕਲੀਅਰ ਕਰ ਲੈਂਦੇ ਹੋ, ਤੁਹਾਨੂੰ ਲਾਇਸੈਂਸ ਮਿਲਦਾ ਹੈਗਾ ਕਿ ਤੁਸੀਂ ਆਪਦੀ ਪ੍ਰੈਕਟਿਸ ਕਰ ਸਕਦੇ ਹੋ। ਪਹਿਲੀ ਚੀਜ਼ ਇਹ ਆ। ਉਸ ਤੋਂ ਬਾਅਦ ਤੁਸੀਂ ਜਾਣਦੇ ਹੈਗੇ ਆ ਸੈਕਸ਼ਨ ਡੈਂਚਰ ਦੀ ਸਰਟੀਫਿਕੇਸ਼ਨ ਲਈ। ਇਹ ਅਲੱਗ ਤੋਂ ਇੱਕ ਕੋਰਸ ਕਰਨਾ ਪੈਂਦਾ ਹੈਗਾ। ਸਾਰੇ ਨਹੀਂ ਇਹਨੂੰ ਕਰ ਸਕਦੇ। ਜਿੰਨਾ ਚਿਰ ਤੁਸੀਂ ਕੋਰਸ ਨਹੀਂ ਕਰਦੇ ਉਹਨਾਂ ਚਿਰ ਡਾਕਟਰ ਐਬੀ ਦੀ ਟੈਕਨੀਕ ਤੁਸੀਂ ਯੂਜ਼ ਨਹੀਂ ਕਰ ਸਕਦੇ। ਤੁਸੀਂ ਲਾ ਲਓ ਵੀ ਉਸ ਡਾਕਟਰ ਨੇ ਇਹਨੂੰ ਇੱਦਾਂ ਹੀ ਕੰਟਰੋਲ ਕੀਤਾ ਹੋਇਆ ਹੈਗਾ। ਬੰਦਾ ਉਹਨਾਂ ਤੋਂ ਬਿਨਾਂ ਨਹੀਂ ਹੋ ਸਕਦਾ। ਹਾਂਜੀ, ਵੀ ਬੰਦਾ ਸਿੱਖੇ ਤੇ ਉਸ ਤੋਂ ਬਾਅਦ ਕਰੇ ਅਪਲਾਈ, ਨਾਟ ਲਾਈਕ ਕਿ ਬਾਈ ਬੁੱਕ ਪੜ੍ਹ ਕੇ ਅਪਲਾਈ ਕਰੇ। ਜਿਹੜੀ ਡੈਂਚਰ ਬਣਾਉਣ ਦਾ ਮਟੀਰੀਅਲ ਹੈ, ਦੋਨੇ ਟੈਕਨੀਕ 'ਚ ਇੱਕ ਹੈ? ਨਹੀਂ, ਇਹਦੇ 'ਚ ਜ਼ਿਆਦਾ ਐਕਸਪੈਂਸਿਵ ਤੇ ਜ਼ਿਆਦਾ ਮਤਲਬ ਸੇਮ ਹੈ ਮਟੀਰੀਅਲ ਦਾ। ਸੈਕਸ਼ਨ ਦਾ ਕੋਈ ਉਹ ਨਹੀਂ ਹੈਗਾ ਜਿਵੇਂ ਦੇਖਾਂ ਤਾਂ। ਬਟ ਇਹਦੇ ਵਿੱਚ ਤੁਸੀਂ ਜ਼ਿਆਦਾ ਸਟਰੋਂਗ ਡੈਂਚਰ ਜਿਹੜਾ ਮਟੀਰੀਅਲ ਹੈਗਾ ਉਹ ਯੂਜ਼ ਕਰਦੇ ਹੈਗੇ ਆ। BPS ਬੋਲ ਦਿੰਦੇ ਹੈਗੇ ਆ, ਬਾਈ ਫੰਕਸ਼ਨਲ ਸਿਸਟਮ। ਜਿਹੜਾ ਐਕ੍ਰੀਲਿਕ ਯੂਜ਼ ਹੁੰਦਾ ਉਹ ਯੂਜ਼ ਕਰਦੇ ਹੋ। ਬੈਟਰ ਟੀਥ ਯੂਜ਼ ਕਰਦੇ ਹੈਗੇ ਆ। ਸਾਰਾ ਕੁਛ ਜ਼ਿਆਦਾ ਬੈਟਰ ਯੂਜ਼ ਹੁੰਦਾ। ਇਹਦੇ 'ਚ ਤੁਸੀਂ ਸਟੈਂਡਰਡ ਨਹੀਂ ਯੂਜ਼ ਕਰ ਸਕਦੇ। ਕੈਨੇਡੀਅਨ ਸਿਸਟਮ ਦੇ ਵਿੱਚ ਉਹ ਬਣਾਉਣ ਵਾਲਾ ਜਿਹੜਾ ਮਟੀਰੀਅਲ ਆ ਤੇ ਭਾਰਤ ਦੇ ਮਟੀਰੀਅਲ ਦਾ ਕੋਈ ਫਰਕ ਹੈ? ਇੱਥੇ ਕੋਈ ਅਲੱਗ? ਕਿਉਂਕਿ ਬਹੁਤ ਮਾਪੇ ਜਾ ਕੇ ਕਿਰਾਏ ਆਉਂਦੇ ਆ ਉੱਥੇ ਜਾ ਕੇ। ਮਤਲਬ ਇਟ ਆਲ ਡਿਪੈਂਡਸ। ਇੱਥੇ ਵੀ ਜੇ ਮੈਂ ਕਹਾਂ ਤਾਂ ਐਕ੍ਰੀਲਿਕ ਚੀਪ ਆਉਂਦੇ ਹੈਗੇ ਆ। ਐਕ੍ਰੀਲਿਕ ਐਕਸਪੈਂਸਿਵ ਆਉਂਦੇ, ਐਕ੍ਰੀਲਿਕ ਚੀਪ ਆਉਂਦੇ ਆ। ਮੈਂ ਆਪਦੇ ਕਲੀਨਿਕ ਦੇ ਵਿੱਚ ਚੀਪ ਐਕ੍ਰੀਲਿਕ ਯੂਜ਼ ਨਹੀਂ ਕਰਦੀ ਹੈਗੀ, ਕਿਉਂਕਿ ਮੈਨੂੰ ਲੱਗਦਾ ਕਿ ਦੈਟ ਇਜ਼ ਅ ਬੇਸਿਕ ਪਾਰਟ। ਉਹ ਤਾਂ ਬੈਟਰ ਹੀ ਹੋਣਾ ਚਾਹੀਦਾ ਹੈਗਾ। ਸੋ ਇੰਡੀਆ ਦੇ ਵਿੱਚ ਵੀ ਸੇਮ ਹੀ ਹੋਊਗਾ, ਆਮ ਸ਼ੋਰ। ਮੈਂ ਡੈਂਟਿਸਟ ਸੀ ਇੰਡੀਆ ਦੇ ਵਿੱਚ, ਸੋ ਮੈਂ ਉੱਥੇ ਐਜ਼ ਸੱਚ ਪ੍ਰੈਕਟਿਸ ਨਹੀਂ ਕੀਤੀ, ਪਰ ਮੈਂ ਹੌਸਪੀਟਲ ਦੇ ਵਿੱਚ ਕੰਮ ਕੀਤਾ। ਸੋ ਹੌਸਪੀਟਲ ਦੇ ਵਿੱਚ ਜਿਹੜੀਆਂ ਸਪਲਾਈਜ਼ ਆਉਂਦੀਆਂ ਉਹ ਡਿਫਰੈਂਟ ਆਉਂਦੀਆਂ ਪ੍ਰਾਈਵੇਟ ਕਲੀਨਿਕਸ ਦੇ ਨਾਲੋਂ। ਪਰ ਮੈਨੂੰ ਪਤਾ ਵੀ ਉੱਥੇ ਜਿਹੜੇ ਪ੍ਰਾਈਵੇਟ ਕਲੀਨਿਕ ਹੈ, ਜਿਹੜੇ ਮੇਰੇ ਨਾਲ ਦੇ ਡਾਕਟਰ ਹਜੇ ਵੀ ਉੱਥੇ ਕੰਮ ਕਰ ਰਹੇ ਆ। ਸੋ ਦੇਅਰ ਆਰ ਸੋ ਮੈਨੀ ਕਲੀਨਿਕਸ ਜਿਹੜੇ ਬਹੁਤ ਵਧੀਆ ਐਕ੍ਰੀਲਿਕ ਵੀ ਯੂਜ਼ ਕਰਦੇ ਆ। ਇਟ ਆਲ ਡਿਪੈਂਡਸ ਕਿ ਤੁਸੀਂ ਉੱਥੇ ਕਿੱਥੇ ਜਾ ਰਹੇ ਹੋ, ਉਹਦਾ ਕਲੀਨਿਕ ਕਿੱਦਾਂ ਦਾ ਬੰਦੇ ਦਾ, ਤੇ ਸਾਰਾ ਕੁਛ ਕਿਵੇਂ ਹੈਗਾ। ਸੈਕਸ਼ਨ ਡੈਂਚਰ ਦੇ ਬਾਰੇ ਮੈਂ ਹੋਰ ਗੱਲ ਕਰਨੀ ਚਾਹੁੰਦਾ। ਇਹਦੇ ਕੈਂਡੀਡੇਟ ਕੌਣ ਹੋ ਸਕਦੇ ਨੇ? ਕੌਣ ਡਿਸਾਈਡ, ਤੁਸੀਂ ਦੱਸਦੇ ਹੋ ਜਾਂ ਅਸੀਂ ਸੋਚੀਏ? ਪਹਿਲੀ ਗੱਲ ਤਾਂ ਜਦੋਂ ਬੰਦੇ ਦਾ ਡੈਂਚਰ ਨਹੀਂ ਟੈਕ ਰਿਹਾ ਥੱਲੇ ਵਾਲਾ, ਉਹਨੂੰ ਟਰਬਲ ਆ, ਉਹ ਗਲੂ ਲਾ ਰਿਹਾ, ਜਾਂ ਉਹਨੂੰ ਡੈਂਟਿਸਟ ਨੇ ਕਹਿਤਾ ਤੂੰ ਇੰਪਲਾਂਟ ਹੀ ਲਵਾ ਲੈ, ਇਹ ਤੋਂ ਬਾਅਦ ਹੋਰ ਕੁਛ ਨਹੀਂ ਹੋ ਸਕਦਾ ਤੇਰੇ ਲਈ, ਤੈਨੂੰ ਇੰਪਲਾਂਟ ਲਾਉਣੇ ਪੈਣੇ ਜਾਂ ਗਲੂ ਲਾਉਣੀ ਪੈਣੀ ਆ। ਸੋ ਗਲੂ ਬਹੁਤ ਅਜੀਬ ਚੀਜ਼ ਆ। ਤੁਸੀਂ ਲਾਉਣੇ ਹੋ, ਫਿਰ ਗਰਮ ਪਾਣੀ ਪੀਤਾ, ਗਰਮ ਚਾਹ ਪੀਤੀ, ਉਹ ਲੂਜ਼ ਹੋ ਜਾਂਦੀ ਆ, ਫਿਰ ਲਾਉਣੀ ਪੈਂਦੀ ਆ, ਫਿਰ ਕਲੀਨ ਕਰਨੀ ਪੈਂਦੀ ਆ। ਸੋ ਗਲੂ ਇਜ਼ ਟੈਂਪਰੇਰੀ ਸੋਲਿਊਸ਼ਨ ਕਹਿ ਸਕਦੇ ਹਾਂ। ਇੰਪਲਾਂਟਸ ਹੈਗਾ ਵੀ ਤੁਸੀਂ ਥੱਲੇ ਇੰਪਲਾਂਟ ਲਵਾ ਲਓ ਐਂਡ ਉੱਤੇ ਡੈਂਚਰ ਲਵਾ ਲਓ, ਪਰ ਉਹ ਬਹੁਤ ਐਕਸਪੈਂਸਿਵ ਹੋ ਜਾਂਦਾ ਐਂਡ ਉਹ ਲੌਂਗ ਪ੍ਰੋਸੀਜਰ ਆ। ਇੰਪਲਾਂਟਸ ਪੈਂਦੇ ਆ, ਫਿਰ ਵੇਟ ਕਰਨੀ ਪੈਂਦੀ, ਫਿਰ ਉਹਦੇ ਉੱਪਰ ਆਪਾਂ ਡੈਂਚਰ ਲਾਉਣੇ ਹੈਗੇ ਆ। ਜਿਹੜਾ ਇਹ ਸੈਕਸ਼ਨ ਡੈਂਚਰ ਹੈਗਾ ਇਹ ਆਪਾਂ ਰਾਈਟ ਵੇ ਸਟਾਰਟ ਕਰ ਸਕਦੇ ਹਾਂ। ਤੇ ਮੇਨ ਕੈਂਡੀਡੇਟ ਉਹ ਨੇ ਜਿਹੜੇ ਕਹਿ ਦਿੰਦੇ ਆ ਵੀ ਮੇਰਾ ਥੱਲੇ ਵਾਲਾ ਡੈਂਚਰ ਟਿਕ ਨਹੀਂ ਰਿਹਾ ਹੈਗਾ, ਹਿੱਲੀ ਜਾ ਰਿਹਾ ਹੈਗਾ। ਜਦੋਂ ਸਾਡੇ ਕੋਲ ਆਉਂਦੇ ਹੈਗੇ ਆ, ਓਬਵੀਅਸਲੀ ਮੈਂ ਵੀ ਅਸੈਸਮੈਂਟ ਕਰਦੀ ਹੈਗੀ, ਦੇਖਦੀ ਹਾਂ ਵੀ ਕਿੱਦਾਂ ਕਿਵੇਂ ਕਿੰਨਾ ਹੁੰਦਾ। ਪਰ ਇੰਨਾ ਕੁ ਹੈ ਵੀ ਮੈਂ ਜਿੰਨੇ ਵੀ ਅੱਜ ਤੱਕ ਪੇਸ਼ੈਂਟਸ ਦੇ ਲਾਇਆ ਹੈਗਾ, ਉਹ ਮੈਨੂੰ ਇੱਕ ਸੈਟਿਸਫੈਕਸ਼ਨ ਵਾਲੀ ਲਾਈਨ ਇਹ ਕਹਿ ਦਿੰਦੇ ਆ ਵੀ ਅਸੀਂ ਰੋਟੀ ਖਾਣ ਲੱਗ ਗਏ। ਸੋ ਉੱਥੋਂ ਮੈਨੂੰ ਪ੍ਰੀਟੀ ਮੱਚ ਇਹ ਪਤਾ ਲੱਗ ਜਾਂਦਾ ਕਿ ਮੇਰੀ ਆਊਟਕਮ ਕੀ ਹੋ ਰਹੀ ਹੈ, ਮੈਂ ਕਿੱਥੇ ਸਟੈਂਡ ਕਰ ਰਹੀ ਹਾਂ, ਤੇ ਇਹ ਕਿੰਨਾ ਕੁ ਹੈਲਪ ਕਰ ਰਿਹਾ ਮੇਰੇ ਪੇਸ਼ੈਂਟਸ। ਜੀ ਟੈਸਟਮਨੀਜ਼ ਬੜੀਆਂ ਵਧੀਆ ਨੇ, ਬਹੁਤ ਸਾਡੇ ਨੋਨ ਗਏ ਨੇ ਤੁਹਾਡੇ ਕੋਲ, ਸਰਵਿਸਿਜ਼ ਬੜੀਆਂ ਵਧੀਆ ਨੇ ਜਿਹੜੀਆਂ। ਹਾਂ, ਦੈਟਸ ਵੰਡਰਫੁਲ। ਅੱਛਾ, ਹੁਣ ਇਹ ਦੱਸਿਓ ਵੀ ਉਹ ਜਿਹੜਾ ਪ੍ਰੋਸੀਜਰ ਹੈ ਘੱਟੋ ਘੱਟ 5 ਅਪੁਆਇੰਟਮੈਂਟ ਦਾ, ਉਹਦਾ ਟਾਈਮ ਕੀ ਹੈ? ਕਿੰਨੇ ਸਮੇਂ ਦੇ ਵਿੱਚ ਤੁਸੀਂ ਸੈੱਟ ਕਰ ਦਿੰਦੇ? ਯੂਜੂਅਲੀ ਇੱਕ ਵੀਕ ਦੀ ਅਪੁਆਇੰਟਮੈਂਟ ਹੁੰਦੀ ਹੈਗੀ, ਇੱਕ ਵੀਕ ਬਾਅਦ ਅਪੁਆਇੰਟਮੈਂਟ ਹੁੰਦੀ ਹੈਗੀ ਆ। ਪਰ ਕਈ ਵਾਰੀ ਜੇ ਕੋਈ ਪੇਸ਼ੈਂਟ ਇੱਦਾਂ ਦਾ ਹੁੰਦਾ ਵੀ ਜਿਹੜਾ ਕੁਛ ਨਾ ਕੁਛ ਐਮਰਜੈਂਸੀ ਆ, ਮੈਂ ਕਿਤੇ ਜਾਣਾ ਹੈ ਜਾਂ ਮੈਨੂੰ ਰਸ਼ ਆ, ਦੈਨ ਅਕੋਰਡਿੰਗਲੀ ਮੈਂ ਮੈਨੇਜ ਕਰ ਲੈਂਦੀ ਹੈਗੀ ਹਾਂ ਵੀ ਫਿਰ ਪਹਿਲੀਆਂ 2 ਅਪੁਆਇੰਟਮੈਂਟਸ ਮੈਂ ਛੇਤੀ ਕਰਕੇ, ਫਿਰ ਪਿੱਛੇ ਵਾਲੀਆਂ 'ਚ ਮੈਨੂੰ ਜ਼ਿਆਦਾ ਟਾਈਮ ਚਾਹੀਦਾ ਲੈਬ ਦਾ, ਫਿਰ ਮੈਂ ਉਹਦੇ ਅਕੋਰਡਿੰਗਲੀ ਕਰ ਲੈਂਦੀ ਹਾਂ। ਇਟ ਆਲ ਡਿਪੈਂਡਸ, ਵੀ ਵਰਕ ਅਰਾਊਂਡ ਜਿਵੇਂ ਵੀ ਪੇਸ਼ੈਂਟ ਨੂੰ ਚਾਹੀਦਾ। ਮੈਂ ਵੀਕਐਂਡਸ 'ਤੇ ਵੀ ਕੰਮ ਕਰਦੀ ਹਾਂ, ਬਟ ਆਲਵੇਜ਼ ਬਾਈ ਅਪੁਆਇੰਟਮੈਂਟ ਹੁੰਦਾ ਹੈਗਾ ਮੇਰਾ ਕੰਮ। ਹਾਂਜੀ, ਅਰਲੀ ਮਾਰਨਿੰਗ, ਲੇਟ ਆਵਰਸ,
whatever works. ਤੇ 2 ਹੁਣ ਬ੍ਰਾਂਚਸ ਨੇ ਆਪਣੀ? ਹਾਂਜੀ, ਅੱਛਾ। ਸਰੀ 'ਚ ਆਪਾਂ ਪਹਿਲਾਂ ਕੰਮ ਕਰ ਰਹੇ ਸੀ ਪਿਛਲੇ 2.5 ਸਾਲ ਤੋਂ, ਤੇ ਹੁਣ ਆਪਾਂ ਰੀਸੈਂਟਲੀ ਐਬਸਫੋਰਡ ਖੋਲੀ ਆ। ਉੱਥੇ ਵੀ 2 ਮਹੀਨੇ ਹੋ ਗਿਆ ਮੈਨੂੰ ਰਨ ਕਰਦੇ। ਸੋ ਮੈਨੇਜ ਦੋਨੇ ਜਗ੍ਹਾ ਤੁਸੀਂ ਜਾਂਦੇ ਹੋ ਆਪ? ਹਾਂਜੀ, ਮੈਂ ਹੀ ਜਾਣੀ ਹੈਗੀ ਆ। ਸੋ ਫੋਨ 7786000811 Yeah. ਇਹਦੇ ਤੇ ਅਪਾਇੰਟਮੈਂਟ ਮਿਲਣੀ ਆ ਦੋਨੇ ਬ੍ਰਾਂਚਸ ਦੀ? ਤੁਸੀਂ ਇੱਕ ਹੀ ਰੱਖੋ। ਹਾਂ, ਹਾਂਜੀ, ਇਹਦੇ ਦੈਟਸ ਅ ਤੇ ਬੈਟਰ ਵਨ। Okay. ਹਾਂਜੀ। ਤੇ ਹੋਰ ਕੁਝ ਜਿਹੜਾ ਮੈਂ ਨਾ ਪੁੱਛਿਆ ਹੋਇਆ ਕੁਝ ਐਡ ਕਰਨਾ ਚਾਹੋ? ਸਕਸ਼ਨ ਡੈਂਚਰ ਬਾਰੇ ਮੈਂ ਦੱਸਣਾ ਚਾਹੂੰਗੀ ਕਿ ਇੱਕ ਬੈਟਰ ਡੈਂਚਰਸ ਨੇ, ਬੈਟਰ ਸੀਲ ਬਣਦੀ ਆ ਮੂੰਹ ਦੇ ਵਿੱਚ, ਕਿਉਂਕਿ ਕਲੋਜ਼ ਮਾਊਥ ਟੈਕਨੀਕ ਆ। ਮੈਂ ਦੁਬਾਰਾ ਰਿਪੀਟ ਕਰਨਾ ਚਾਹੂੰਗੀ, ਕਈ ਵਾਰੀ ਸਮਝ ਨਹੀਂ ਆਉਂਦੀ ਹੈਗੀ ਆਪਾਂ ਨੂੰ ਛੇਤੀ ਦੇ ਵਿੱਚ। ਇਹਦੀ ਸਟੇਬਿਲਿਟੀ ਦੂਸਰੇ ਡੈਂਚਰ ਦੇ ਨਾਲੋਂ 80% ਤੱਕ ਜ਼ਿਆਦਾ ਬੈਟਰ ਹੈਗੀ ਆ। ਈਵਨ ਬਿਲਕੁਲ ਫਲੈਟ ਰਿਜਸ ਤੇ। ਫਲੈਟ ਰਿਜਸ ਦਾ ਮਤਲਬ ਹੱਡੀ ਹੈ ਹੀ ਨਹੀਂ, ਜਮਾਂ ਹੀ ਬਹੁਤ flat ਜ਼ਿਆਦਾ ਫਾਇਦੇ ਦੀ ਗੱਲ ਆ। ਬਜ਼ੁਰਗਾਂ ਦੇ ਕਈਆਂ ਨੂੰ ਮੁਸ਼ਕਲ ਆਉਂਦੀ ਆ, ਹਾਂਜੀ, ਖੜਕਦੇ ਨੇ, yeah. ਉਹ 2 ਵਾਰ ਲਵਾ ਕੇ ਵੀ ਉਹ ਕਹਿੰਦੇ ਨੇ ਮੈਂ ਕੰਫਰਟੇਬਲ ਨਹੀਂ। ਹਾਂਜੀ, ਮਤਲਬ ਮੈਂ ਵੀ ਬਣਾ ਰਹੀ ਸੀ ਸਟੈਂਡਰਡ ਡੈਂਚਰਸ, ਤਾਂ ਮੈਨੂੰ ਲੱਗਿਆ ਵੀ ਇਹ ਪ੍ਰੋਬਲਮ ਈਵਨ ਬਿਕਾਜ਼ ਸਟੈਂਡਰਡ ਡੈਂਚਰ ਬੰਦ ਹੀ ਉੱਦਾਂ ਹੈਗੇ ਆ ਜਿਵੇਂ ਸਾਰੇ ਬਜ਼ੁਰਗ ਲਾਏ ਹੋਏ ਆ। ਮੈਂ ਵੀ ਉੱਦਾਂ ਹੀ ਲਾ ਰਹੀ ਸੀ ਤੇ ਉਹ ਲੂਜ਼ ਰਹਿ ਰਹੇ ਸੀ, ਤਾਂ ਮੈਨੂੰ ਲੱਗਿਆ ਵੀ ਮੈਨੂੰ ਕੋਈ ਸੋਲੂਸ਼ਨ ਲੱਭਣਾ ਚਾਹੀਦਾ। ਅੱਛਾ, ਇੱਕ ਸਵਾਲ ਜਿਹੜੀ ਘਰੇ ਮੈਂ ਅਕਸਰ ਪਿਤਾ ਜੀ ਮੇਰੇ ਕਹਿੰਦੇ ਰਹਿੰਦੇ ਆ, ਕਹਿੰਦੇ ਯਾਰ ਉਹਨਾਂ ਦੇ ਵੀ ਲਵਾਏ ਹੋਏ ਆ ਡੈਂਚਰ, ਉਹ ਕਹਿੰਦੇ ਦਰਦ ਹੁੰਦਾ। ਦਰਦ ਫਿਰ ਕਿੱਥੇ ਹੋ ਰਿਹਾ ਹੈ? ਦਰਦ ਇਹੀ ਹੈ ਜੀ, ਦੈਟਸ ਦਾ ਮੇਨ ਰੀਜ਼ਨ। ਜਦੋਂ ਲੂਜ਼ ਰਹਿ ਜਾਂਦੇ ਆ, ਇੱਕ ਤਾਂ ਆਦਤ ਪੈ ਜਾਂਦੀ ਆ ਆਪਣੇ ਮੂੰਹ ਨੂੰ। ਪਹਿਲਾਂ ਲੂਜ਼ ਚੀਜ਼ 2-4 ਮਹੀਨੇ ਲੱਗਦੀ ਆ, ਫਿਰ ਆਪਾਂ ਕਹਿ ਦਿੰਦੇ ਨਹੀਂ ਠੀਕ ਆ। ਆਪਾਂ ਕੰਟੀਨਿਊ ਕਰ ਲੈਂਦੇ ਆ। ਆਪਣਾ ਜਿਹੜੇ ਆਲੇ ਦੁਆਲੇ ਮਸਲ ਹੈਗੇ ਆ ਮੂੰਹ ਦੇ ਆਲੇ ਦੁਆਲੇ, ਉਹ ਮਾਸ ਹੀ ਆ, ਉਹਦੀ ਇੱਕ ਮੈਮਰੀ ਹੁੰਦੀ ਹੈਗੀ ਆ। ਉਹਨੂੰ ਹੌਲੀ ਸਿੱਖ ਲੈਂਦਾ ਵੀ ਮੈਂ ਇਹਨੂੰ ਕੰਟਰੋਲ ਹੀ ਕਰਨਾ। ਉਹ ਮੂੰਹ ਨੂੰ ਕੰਟਰੋਲ ਕਰਨ ਲੱਗ ਜਾਂਦੇ ਆ। ਸੋ ਡੈਂਚਰ ਬਾਹਰ ਨਹੀਂ ਡਿੱਗਣ ਦਿੰਦੇ, ਕਿਉਂਕਿ ਮੂੰਹ ਫੜੀ ਰੱਖਦਾ, ਕੰਟਰੋਲ ਕਰੀ ਰੱਖਦਾ। ਪਰ ਜਦੋਂ ਖਾਂਦੇ ਆ ਤਾਂ ਉਹ ਹਿਲਦਾ। ਜਿੱਦੇ ਇੱਕ ਪਾਸੇ ਪ੍ਰੈਸ਼ਰ ਪੈਂਦਾ ਤਾਂ ਦੂਜੇ ਪਾਸੇ ਉੱਠ ਜਾਂਦਾ, ਫਿਰ ਉਹ ਦੂਜੇ ਪਾਸੇ ਖਾਂਦੇ ਤਾਂ ਦੂਸਰੇ ਪਾਸੇ ਉੱਠ ਜਾਂਦਾ, ਫਿਰ ਉਹ ਰੱਬ ਕਰਦਾ ਆਲ ਅਰਾਊਂਡ ਦਾ ਬੋਨ। ਜਦੋਂ ਰੱਬ ਕਰਦਾ ਹੈਗਾ, ਫਿਰ ਤੁਹਾਨੂੰ ਪੇਨ ਹੁੰਦੀ ਆ, ਫਿਰ ਸੋਰਨੈਸ ਹੁੰਦੀ ਆ। ਫਿਰ ਤਾਂ ਜਾਪਾਨੀ ਬਣਾਉਣਾ ਪਊ ਹੁਣ। ਦੈਟਸ ਦ ਬੈਟਰ ਆਪਸ਼ਨ ਆਈ ਵਿਲ ਸੇ। ਹਾਂਜੀ, ਧੰਨਵਾਦ ਬਹੁਤ ਬਹੁਤ। ਥੈਂਕ ਯੂ ਸੋ ਮਚ। ਤੁਸੀਂ ਆਏ ਤੇ ਗੱਲਬਾਤ ਇਹਦੇ ਬਾਰੇ ਕੀਤੀ, ਤੇ ਇਹਦੇ ਤੇ ਮੈਂ ਹੋਰ ਹੁਣ ਐਮਫਸਾਈਜ਼ ਆਉਣ ਵੇਲੇ ਕਰੂੰਗਾ, ਜਿਹੜੇ ਕਿਉਂਕਿ ਜ਼ਿਆਦਾਤਰ ਬਜ਼ੁਰਗਾਂ ਨੂੰ ਇਹ ਟੈਕਨੀਕ ਬਹੁਤ ਕੰਮ ਕਰੇਗੀ ਫਿਰ। ਹਾਂਜੀ, ਮੈਨੂੰ ਵੀ ਹੋਪ ਹੈਗੀ ਹੈ ਕਿ ਮੇਰੇ ਸਾਰੇ ਪੇਸ਼ੈਂਟਸ ਇਹਦੇ ਤੋਂ ਹੈਲਪ ਲੈਣ। ਮੈਂ ਜਿੰਨੇ ਕੁ ਪੇਸ਼ੈਂਟਸ ਦੇ ਹੁਣ ਤੱਕ ਲਾਇਆ, ਕਿਉਂਕਿ ਮੈਨੂੰ ਵੀ 2 ਹੀ ਮਹੀਨੇ ਹੋਏ ਆ ਸਰਟੀਫਾਈਡ ਹੋਏ ਨੂੰ, ਮੈਨੂੰ ਰਿਜ਼ਲਟ ਬਹੁਤ ਅੱਛੇ ਮਿਲ ਰਹੇ ਹੈਗੇ। ਆਪਾਂ ਸਰਵਿਸ ਨੂੰ ਕਰਾਂਗੇ, ਇਹਦਾ ਸੁਨੇਹਾ ਦੇਵਾਂਗੇ। ਤੇ ਧੰਨਵਾਦ ਜੀ। ਸ਼ੁਭ ਸ਼ਾਮਾ। ਗਗਨ ਚਾਹਲ ਰਜਿਸਟਰਡ ਡੈਂਚਰਿਸਟ ਨੇ ਜੀ। 778 600 0811 778 600 0811 ਇਸ ਤੇ ਹੀ ਅਪਾਇੰਟਮੈਂਟ ਬਣਾਉਣੀ ਆ। 2 ਬ੍ਰਾਂਚਸ ਨੇ ਹੁਣ, ਐਬਸਫੋਰਡ ਤੇ ਸਰੀ ਦੇ ਵਿੱਚ। ਸੋ ਗਗਨ ਚਾਹਲ ਉਹਨਾਂ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਉਹਨਾਂ ਦਾ ਸੁਨੇਹਾ ਅਸੀਂ ਦਿੰਦੇ ਰਹਿੰਦੇ ਹਾਂ। ਫੋਨ ਨੰਬਰ ਭੁੱਲ ਜਾਓ ਤਾਂ ਰਿਸੈਪਸ਼ਨ ਤੇ ਫੋਨ ਕਰਕੇ ਫੇਰ ਲੈ ਲਿਓ। ਧੰਨਵਾਦ ਜੀ, ਤੁਸੀਂ ਆਏ। ਥੈਂਕ ਯੂ ਸੋ ਮਚ। ਥੈਂਕ ਯੂ। ਅੱਜ ਮੇਰੇ ਨਾਲ ਸਾਡਾ ਨੌਜਵਾਨ ਭਲਵਾਨ ਜਸਮੀਤ ਸਿੰਘ ਫੂਲਕਾ। ਤਾਂ ਪਿਛਲੇ ਸਾਲ ਉਹਨਾਂ ਨਾਲ ਗੱਲਬਾਤ ਕੀਤੀ ਸੀ, ਅੱਜ ਫੇਰ ਮੇਰੇ ਨਾਲ ਹੈ। ਪੈਨਮ ਘੁਲ ਕੇ ਆਇਆ ਮੁੰਡਾ, ਤੇ ਗੱਲਬਾਤ ਕਰਦੇ ਹਾਂ। ਜਸਮੀਤ, ਸਵਾਗਤ, ਸਤਿ ਸ੍ਰੀ ਅਕਾਲ। ਮਾਈਕ ਦੇ ਨੇੜੇ ਹੋ ਜਾਓ ਪਲੀਜ਼। ਸਤਿ ਸ੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ ਮੀ। ਠੀਕ ਠਾਕ ਹੈ? ਹਾਂਜੀ, ਵਧੀਆ ਹੈ। ਕਿਵੇਂ ਰਿਹਾ ਪੈਨਮ ਦਾ ਕੰਮ? ਵਧੀਆ ਸੀ। 3 ਮੈਚ ਹੋਏ ਸੀ, ਵਧੀਆ ਟੂਰਨਾਮੈਂਟ ਸੀ। ਪੈਨਮ ਓਬਵੀਅਸਲੀ ਟਫ ਟੂਰਨਾਮੈਂਟ ਹੁੰਦੀ ਆ। ਮੇਰਾ ਪਹਿਲਾ ਮੈਚ ਪੋਰਟੋਰੀਕੋ ਨਾਲ ਸੀ। ਉਹ ਵੀ ਮੁੰਡਾ US ਜੰਮਿਆ ਸੀ, USA ਮਿਹਨਤ ਲਾਉਂਦਾ ਸੀ, ਬਟ ਪੋਰਟੋਰੀਕੋ ਨੂੰ ਰਿਪਰੈਜ਼ੈਂਟ ਕਰਦਾ ਸੀ। ਉਹ ਵਧੀਆ ਮੈਚ ਸੀ। ਉਹਨੂੰ ਜਿੱਤ ਕੇ ਮੇਰਾ ਮੈਚ ਮੈਕਸੀਕੋ ਨਾਲ ਪਿਆ ਸੀ। ਉਹ ਵੀ ਮੁੰਡਾ US ਪ੍ਰੈਕਟਿਸ ਕਰਦਾ ਸੀ, ਉਹ ਵੀ ਵਧੀਆ ਮੈਚ ਹੋਇਆ ਸੀ। ਫਾਈਨਲ ਦਾ ਮੈਚ ਮੈਂ US ਤੋਂ ਹਾਰ ਗਿਆ ਸੀ, ਬਟ ਗੁੱਡ ਸੀ। ਉਹ ਮੁੰਡਾ ਆਈ ਥਿੰਕ ਬੈਸਟ ਰੈਸਲਰ ਆਫ ਆਲ ਟਾਈਮ ਆ। ਅੱਛਾ। 7 ਵਾਰੀ ਵਰਲਡ ਚੈਂਪੀਅਨ, ਓਲੰਪਿਕ ਚੈਂਪੀਅਨ। ਉਹ ਹਿਸਟਰੀ 'ਚ ਜਾਊਗਾ ਬੈਸਟ ਰੈਸਲਰ ਆਫ ਆਲ ਟਾਈਮ। ਦੁਨੀਆ ਦਾ ਮੁੰਡਾ? ਹਾਂਜੀ, ਦੁਨੀਆ ਦਾ ਬੈਸਟ ਰੈਸਲਰ ਆ। ਕਿੱਥੇ ਮਰਜੀ ਚੰਜੋ ਦੁਨੀਆ 'ਚ ਉਹਨੂੰ ਸਾਰੇ ਜਾਣਦੇ ਆ। ਉਹਨਾਂ ਮੇਰੇ 2 ਹੱਥ ਹੋਏ ਆ। ਸੋ ਆਈ ਵਾਸ ਗੁੱਡ। ਮੈਂ ਸਿੱਖਿਆ ਉੱਥੋਂ, ਨਾ ਮੈਨੂੰ ਉੱਥੋਂ ਪਤਾ ਵੀ ਲੱਗਾ ਵੀ ਦਾ ਪਿੱਛਾ ਨਾਲੇ ਆਈ ਥਿੰਕ ਇਟਸ ਇੰਸਪਾਇਰਿੰਗ। ਉਹ 35 ਸਾਲਾਂ ਦਾ ਹੋ ਜਾਣਾ ਦਿਸ ਈਅਰ। ਅਜੇ ਵੀ ਦੁਨੀਆ ਤੇ ਟੌਪ ਤੇ ਆ। ਕੀ ਨਾਮ ਹੈ? ਜੋਰਡਨ ਬਰੋਸ। ਤੇ ਕਿਹੜੀ ਕੈਟਾਗਰੀ 'ਚ ਘੁਲਦਾ ਉਹ 79 ਕਿਲੋ 'ਚ ਹੁਣ ਘੁਲਦਾ ਆ। ਅਸੀਂ 79 'ਚ ਘੁਲੇ ਸੀ, ਪਰ ਓਲੰਪਿਕ ਲਈ 74 ਕਿਲੋ 'ਚ ਆਊਗਾ। ਬਟ ਇਟਸ ਗੁੱਡ ਓਪਰਚੁਨਿਟੀ ਸੀ। ਨਾਲੇ ਐਵਰੀ ਟਾਈਮ ਤੁਸੀਂ ਦਾ ਇੰਟਰਨੈਸ਼ਨਲ ਜਾਂਦੇ। ਫਾਸਟ ਆ, ਬਹੁਤ ਫਾਸਟ ਆ, ਫੁਰਤੀ ਆ। ਆਈ ਥਿੰਕ ਦਿਮਾਗੀ ਵੀ ਉਹ ਆ, ਸਭ ਕੁਛ ਆ। ਆਈ ਥਿੰਕ ਬਹੁਤ ਚਿਰਾਂ ਦਾ ਘੁਲ ਰਿਹਾ ਤੇ ਜਿੱਤ ਰਿਹਾ। ਬਹੁਤ ਚਿਰਾਂ ਦਾ। ਉਹ ਪਹਿਲੀ ਵਰਲਡ ਚੈਂਪੀਅਨਸ਼ਿਪ ਜਿੱਤਿਆ ਸੀ ਆਪਣੀ, ਮੈਂ ਹਾਈ ਸਕੂਲ ਸੀ। ਵਾਹ। ਸੋ ਮੈਂ ਆਪ 30 ਸਾਲਾਂ ਦਾ ਹੋ ਜਾਣਾ, ਉਹ ਅਜੇ ਵੀ ਜਿੱਤੀ ਜਾਂਦਾ ਹੈ। ਤੇ ਕਿੱਥੇ ਹੋਏ ਇਹ ਟੂਰਨਾਮੈਂਟ? ਕਿੱਥੇ? ਇਹ ਅਰਜਨਟੀਨਾ ਹੋਈ ਸੀ। ਅਰਜਨਟੀਨਾ ਹੋਈ ਸੀ। ਹਾਂਜੀ। ਜਦ ਇਸ ਤਰ੍ਹਾਂ ਜਸਮੀਤ ਜਾਣੇ ਹੋ, ਤੇ ਇਹਦੇ ਲਈ ਕੈਨੇਡੀਅਨ ਗਵਰਨਮੈਂਟ ਕੋਈ ਮਦਦ ਕਰਦੀ ਆ? ਤੁਸੀਂ ਸਾਡੇ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਹੋ? ਕਰਦੀ ਆ।
ਪਰ ਥੋੜੇ ਟੂਰਨਾਮੈਂਟ ਵਾਲੇ ਹੁਣ ਕਰਦੀ ਹੈ ਲਾਈਕ ਪੈਨ ਐਮ ਵਰਲਡ ਚੈਂਪੀਅਨਸ਼ਿਪ ਦੇ ਮੋਸਟਲੀ ਕਰਦੀ ਨਹੀਂ ਪਰ ਮੋਸਟਲੀ ਆਪ ਕਰਨੇ ਪਏ ਯੂ نو ਦਾ ਫੈਮਿਲੀ ਸਪੋਰਟ ਨਹੀਂ ਸੀ ਅੱਜ ਤੱਕ ਮੈਂ ਕੋਲ ਨਹੀਂ ਇਸ ਤਰ੍ਹਾਂ ਸੀ ਉਹ ਕਲੀਅਰ ਗੱਲ ਹੈ ਯੂ نو ਕੈਨੇਡਾ ਦੀ ਗਵਰਨਮੈਂਟ ਇਨਫ ਕਰਦੀ ਨਹੀਂ ਐਂਡ ਅਮਰੀਕਾ ਦੀ ਕਰਦੀ ਹੈ ਉਹਦਾ ਬੋਨਸ ਦਿੰਦੀ ਆ ਤੁਸੀਂ ਮੈਰੋ ਲੈ ਕੇ ਆਉਂਦੇ ਉਹਨਾਂ ਨੂੰ ਬੋਨਸ ਪੈਸੇ ਮਿਲਦੇ ਆ ਯੂ نو ਕਿਹੜਾ ਮੁੰਡਾ ਹੁਣ ਮੈਂ ਕੋਲ ਸੀ ਫਾਈਨਲ 'ਚ ਉਹ ਮਿਲੀਅਨਰ ਆ US 'ਚ ਕਮਾਲ ਹੋ ਗਿਆ ਇਕੱਲਾ ਘੁਲਦਾ ਆ ਉਹਨੂੰ ਹੋਰ ਕੋਈ ਜੌਬ ਨਹੀਂ ਵਧੀਆ ਜ਼ਿੰਦਗੀ ਜੀਂਦਾ ਆ ਅੱਛਾ ਇਹਦੀ ਜਿਹੜੀ ਵਰਲਡ ਦੇ ਜਿਹੜੇ ਟੂਰਨਾਮੈਂਟ ਨੇ ਉਹ ਕਿੰਨੇ ਕੋਲੇ ਅੱਜ ਤੱਕ ਆਈ ਥਿੰਕ ਸੋ ਅੱਜ ਤੱਕ ਮੇਰੇ ਤੋਂ 23 ਇੰਟਰਨੈਸ਼ਨਲ ਮੈਡਲ ਆ ਵੈਰੀ ਗੁੱਡ ਕੋਲੇ ਮੇ ਵੀ ਮੈਂ 50 ਹੋਣੇ ਆ ਪਰ ਅੱਛਾ ਤੇ ਉਹ ਕਿਹੜੇ ਸੀ ਸਾਰੇ ਕੋਲੇ ਆ ਹੁਣ ਪੈਨ ਐਮ ਮੈਂ 7-8 ਵਾਰੀ ਚਲ ਗਿਆ ਆ ਕਾਮਨਵੈਲਥ ਗੇਮਾਂ ਨੂੰ ਨਾਲੇ ਚੈਂਪੀਅਨਸ਼ਿਪਾਂ ਨੂੰ 5-6 ਵਾਰੀ ਚਲ ਗਿਆ ਆ ਸੀਨੀਅਰ ਵਰਲਡ ਚੈਂਪੀਅਨਸ਼ਿਪ ਨੂੰ 4 ਵਾਰੀ ਚਲ ਗਿਆ ਆ ਸੋ ਇੱਦਾਂ ਦਾ ਕੋਈ ਟੂਰਨਾਮੈਂਟ ਦੀ ਦੁਨੀਆ 'ਤੇ ਕਿਹੜੇ ਮੈਂ ਨਹੀਂ ਗਿਆ ਅਦਰ ਦੈਨ ਓਲੰਪਿਕ ਗੇਮਸ ਓਲੰਪਿਕ ਵੀ ਜਾਣਾ ਹਾਂਜੀ ਓਲੰਪਿਕ ਵੀ ਜਾਣਾ ਹੀ ਆ ਹਾਂ ਓਲੰਪਿਕ ਕੁਆਲੀਫਾਇਰ ਨੂੰ ਵੀ ਮੈਂ ਪਿਛਲੇ ਸਾਲ 2020 ਥਰਡ ਆ ਗਿਆ ਸੀ ਤੇ ਸੈਕੰਡ ਆ ਗਿਆ ਸੀ ਮੈਂ ਓਲੰਪਿਕ ਜਾਣਾ ਸੀ ਸੋ ਨਿੱਕਾ 19 ਦਾ ਫਰਕ ਰਹਿ ਗਿਆ ਸੀ ਪਰ ਟੂਰਨਾਮੈਂਟ ਮੈਂ ਬਹੁਤ ਕੋਲ ਆਇਆ ਸਾਰੇ ਬਹੁਤ ਭਲਵਾਨਾਂ ਨਾਲ ਕੋਲਿਆ ਵੀ ਆ ਪੈਨਮ ਦੀ ਵੀ ਕੁਆਲੀਫਿਕੇਸ਼ਨ ਹੁੰਦੀ ਹੈ ਜਸਮੀਤ ਹਾਂਜੀ ਸੋ ਇੱਕ ਵਾਰੀ ਅਸੀਂ ਕੈਨੇਡਾ ਜਾਣੇ ਸੋ ਮੈਂ 2020 ਚ ਕੈਨੇਡਾ ਜਿੱਤ ਗਿਆ ਸੀ ਠੀਕ ਹੈ ਉਹਦੇ ਬਾਅਦ ਨੂੰ ਪੈਨ ਐਮਸ ਟਾਪ 3 ਹੋਣਾ ਪੈਂਦਾ ਫਿਰ ਨਹੀਂ ਟਾਪ 2 ਸੌਰੀ ਟਾਪ 2 ਮੈਂ 3 ਆ ਗਿਆ ਸੀ ਸੋ ਟਾਪ 2 ਫਿਰ ਉਹ ਓਲੰਪਿਕ ਤੇ ਸਿਲੈਕਟ ਹੁੰਦੇ ਆ ਅੱਛਾ ਹਾਂ ਸੋ ਹੁਣ ਪੈਨਮ ਤੋਂ ਬਾਅਦ ਅਗਲਾ ਗੋਲ ਕੀ ਹੈ ਹੁਣ ਅਗਲਾ ਗੋਲ ਦਿਸ ਵੀਕਐਂਡ ਮੌਂਟਰੀਅਲ ਵੀ ਟੂਰਨਾਮੈਂਟ ਹੋਣੀ ਆ ਅਗਲਾ ਬਿਗ ਗੋਲ ਆਬਵੀਅਸਲੀ ਓਲੰਪਿਕ ਆ ਕਿਹੜੀ ਪੈਰਿਸ ਵਿੱਚ ਹੋਣੀ ਆ ਹੁਣ ਪਰ ਆਈ ਥਿੰਕ ਅਗਲਾ ਗੋਲ ਕਿਹੜਾ ਸ਼ੋਰਟ ਗੋਲ ਆ ਵਿਆਹ ਹੁਣ ਕਿਹੜੇ ਇੰਟਰਨੈਸ਼ਨਲ ਟੂਰ ਹੋਣੇ ਆ ਵੇ ਇੱਥੋਂ 5-6 ਮੈਡਲ ਲੈ ਕੇ ਆਵਾਂ ਤੇ ਹੁਣ ਤੁਸੀਂ ਦੱਸ ਰਹੇ ਵੀ ਐਵਰੀ ਵੀਕ ਟੂਰਨਾਮੈਂਟ ਐਵਰੀ ਵੀਕ ਇੰਨੇ ਟੂਰਨਾਮੈਂਟ ਹੁੰਦੇ ਯਾ ਐਵਰੀ ਸੈਕੰਡ ਵੀਕ ਸੋ ਮੌਂਟਰੀਅਲ ਜਾਣਾ ਫਿਰ 5-6 ਦਿਨਾਂ ਲਈ ਘਰ ਆਉਣਾ ਫਿਰ ਇਟਲੀ ਜਾਣਾ 5-6 ਦਿਨ ਘਰ ਲਿਆ ਫਿਰ ਟਰਕੀ ਫਿਰ ਸਪੇਨ ਬੁਡਾਪੈਸਟ ਪੋਲੈਂਡ ਨਾਲੇ ਫਿਰ ਰੋਮਾਨੀਆ ਅਮੇਜ਼ਿੰਗ ਸੋ ਉੱਥੇ ਕਿਹੜੇ ਟੂਰਨਾਮੈਂਟ ਹੋ ਰਹੇ ਉਹਨਾਂ ਨੈਸ਼ਨਲ ਟੂਰਨਾਮੈਂਟ ਨੇ ਸਾਰੇ ਇੰਟਰਨੈਸ਼ਨਲ ਟੂਰਨਾਮੈਂਟ ਆ ਇੰਟਰਨੈਸ਼ਨਲ ਟੂਰਨਾਮੈਂਟ ਸਾਰੇ ਇੰਟਰਨੈਸ਼ਨਲ ਕਿਹੜੇ ਸਾਰੀ ਦੁਨੀਆ ਦੇ ਬੈਸਟ ਭਲਵਾਨ ਆਉਗੇ ਨਾਲੇ ਹੁਣ ਓਲੰਪਿਕ ਲੱਗ ਆਈ ਜਾਂਦੇ ਸਾਰੇ ਭਲਵਾਨ ਮੰਗਦੇ ਆ ਸਾਡੇ ਵੱਧ ਤੋਂ ਵੱਧ ਮੈਚ ਆਉਗੇ ਸੋ ਸਾਰੇ ਮੁੰਡੇ ਆਉਗੇ ਜਿਹੜੇ ਹੋਸਟ ਕੰਟਰੀ ਹੁੰਦੇ ਨੇ ਹੋਸਟ ਕਰਦੇ ਨੇ ਉਹ ਕੁਝ ਹੈਲਪ ਕਰਦੇ ਨੇ ਭਲਵਾਨਾਂ ਦੀ ਨਹੀਂ ਮਹਾਰਾਜ ਟਰਾਂਸਪੋਰਟੇਸ਼ਨ ਦੀ ਕਰ ਦਿੰਦੇ ਪਰ ਅਦਰ ਨਹੀਂ ਸੋ ਇਹ ਸਾਰਾ ਖਰਚਾ ਟਰੈਵਲਿੰਗ ਹੋਟਲ ਇਹ ਤਾਂ ਬਹੁਤ ਮਹਿੰਗਾ ਯਾਰ ਮਹਿੰਗਾ ਪੈਂਦਾ ਯਾਰ ਫਿਰ ਇਹਨੂੰ ਕੌਣ ਅਫੋਰਡ ਕਰ ਹੁਣ ਕੌਣ ਹੈਲਪ ਕਰਦਾ ਰਾਈਟ ਨਾਓ ਲਾਈਕ ਆਈ ਸੈਡ ਮੈਨੂੰ ਯੂ نو ਰੱਬ ਦੀ ਮੇਰੇ ਮੈਨੂੰ ਕਿਸੇ ਫੈਮਿਲੀ ਸਪੋਰਟ ਬਹੁਤ ਆ ਹਾਂ ਯੂ نو ਮੈਨੂੰ ਕਿਸੇ ਦੀ ਲੋੜ ਨਹੀਂ ਪਈ ਯੂ نو ਰੱਬ ਨੇ ਮੈਨੂੰ ਬਹੁਤ ਕੁਝ ਦਿੱਤਾ ਆ ਸੋ ਯੂ نو ਆਮ ਫੋਰਚੂਨੇਟ ਮੇਰੇ ਮੰਮੀ ਡੈਡੀ ਯੂ نو ਮੇਰੇ ਲੁੱਕ ਆਫਟਰ ਬਹੁਤ ਕਰਦੇ ਆ ਬਿਲਕੁਲ ਨਾਲੇ ਯੂ نو ਡੈਡੀ ਸਾਨੂੰ ਲੱਕੀ ਹੁਣ ਦੱਸਦੇ ਹੁੰਦੇ ਸੀ ਅਸੀਂ ਸ਼ੌਂਕ ਲਈ ਘੁਲਦੇ ਆ ਪੈਸੇ ਨਾਲ ਨਹੀਂ ਘੁਲਦੇ ਬਿਲਕੁਲ ਠੀਕ ਸਾਨੂੰ ਸ਼ੌਂਕ ਆ ਭਲਵਾਨੀ ਦਾ ਨਾਲੇ ਜਿੰਨੇ ਸਨ ਮੈਂ ਘੁਲਣਾ ਹੈਗਾ ਆ ਮੈਂ ਪੈਸੇ ਨਾਲ ਨਹੀਂ ਘੁਲਦਾ ਨਾ ਮੈਂ ਮੈਡਲ ਨਾਲ ਨਹੀਂ ਘੁਲਦਾ ਮੈਂ ਘੁਲਦਾ ਕਿ ਮੈਨੂੰ ਸ਼ੌਂਕ ਆ ਹੁਣ ਦੱਸ ਰਹੇ ਸੀ ਤੁਸੀਂ ਮਿਨੀਸੋਟਾ ਦੇ ਵਿੱਚ ਟ੍ਰੇਨਿੰਗ ਕਰਦੇ ਹੋ ਉੱਥੇ ਕਿਹਦੇ ਲਈ ਫਿਰ ਕੌਣ ਕੇਅਰ ਕਰਦਾ ਉੱਥੇ ਮਿਨੀਐਪਲਿਸ ਸੋ ਮਿਨੀਸੋਟਾ ਰੈਸਲਿੰਗ ਨਾ ਹੈ ਉੱਥੇ ਮੈਂ ਮਿਨੀਐਪਲਿਸ ਕਿਹੜਾ ਸਕੂਲ ਹੈ ਉੱਥੇ ਮਿਨੀਸੋਟਾ ਯੂਨੀਵਰਸਿਟੀ ਆ ਉੱਥੇ ਮੇਰਾ ਕੋਚ ਆ ਅਮਰੀਕਨ ਚੈਂਪੀਅਨ ਵੀ ਵਾਰੀ ਰਿਹਾ ਆ ਉਹ ਆ ਸਾਰਾ ਲੁੱਕ ਆਫਟਰ ਮੇਰਾ ਉੱਥੇ ਕਰਦਾ ਸੋ ਉੱਥੇ ਮੈਂ ਜਾਂਦਾ ਉਹ ਮੇਰੀ ਮਿਹਨਤ ਕਰਾਉਂਦਾ ਸਾਰਾ ਕੁਝ ਉੱਥੇ ਉਹ ਕਰਾਉਂਦਾ ਆ ਪਿਛਲੇ ਸਾਲ ਨਾਲੋਂ ਐਤਕੀ ਸਰੀਰ ਮੈਨੂੰ ਥੋੜਾ ਜਿਹਾ ਸਲਿਮ ਲੱਗ ਰਿਹਾ ਜਾਂ ਉਸ ਸਮੇਂ ਅਲੱਗ ਫਾਰਮ ਸੀ ਨਹੀਂ ਹੁਣ ਐਕਚੁਅਲੀ ਮੇਰਾ ਪਿਛਲੇ ਸਾਲ ਤੋਂ 12 ਪਾਉਂਡ ਵਧਿਆ ਪਰ ਹੈਜ਼ ਜ਼ਿਆਦਾ ਆਈ ਥਿੰਕ ਮਸਲ ਵਧਿਆ ਟਾਈਟ ਹੋ ਗਿਆ ਜ਼ਿਆਦਾ ਟਾਈਟ ਹੋ ਗਿਆ ਪਰ ਮਿਹਨਤ ਹੁਣ ਪੂਰੀ ਆ ਤਿਆਰੀ ਆ ਆਈ ਥਿੰਕ ਹੈਜ਼ ਉਮਰ ਵੀ ਵਧੀ ਜਾਂਦੀ ਆਈ ਥਿੰਕ ਸਰੀਰ ਆਪ ਵੀ ਥੋੜਾ ਸਲਿਮ ਹੋ ਜਾਂਦਾ ਥੋੜਾ ਬੋਡੀ ਮੈਚੁਰਡ ਹੋਈ ਜਾਂਦੀ ਆ ਹੁਣ ਮੈਂ ਅਕਤੂਬਰ 30 ਸਾਲਾਂ ਦਾ ਹੋ ਜਾਣਾ ਸੋ ਆਈ ਥਿੰਕ ਮੈਂ ਹੁਣ ਪੂਰੀ ਪੀਕ 'ਚ ਹੋਣ ਲੱਗਾ ਐਂਡ ਆਈ ਫੀਲ ਗੁੱਡ ਵੈਰੀ ਗੁੱਡ ਤੇ ਡਾਈਟ ਦੇ ਵਿੱਚ ਕੀ ਚੱਲ ਰਿਹਾ ਡਾਇਟਸ ਆਈ ਥਿੰਕ ਸਪੈਸੀਫਿਕ ਡਾਇਟ ਆ ਪਰ ਲੋਟਸ ਸਾਰਾ ਕੁਝ ਖਾਈ ਜਾਂਦਾ ਮੰਮੀ ਜੀ ਯੂ نو ਬਹੁਤ ਫਿਕਰ ਕਰਦੇ ਹੁੰਦੇ ਆ ਯੂ نو ਉਹ ਬੈਨ ਨਹੀਂ ਦਿੰਦੇ ਯੂ نو ਮਾਰਾ ਜਾ ਬਹਿੰਦਾ ਕਹਿੰਦੇ ਆ ਖਾ ਰਾ ਸੋ ਯੂ نو ਇਟਸ ਗੁੱਡ ਆਈ ਥਿੰਕ ਸਾਰਾ ਕੁਝ ਖਾਈ ਜਾਂਦੇ ਆ ਪਰ ਵਧੀਆ ਖਾਣਾ ਨਾਲੇ ਯੂ نو ਆਫਟਨ ਜਸਮੀਤ ਜਿਹੜਾ ਪੁਰਾਣਾ ਭਲਵਾਨਾਂ ਦੇ ਪੜ੍ਹਦੇ ਹੁੰਦੇ ਅਸੀਂ ਵੱਡੇ ਭਲਵਾਨ ਜਿਹੜੇ ਮਿੱਟੀ ਦੇ ਅਖਾੜੇ 'ਚ ਘੁਲਦੇ ਪੰਜਾਬ 'ਚ ਮੇਰੇ ਕੋਲ ਕਿਤਾਬ ਪਈ ਆ 5 ਕਿਲੋ ਮੀਟ ਦੀ ਯਖਣੀ ਬਦਾਮ ਸਵੇਰੇ ਖਸਖਸ ਉਹੋ ਜਿਹੀਆਂ ਚੀਜ਼ਾਂ ਤੁਸੀਂ ਨਹੀਂ ਲੈਂਦੇ ਇਹ ਡਿਫਰੈਂਸ ਕੀ ਹੈ ਡਿਫਰੈਂਸ ਹੁਣ ਪਹਿਲੀਆਂ ਦਿਨਾਂ 'ਚ ਮੈਂ ਇਹਨਾਂ ਖਾਣ ਨੂੰ ਮਿਲਦਾ ਵੀ ਨਹੀਂ ਸੀ ਲਾਈਕ ਡਿਫਰੈਂਸ ਸੀ ਸਾਰਾ ਕੁਝ ਹੁਣ ਇੱਥੇ ਸਾਰਾ ਕੁਝ ਐਕਸੈਸਿਬਲ ਆ ਹੁਣ ਮੈਂ ਸਵੇਰੇ ਉੱਠ ਕੇ 4 ਅੰਡੇ ਖਾ ਲਏ ਟੋਸਟ ਹੈਸ਼ ਬਰਾਊਨ ਐਵੋਕਾਡੋ ਸ਼ੇਕ ਮਿਲ ਲਿਆ ਇੱਕ 2 ਘੰਟੇ ਬਾਅਦ ਨੂੰ ਮੈਂ ਸਬਵੇ ਵੀ ਖਾ ਲਿਆ ਲਾਈਕ ਹੁਣ ਅਜੇ 12 ਵੀ ਨਹੀਂ ਵੱਜੇ ਮੈਂ 3-4 ਵਾਲੀ ਖਾ ਲਿਆ ਵੈਰੀ ਗੁੱਡ ਪਰ ਪਹਿਲਾਂ ਜ਼ਮਾਨੇ 'ਚ ਆਈ ਥਿੰਕ ਇਟਸ ਹਾਰਡਰ ਸੀ ਫੂਡ ਇੰਨਾ ਐਕਸੈਸਿਬਲ ਨਹੀਂ ਸੀ ਯੂ نو ਤੁਸੀਂ ਕੀ ਖੇਤਾਂ ਸੀ ਉਹੀ ਖਾਣਾ ਸੀ ਇੰਨੇ ਲਾਈਕ ਹੱਟੀਆਂ ਵੀ ਨਹੀਂ ਹੁੰਦੀਆਂ ਸੀ ਸੋ ਹੁਣ ਸਾਰਾ ਕੁਝ ਐਕਸੈਸਿਬਲ ਜ਼ਿਆਦਾ ਆ
ਟ੍ਰੇਨਿੰਗ ਕਿੰਨੇ ਚਿਰ ਦੀ ਹੈ ਹਰ ਰੋਜ਼? ਐਵਰੀ ਡੇ, ਮੀਂਹ ਹਨੇਰੀ, ਡਜ਼ਨਟ ਮੈਟਰ। ਪਰ ਆਈ ਥਿੰਕ ਹੁਣ ਮੇਰੀ ਉਮਰ ਹੋ ਗਈ, ਮੈਂ ਆਈ ਥਿੰਕ ਮੈਂ ਟ੍ਰੇਨਿੰਗ ਤੋਂ ਬਿਨਾਂ ਰਹਿ ਵੀ ਨਹੀਂ ਸਕਦਾ। ਹੁਣ ਮੇਰਾ ਜੀ ਆਪ ਕਰਦਾ। ਉਹ ਅਸੀਂ ਨਿੱਕੇ ਹੁੰਦੇ ਹਾਂ ਵਿੱਚ ਸਮਟਾਈਮਸ ਅਸੀਂ ਸੋਚਦੇ ਹੁਣ ਮਿਹਨਤ ਲਾਈ ਜਾਣੀ, ਪਰ ਹੁਣ ਤਾਂ ਦੀ ਉਮਰ ਵਧੀ ਜਾਂਦੀ। ਆਈ ਲਵ, ਮੈਂ ਆਪਣੀ ਲਵ ਕਰਦਾ ਮੈਂ 2-3 ਘੰਟੇ ਸਵੇਰੇ ਜਾਂਦਾ, ਫਿਰ ਵਧੀਆ ਦਿਨ ਸਟਾਰਟ ਹੁੰਦਾ। ਤੇ ਹੁਣ ਉਹਦੇ ਵਿੱਚ ਟ੍ਰੇਨਿੰਗ ਦੇ ਵਿੱਚ ਕੀ ਆ? ਸਭ ਕੁਛ ਆ। ਸੋ ਰਨਿੰਗ, ਲਿਫਟਿੰਗ, ਭਰਾਉਣੀ ਕਰਨੀ, ਦਿਮਾਗ ਦੀ ਟ੍ਰੇਨਿੰਗ ਵੀ ਕਰਨੀ ਪੈਂਦੀ ਆ, ਸਰੀਰ ਸਭ ਕੁਛ ਨਹੀਂ ਮੈਂ ਕਿਹੜਾ ਸਰੀਰ ਜਾਂ ਫਿਜ਼ੀਕਲ ਆਈ ਥਿੰਕ 10% ਆ, 90% ਤਾਂ ਮਨ 'ਚ ਆ। ਓ ਮਾਈ ਗॉड, ਤਾਂ ਤੁਸੀਂ ਸੋਚਦੇ ਹੋ ਤੁਸੀਂ ਕੁਛ ਕਰ ਦੱਸਦੇ, ਤੁਸੀਂ ਕਰ ਦੱਸਦੇ ਹੋ। ਜਸਮੀਤ, ਮੈਂ ਤਾਂ ਇੱਥੇ ਹੀ ਦੇਖੇ ਨੇ, ਬਹੁਤ ਪ੍ਰੈਸ਼ਰ ਹੈ ਬਾਹਰੋਂ, ਕੋਚ ਬੋਲ ਰਿਹਾ, ਪੇਰੈਂਟਸ ਬੋਲ ਰਹੇ ਨੇ, ਤੇ ਦੂਜੇ ਬੰਨੇ ਜਦ ਤੁਸੀਂ ਘੁਲ ਰਹੇ ਹੁੰਦੇ ਹੋ ਬਾਹਰਲਾ ਕਿੰਨਾ ਕੁ ਸੁਣਦੇ ਹੋ? ਹੁਣ ਕਿੱਥੇ ਮੈਂ ਆ ਗਿਆ, ਮੈਂ ਕਦੀ ਬਾਹਰ ਦਾ ਸੁਣਿਆ ਨਹੀਂ। ਮੈਂ ਤਾਂ ਹੁਣ ਕੋਚ ਤੋਂ ਬਿਨਾਂ ਵੀ ਘੁਲ ਦੱਸਦਾ। ਆਈ ਥਿੰਕ ਮੈਂ ਇੱਦਾਂ ਸੋਚਦਾ ਪ੍ਰੈਸ਼ਰ ਨਹੀਂ, ਮੈਂ ਪ੍ਰਿਵਿਲੇਜ ਆ। ਪ੍ਰੈਸ਼ਰ ਦਾ ਆਈ ਡੋਂਟ ਸੀਮ ਲਾਈਕ ਦੈਟ। ਪ੍ਰਿਵਿਲੇਜ ਹੈ, ਰੱਬ ਨੇ ਮੈਨੂੰ ਮੌਕਾ ਦਿੱਤਾ ਹੋਵੇ ਇੱਦਾਂ ਮੈਦਾਨ 'ਚ ਜਾਣਾ ਹੋਵੇ, ਸਾਰੇ ਉੱਪਰ ਮੇਰੇ ਉੱਪਰ ਬਾਹਰੋਂ ਐਡਵਾਈਸ ਦਿੰਦੇ ਆ। ਮੈਂ ਆਪਣੀ ਕਿਸਮਤ ਬੜਾ ਸਮਝਦਾ ਆ। ਆਈ ਡੋਂਟ ਥਿੰਕ ਪ੍ਰੈਸ਼ਰ ਨਹੀਂ ਗਾ ਕਿ ਹੁਣ ਮੈਂ ਇੰਨਾ ਵਾਲੀ ਘੁਲਿਆ ਆਇਆ। ਮੈਂ ਤਾਂ ਹੁਣ ਮੈਂ 10 ਸਾਲਾਂ ਦਾ ਸ਼ੁਰੂ ਕੀਤਾ ਸੀ, 20 ਸਾਲ ਤਾਂ ਮੈਨੂੰ ਹੋ ਗਏ ਘੁਲਦੇ ਨੂੰ। ਐਵਰੀ ਡੇ ਮੈਂ ਘੁਲਦਾ, ਮੈਨੂੰ ਮੇਰੇ ਸਰੀਰ ਨੂੰ ਆਪ ਪਤਾ ਕੀ ਕਰਨਾ। ਹੁਣ ਤਾਂ ਲੱਗ ਗਿਆ ਸਰੀਰ ਨੂੰ। ਹੁਣ ਸੋਚਣਾ ਨਹੀਂ ਵੀ ਕਰਨਾ ਹੀ ਆ। ਜ਼ਿਆਦਾ ਤੁਸੀਂ ਸੋਚੀ ਜਾਂਦੇ ਫਿਰ ਜ਼ਿਆਦਾ ਪ੍ਰੈਸ਼ਰ ਪੈਂਦਾ। ਰੋਡ ਟੂ ਜਿਹੜੀ ਆਪਣੇ ਓਲੰਪਿਕ ਹੈ, ਓਲੰਪਿਕਸ ਦਾ ਹੁਣ ਰਸਤਾ ਕਿਵੇਂ ਆ, ਕੀ ਆਉਣਾ? ਸੋ ਦਸੰਬਰ ਸਾਡੇ ਓਲੰਪਿਕ ਟ੍ਰਾਇਲ ਹੋਣੇ ਆ। ਉਹਦੇ ਬਾਅਦ ਨੂੰ ਪੈਨ ਐਮ ਚੈਂਪੀਅਨਸ਼ਿਪ ਹੋਣੀ ਹੈ ਮਾਰਚ ਵਿੱਚ। ਉੱਥੇ ਨਹੀਂ ਤੁਸੀਂ ਕੁਆਲੀਫਾਈ ਹੁੰਦੇ, ਫਿਰ 2 ਕੁਆਲੀਫਿਕੇਸ਼ਨ ਟੂਰਨਾਮੈਂਟ ਹੁੰਦੇ ਇੰਟਰਨੈਸ਼ਨਲੀ। ਫਿਰ ਉਹਦੇ ਬਾਅਦ ਨੂੰ ਓਲੰਪਿਕ ਆ ਅਗਸਤ ਵਿੱਚ। ਸੋ ਹੁਣ ਜਿਹੜੀ ਪੈਨਮ ਘੁਲ ਕੇ ਆਏ ਹੋ, ਅਗਲੇ ਸਾਲ ਫੇਰ ਘੁਲਣੀ ਆ? ਹਾਂਜੀ। ਤੇ ਉਦੋਂ ਬਾਅਦ ਜਿਹੜੀ ਟਰਾਇਲਸ ਹੋਣੀਆਂ ਦਸੰਬਰ ਦੇ ਵਿੱਚ, ਉਹਦੇ 'ਚ ਕਿਸ ਤਰ੍ਹਾਂ ਕੀ ਕਰਦੇ ਆ ਫਿਰ? ਉੱਥੇ ਫਿਰ ਟੂਰਨਾਮੈਂਟ ਹੁੰਦੀ ਆ ਨਾ, ਫਿਰ ਉੱਥੇ ਕੈਨੇਡਾ ਦਾ ਰਿਪਰੈਜ਼ੈਂਟੇਟਿਵ ਚੁਣਨਾ ਉਹਨਾਂ ਨੇ, ਕਿਹੜਾ ਉਹ ਜਿੱਤਦਾ ਫਿਰ ਉਹ ਕੈਨੇਡਾ ਦਾ ਰਿਪਰੈਜ਼ੈਂਟੇਟਿਵ ਲਿਆ। ਸੋ 2 ਲੈਣਗੇ ਜਾਂ ਇੱਕ ਹੀ ਲਾਉਗੇ? ਇੱਕੋ ਹੀ ਲੈਣਾ, ਇੱਕ ਹੀ ਲੈਂਦੇ ਆ। ਸੋ ਉਹ ਤੁਹਾਨੂੰ ਵਿਨ ਕਰਨੀ ਪੈਂਦੀ, ਉਹ ਹੈਵ ਟੂ ਵਿਨ ਕਰਨੇ ਪੈਂਦੇ। ਜੇ ਇਹ ਨਹੀਂ ਵਿਨ ਕੀਤੀ, ਪੈਨਮ ਵਿਨ ਕਰ ਲਈ, ਫਿਰ ਵੀ ਨਹੀਂ ਜਾ ਸਕਦੇ। ਫਿਰ ਤੁਸੀਂ ਪੈਨਮ ਜਾ ਨਹੀਂ ਸਕਦੇ। ਸੋ ਪੈਨਮ ਨੂੰ ਇੱਕ ਹੀ ਬੰਦਾ ਜਾਂਦਾ ਦੇਸ਼ ਦਾ। ਓਕੇ, ਇਹਦੇ 'ਚ ਜਿੱਤਣ ਵਾਲਾ ਪੈਨਮ ਜਾਊਗਾ। ਹਾਂ ਬਸ। ਸੋ ਪੈਨਮ ਤੋਂ ਬਾਅਦ ਫਿਰ ਤੁਸੀਂ ਉੱਥੇ ਕੁਆਲੀਫਾਈ ਕਰਨੇ, ਫਿਰ ਓਲੰਪਿਕ ਆ। ਜੇ ਤੁਸੀਂ ਨਹੀਂ ਹੁੰਦੇ, ਲਾਈਕ 2020 ਮੈਂ ਉੱਥੇ ਨਹੀਂ ਹੋਇਆ ਸੀ, ਫਿਰ ਮੈਨੂੰ ਕੁਆਲੀਫਿਕੇਸ਼ਨ ਟੂਰਨਾਮੈਂਟ ਨੂੰ ਜਾਣਾ ਪਿਆ ਸੀ। ਉੱਥੇ ਸਾਰੀ ਦੁਨੀਆ ਆਉਂਦੀ ਆ, ਪਰ ਉਹ ਟਫ ਟੂਰਨਾਮੈਂਟ ਤਾਂ ਹੁੰਦੀਆਂ ਆ। ਪੈਨਮ ਉੱਥੋਂ ਈਜ਼ੀ ਰਿਹਾ ਕਿਉਂਕਿ ਫਿਰ ਉਹ ਸਾਰੀ ਦੁਨੀਆ ਆ ਜਾਂਦੀ ਆ, ਫਿਰ ਉਹ ਥੋੜਾ ਟਫ ਟੂਰਨਾਮੈਂਟ ਵੀ ਹੁੰਦੀਆਂ ਆ। ਸੋ ਓਲੰਪਿਕ ਤੋਂ ਪਹਿਲਾਂ ਇੱਕ ਤਾਂ ਪੈਨਮ ਹੋ ਗਿਆ, ਹੋਰ ਕਿਹੜਾ ਟਾਈਮ ਹੋਊਗਾ? ਪੈਨਮ 'ਚ ਵਿਨ ਕਰ ਗਏ ਕਾਮਨਵੈਲਥ ਵੀ ਜਾਣਾ ਪਊਗਾ ਫਿਰ? ਨਹੀਂ, ਉਹ ਨਹੀਂ, ਉਹ ਕੁਆਲੀਫਿਕੇਸ਼ਨ ਟੂਰਨਾਮੈਂਟ ਨਹੀਂ। ਉਹ ਵੈਸੇ ਪਰ ਹੋਏਗਾ, ਫਿਰ ਨਹੀਂ ਜਾਣਾ। ਪੈਨਮ ਜਿੱਤਣ ਤੋਂ ਬਾਅਦ ਤਾਂ ਫਿਰ ਟ੍ਰੇਨਿੰਗ ਹੀ ਹੋਏਗੀ। ਨਹੀਂ, ਟੂਰਨਾਮੈਂਟ ਨੂੰ ਜਾਊਂਗੇ ਉਹਦਾ ਫਿਰ ਐਵਰੀ ਪ੍ਰੋਨ ਦੇ ਪ੍ਰੋਨ ਬਾਈ ਪ੍ਰੋਨ ਆ। ਕੋਈ ਸੋਚੂਗਾ ਵੀ ਘੋੜਨਾ, ਥੋੜੇ ਨਹੀਂ ਸੋਚੂਗੇ, ਇਟਸ ਅਪ ਟੂ ਯੂ। ਪਰ ਉਹ ਫਿਰ ਕਿੱਦਾਂ, ਫਿਰ ਤਾਂ ਆਗਸਟ ਦੀ ਤਿਆਰੀ ਆ, ਕਿੱਦਾਂ ਤੁਹਾਨੂੰ ਲੱਗਦੀ ਵੀ ਤੁਹਾਡੀ ਵਧੀਆ ਤਿਆਰੀ ਹੋਊਗੀ, ਤੁਸੀਂ ਕਰ ਦੱਸਦੇ। ਅੱਛਾ, ਇਹ ਦੱਸਿਓ ਵੀ ਹੁਣ ਲੋਕਲ ਇੱਥੇ ਰਹਿੰਦੇ ਆ, ਬਿਸਫੁਰ 'ਚ ਰਹਿੰਦੇ, ਸਰੀ 'ਚ ਦੇਖਦੇ, ਤੇ ਨੌਜਵਾਨਾਂ ਨੂੰ ਕੀ ਸੁਨੇਹਾ? ਤੁਸੀਂ ਅੱਜ ਜਿਹੜੀ ਗੱਲ ਕਰ ਰਹੇ ਸੀ, ਮੈਂ ਸਰਜੈਂਟ ਖੋਸਾ ਉਹਨਾਂ ਨੇ ਪਿਛਲੇ ਦਿਨ ਤੁਹਾਡੇ ਬਾਰੇ ਜਾਂ ਗੱਲ ਕੀਤੀ, ਮੈਂ ਕਿਹਾ ਜਸਮੀਤ ਆ ਕੇ ਗਿਆ, ਕੀ ਮਨ ਦੇ ਵਿੱਚ ਆ, ਕਮਿਊਨਿਟੀ ਲਈ ਕੁਛ ਸ਼ੁਰੂ ਕਰਨਾ ਚਾਹੁੰਦੇ ਹੋ? ਆਈ ਥਿੰਕ ਹੁਣ ਮੈਂ ਨਿੱਕਾ ਹੁੰਦਾ ਸੀ, ਮੈਂ ਆਹੀ ਸੋਚਦਾ ਸੀ ਵੀ ਮੈਨੂੰ ਆਹ ਮੈਂ ਜਿੱਤ ਲਿਆ, ਮੈਂ ਆਹ ਜਿੱਤ ਲਿਆ। ਪਰ ਉਸ ਮੇਰੀ ਉਮਰ ਵਧੀ ਗਈ, ਮੈਂ ਸੋਚਿਆ ਮੈਂ ਆਪਣੇ ਆਪ ਨੂੰ ਨਹੀਂ ਜਿੱਤਦਾ, ਮੈਂ ਕਮਿਊਨਿਟੀ 'ਤੇ ਜਿੱਤਦਾ ਨਾ। ਮੈਨੂੰ ਰੱਬ ਨੇ ਇੱਦਾਂ ਮੌਕਾ ਦਿੱਤਾ ਵੀ ਜਿੱਤ ਕੇ ਕੁਛ ਕਰਾਂ ਮੈਂ। ਤੁਸੀਂ ਜਿੱਤ ਕੇ ਆਉਂਦੇ ਤੁਹਾਡੇ ਉੱਪਰ ਅੱਖਾਂ ਬਹੁਤ ਹੁੰਦੀਆਂ ਆ। ਨਾਲੇ ਮੈਂ ਯੰਗ ਹੁੰਦਾ ਸੀ, ਮੈਂ ਸਮਟਾਈਮ ਦੇਖਦਾ ਹੁੰਦਾ ਸੀ ਵੀ ਕੋਈ ਵੀ ਗੇਮ ਦੇ ਕੋਈ ਜਿੱਤ ਕੇ ਆਉਂਦਾ, ਉਹ ਐਥਲੀਟ ਆਪਣੇ ਆਪ ਲਈ ਯੂਜ਼ ਕਰਦਾ ਸੀ ਵੀ ਮੈਨੂੰ ਸਪੋਰਟ ਕਰੋ। ਤਾਂ ਆਪਣੇ ਆਪ ਦੇ ਸੋਚਦਾ ਸੀ, ਮੈਂ ਆਪਣੇ ਆਪ ਨੂੰ ਇੱਦਾਂ ਸੋਚਦਾ ਸੀ ਤਾਂ ਮੈਨੂੰ ਮੌਕਾ ਮਿਲਿਆ, ਮੈਂ ਆਪਣੇ ਆਪ ਦੇ ਨਹੀਂ ਸੋਚਣਾ, ਮੈਂ ਲੋਕਾਂ ਦਾ ਸੋਚਣਾ। ਸੋ ਹੁਣ ਮੈਂ ਆਹ ਸ਼ੁਰੂ ਕਰਨ ਦਾ ਮੰਗਦਾ ਵੇ ਆਪਾਂ ਨਿਆਣਿਆਂ ਨੂੰ ਐਜੂਕੇਟ ਕਰੀਏ, ਪੇਰੈਂਟ ਨੂੰ ਐਜੂਕੇਟ ਕਰੀਏ, ਬਿਕਾਜ਼ ਆਈ ਥਿੰਕ ਐਜੂਕੇਸ਼ਨ ਦੀ ਬਹੁਤ ਲੋੜ ਹੈ ਸਾਡੀ ਕਮਿਊਨਿਟੀ 'ਚ ਰਾਈਟ ਨਾਓ। I think sports ਵਿੱਚ even in general life 'ਚ drug ਦਾ gang ਸਾਰਾ ਕੁਝ ਬਹੁਤ ਚੱਲਦਾ ਆ। and I think ਸਾਡੀ community 'ਚ ਬਹੁਤ ਵਧੀਆ ਚੀਜ਼ਾਂ ਆ, ਬਹੁਤ ਸਪੋਰਟਸਮੈਨ ਫਾਇਦਾ ਹੋਸਟ ਤੇ ਬਹੁਤ ਐਜੂਕੇਸ਼ਨ ਫੀਲਡ 'ਚ ਬਹੁਤ ਗੁੱਡ ਵੀ ਹੁੰਦਾ ਆ। but I think sometimes ਐਜੂਕੇਸ਼ਨ ਦੀ ਵੀ ਲੋੜ ਆ। and I think sometimes ਤੁਸੀਂ ਆਪਣੀ ਸਟੋਰੀ ਸ਼ੇਅਰ ਕਰਦੇ, ਤੁਸੀਂ ਇੰਸਪਾਇਰ ਕਰਦੇ ਸੀ ਕਿਸੇ ਨੂੰ। so ਮੈਂ ਨਿੱਕਾ ਹੁੰਦਾ ਸੀ, ਮਿਲਲੇ ਹੌਟ ਸੀ, ਮੈਨੂੰ ਕੋਈ ਰੋਲ ਮਾਡਲ ਮਿਲਦਾ ਨਹੀਂ ਸੀ, ਮੈਂ ਦੇਖ ਦੱਸਦਾ। ਪਰ ਮੈਂ ਨਿਆਣਿਆਂ ਨੂੰ ਕੁਛ ਦਿਖਾਉਣਾ ਮੰਗਦਾ ਵੀ ਮੈਂ ਵੀ ਨਿੱਕੇ ਜਿਹੇ ਸੁਪਨੇ ਤੋਂ ਸ਼ੁਰੂ ਹੋਇਆ ਸੀ। ਮੇਰੇ ਫੈਮਿਲੀ 'ਚ ਕੋਈ ਨਹੀਂ ਘੁਲਦਾ ਸੀ, ਮੈਂ ਪਹਿਲਾਂ ਮੇਰਾ ਭਰਾ ਲੱਗਾ ਮੇਰੇ ਤੋਂ ਪਹਿਲਾਂ, ਉਹਦੇ ਬਾਅਦ ਨੂੰ ਮੈਂ ਲੱਗਾ। ਕਿੱਥੇ ਮੈਂ ਜਾਂਦਾ ਹੁੰਦਾ ਸੀ,
ਸਾਡੀ ਕਮਿਊਨਿਟੀ 'ਚ ਕਦੇ ਵੀ ਮੈਂ ਜਾਣਾ, ਮੈਨੂੰ ਸਾਰੇ ਮੇਰੇ ਭਰਾ ਨੂੰ ਦੇਖ ਕੇ ਕਹਿੰਦੇ ਸੀ ਇਹ ਭਲਵਾਨ ਆ, ਇਹਦਾ ਸਾਰਾ ਸਰੀਰ ਭਾਰਾ ਸੀ। ਮੈਨੂੰ ਕੋਈ ਨਹੀਂ ਕਹਿੰਦਾ ਸੀ ਵੀ ਤੂੰ ਭਲਵਾਨ ਬਣਨਾ, ਕੋਈ ਕਹਿੰਦੇ ਸੀ ਵੀ ਇਹ ਥੋੜ੍ਹਾ ਪਤਲਾ ਆ ਵੇ। ਮੈਂ ਆਪਣੇ ਮਿਹਨਤ ਨਾਲ, ਆਪਣੇ ਹਾਰਡ ਵਰਕ ਨਾਲ ਇੱਥੇ ਆਇਆ। ਕੋਈ ਕਹਿੰਦਾ ਨਹੀਂ ਵੀ ਤੂੰ ਭਲਵਾਨ ਵੱਡਾ ਬਣ ਜਾਣਾ, ਫਿਰ ਆਪ ਬਣ ਕੇ ਫਿਰ ਲੋਕੀ ਬਾਅਦ ਨੂੰ ਵੀ ਹਾਂ ਤੂੰ ਹੁਣ ਭਲਵਾਨ ਬਣ ਗਿਆ, ਫਿਰ ਲੋਕੀ ਨਾਲ ਰਲ ਜਾਂਦੇ ਆ। ਸਰੀਰ ਵੱਡਾ ਨਹੀਂ ਸੀ ਨਹੀਂ ਪਰ ਆਈ ਜਸਟ ਵਾਂਟ ਟੂ ਸੇ ਇਹਨਾਂ ਨੂੰ ਕਹਿਣਾ ਮੰਗਦਾ ਵੇ ਇਨ ਲਾਈਫ ਐਨੀਥਿੰਗਸ ਪੋਸੀਬਲ। ਤਾਂ 20 ਸਾਲ ਪਿੱਛੇ ਮੈਨੂੰ ਕੋਈ ਕਹਿੰਦਾ ਵੇ ਤੂੰ ਇੱਥੇ ਖੜਨਾ, ਕਿਸੇ ਨੇ ਨਹੀਂ ਕਹਿਣਾ ਸੀ। ਬਿਲਕੁਲ ਅੱਜ ਵਰਲਡ ਲੈਵਲ ਦਾ ਭਲਵਾਨ ਤਾਂ ਕੋਈ ਕਿਸੇ ਨੇ ਬੈਟ ਕਰਨਾ ਪੈਣਾ ਸੀ, ਕਹਿੰਦੇ ਸੀ ਮੇਰਾ ਭਰਾ 4 ਮੀਲ ਬਣੂਗਾ, ਉਹਦਾ ਸਰੀਰ ਹੀ ਮੇਰੇ ਤੋਂ ਵੱਡਾ ਸੀ, ਉਹਦੀ ਮੈਂ ਤੋਂ ਉਹ ਟਾਈਮ ਤੇ ਬੈਟਰ ਸੀ। ਪਰ ਕਿਹੜੇ ਬੰਦੇ ਨੇ ਆਈ ਥਿੰਕ ਉਹੀ ਕਹਿਣਾ ਮੰਨਦਾ ਹਾਰਡ ਵਰਕ, ਡੈਡੀਕੇਸ਼ਨ, ਦਿਸ ਐਨੀਥਿੰਗ ਸਮਟਾਈਮਸ ਤੁਸੀਂ ਯੰਗ ਐ, ਤੁਸੀਂ ਲੋਕਾਂ ਦੀਆਂ ਗੱਲਾਂ 'ਚ ਉਹ ਇਨਫਲੂਐਂਸ ਕਰ ਦਿੰਦੇ ਆ, ਫਿਰ ਤੁਹਾਨੂੰ ਬਿਲੀਵ ਨਹੀਂ ਕਰਦੇ ਤੁਸੀਂ ਕਰ ਦੱਸਦੇ ਆ। ਅੱਛਾ, ਜਿਹੜੀ 20 ਸਾਲ ਪਹਿਲਾਂ ਰੈਸਲਿੰਗ ਦਾ ਕਿੰਨਾ ਹੁਣ ਕਿੰਨੇ ਕੁ ਬੱਚੇ ਆਪਣੇ ਕੋਲ ਰਹੇ ਤੇ ਤੁਹਾਡੇ ਵੇਲੇ ਕਿੰਨੇ ਕੁ ਸੀ? ਹੁਣ ਕਾਫੀ ਘੁਲਦੇ ਆ, ਮੇਰੇ ਬਣੇ ਵੀ ਬਹੁਤ ਆਈ ਥਿੰਕ ਘੁਲਦੇ ਮੁੰਡੇ ਬਹੁਤ। ਸਾਡੀ ਹੁਣ ਮੇਰਾ ਫੋਕਸ ਆਹੀ ਆ, ਉਸ ਮੈਂ ਘੁਲਦਾ ਸੀ ਮੇਰੇ ਤੋਂ ਪਹਿਲਾਂ ਵੀ, ਉਸ ਮੈਂ ਵੀ ਘੁਲਿਆ ਨਿੱਕੇ। ਮੇਰਾ ਵਰਲਡ ਕਲਾਸ ਕੋਈ ਮੁੰਡਾ ਨਹੀਂ ਸੀ, ਅੱਜ ਵੀ ਨਹੀਂ ਕੋਈ ਮੁੰਡਾ। ਮੈਂ ਉਹ ਚੇਂਜ ਕਰਨਾ ਮੰਗਦਾ, ਮੈਂ ਮੰਗਦਾ ਸੀ ਮੈਂ ਭਲਵਾਨੀ ਛੱਡਾਂ, 74 ਇਹ ਭਾਰਾਂ 'ਚ ਬੰਦਾ ਹੋਵੇ। ਇਹ ਭਾਰ 'ਚ ਘੱਟ ਨੇ ਕੋਈ। ਹੁਣ ਸਾਡੀ ਨੈਸ਼ਨਲ ਟੀਮ ਫਰਮ ਸਟਾਰਟ ਟੂ ਫਿਨਿਸ਼ 97 ਹੈਵੀਵੇਟ 'ਚ ਹੀ ਰਹੇ ਆ ਮੁੰਡੇ। ਜਦੋਂ ਕੈਨੇਡਾ 'ਚ ਭਲਵਾਨੀ ਸ਼ੁਰੂ ਹੋਈ ਅੱਜ ਤੱਕ ਕੱਲੇ 97 ਹੈਵੀਵੇਟ 'ਚ ਭਲਵਾਨ ਹੋਏ ਆ। ਮੈਂ ਹੀ ਇਕੱਲਾ ਮੁੰਡਾ ਹਿਸਟਰੀ 'ਚ ਕਿਹੜਾ 74 86 ਤੋਂ ਥੱਲੇ ਨੈਸ਼ਨਲ ਟੀਮ ਤੇ ਹੋਵੇ। ਕਮਾਲ ਹੋ। ਮੈਡਲ ਦੀਆਂ ਗੱਲਾਂ ਦਾ ਬਾਅਦ ਦੀਆਂ ਆ, ਮੈਡਲ ਦੀ ਕੋਈ ਨੈਸ਼ਨਲ ਟੀਮ ਤੇ ਵੀ ਨਹੀਂ, ਕੁਆਲੀਫਿਕੇਸ਼ਨ ਦੀ ਗੱਲ ਹੋਵੇ, ਕੋਈ ਨੈਸ਼ਨਲ ਟੀਮ ਤੇ ਵੀ ਨਹੀਂ ਅਜੇ ਆਇਆ। ਸੋ ਹਲਕੇ ਰਹਿਣਾ ਆਰਟ ਆ ਇੱਕ। because I think ਸਾਡੀ ਕਮਿਊਨਿਟੀ 'ਚ ਆਹੀ ਸੀ ਵੀ ਭਾਰਾ ਚਾਹੀਦਾ, ਭਾਰਾ ਨਹੀਂ, ਫਿਰ ਭਾਰਾ ਹੋਣ ਨੂੰ ਸਾਰੇ ਮੁੰਡਿਆਂ ਤੋਂ ਭਾਰਾ ਨਹੀਂ ਹੁੰਦੇ, ਫਿਰ ਉੱਥੇ ਫਿਰ ਭਾਰਾ ਹੋਣ ਨੂੰ ਫਿਰ ਉੱਥੇ ਡਰੱਗ ਦੀ ਗੱਲ ਵੀ ਆ ਜਾਂਦੀ ਆ, ਸਟੈਰੋਇਡ ਦੀ ਗੱਲ, ਫਿਰ ਉਹ ਵੀ ਗੱਲ ਨਾਲ ਆ ਜਾਂਦੀ। ਸੋ ਭਾਰਾ ਹੋਣਾ ਸਭ ਕੁਛ ਨਹੀਂ, ਸਾਰਿਆਂ ਤੋਂ ਜ਼ਰੂਰੀ ਗੱਲ ਆ ਜ਼ਿੰਦਗੀ। ਜ਼ਿੰਦਗੀ ਨੰਬਰ 1 ਆ, ਨਾਲੇ ਭਲਵਾਨੀ ਤਾਂ ਬਾਹਰ ਨੂੰ ਆਉਂਦੀ ਆ। ਬਿਲਕੁਲ, ਬੰਦਾ ਹਲਕਾ ਵੀ ਰਹੇ, ਜ਼ਿੰਦਗੀ ਵਧੀਆ ਜੀਂਦੇ, ਉਹ ਸਭ ਕੁਛ ਆ। ਵੈਰੀ ਗੁੱਡ। ਬੰਦਾ ਭਾਰਾ ਹੋ ਕੇ ਮੈਰੋ ਜਿੱਤ ਕੇ ਪਰ ਜ਼ਿੰਦਗੀ ਨੁਕਸਾਨ ਕਰਕੇ ਉਹਦਾ ਕੋਈ ਫਾਇਦਾ ਨਹੀਂ। ਕਿਹੜੇ ਫਿਰ ਕਲੱਬ ਤੋਂ ਸ਼ੁਰੂ ਕੀਤੀ ਤੇ ਪਹਿਲੇ ਕੋਚ ਕਿਹੜੇ ਸੀ? ਮੇਰੀ ਪਹਿਲੀ ਰੈਸਲਿੰਗ ਕਲੱਬ ਤੋਂ ਸ਼ੁਰੂ ਕੀਤੀ ਸੀ, ਕੋਚ ਸੁੱਚਾ ਮਾਨ ਰਹੇ ਆ ਪਹਿਲਾਂ ਤੋਂ ਹੀ। ਉਹਨਾਂ ਨੇ ਆਹੀ ਸਾਨੂੰ ਸਿਖਾਇਆ ਸੀ, ਉਹ ਵੀ ਆਪ ਹੀ ਥੋੜੇ ਉਹਨਾਂ ਨੇ ਆਹੀ ਸਾਨੂੰ ਨਿੱਕੀ ਉਮਰ ਤੋਂ ਸਿਖਾਇਆ ਸੀ ਵੇ ਲਾਈਫ ਲੰਬੀ ਗੇਮ ਆ ਵੇ। ਅੱਜ ਤੁਸੀਂ ਘੁਲਦੇ, ਕੱਲ੍ਹ ਨੂੰ ਸ਼ਾਇਦ ਸੱਟ ਲੱਗ ਗਈ, ਘੁਲਣਾ ਵੀ ਨਹੀਂ, ਪਰ ਕਿਹੜੀ ਲਾਈਫ ਆ ਉਹ ਕਦੀ ਨੁਕਸਾਨ ਨਾ ਕਰਿਓ ਨਾ। ਤੁਸੀਂ ਦੇਖ ਅੱਜ ਵੀ ਫਿੱਟ ਆ, ਉਹ ਅੱਜ ਵੀ ਸਾਡੇ ਨਾਲ ਦੌੜਦੇ ਆ, ਸਭ ਕੁਛ ਕਰਦੇ ਆ, ਪਰ ਉਹ ਕਰਕੇ ਉਹਨਾਂ ਨੇ ਨੈਚੁਰਲ ਪ੍ਰੂਵਲ ਗੇਮ ਕੀਤੀ ਨਾ, ਉਹਦਾ ਕੋਈ ਰੀਸ ਨਹੀਂ। ਬਹੁਤ ਵੱਡੀ ਗੱਲ ਹੈ। ਤੇ ਇਸ ਕੈਟੇਗਰੀ ਦਾ ਆਪਾਂ ਨੂੰ ਫਾਇਦਾ ਵੀ ਹੈ ਤੇ ਨੁਕਸਾਨ ਵੀ ਹੈ। ਫਾਇਦਾ ਇੱਧਰ ਇਹ ਹੈ, ਨੁਕਸਾਨ ਨਹੀਂ ਮੈਂ ਕਹਿ ਸਕਦਾ ਵੀ ਦੇਖੋ ਟਫ ਕੰਪੀਟੀਸ਼ਨ ਆ, ਉਹ ਬੰਦਾ ਮੁੰਡਾ ਜਿਹੜਾ ਅਮਰੀਕਾ ਵਾਲਾ ਉਹਨੂੰ ਨਾਲ ਫੇਰ ਘੁਲਣਾ ਪੈ ਸਕਦਾ। ਸਮਟਾਈਮਸ ਮੈਨੂੰ ਪਤਾ ਹੁੰਦਾ ਵੀ ਮੈਂ ਥੋੜਾ ਭਾਰਾ ਸੀ, ਮੈਰਿਟ ਦਾ ਈਜ਼ੀ ਨਹੀਂ ਸੀ। ਹੁਣ ਮੈਂ ਅੱਜ ਕੱਲ੍ਹ ਜ਼ੋਰ ਕੀਤੇ ਮੁੰਡਾ 86 ਕਿਲੋ ਸੈਕਿੰਡ ਆ ਕੈਨੇਡਾ 'ਚ, ਉਹਨੂੰ ਮੈਂ ਈਜ਼ੀ ਫੜ ਲੈਂਦਾ। 74 ਮੈਨੂੰ ਜਿੱਤਣਾ ਐਕਚੁਅਲੀ ਹਾਰਡਰ ਆ, ਪਰ ਮੈਨੂੰ ਪਤਾ ਵੀ ਹਾਂ ਜਿੱਤਣ ਦੀ ਗੱਲ ਨਹੀਂ, ਕਿਹੜੇ ਮੈਂ ਲੈਸਨ ਲਰਨ ਕਰਦਾ। ਇੱਥੇ ਮਿਹਨਤ ਬਹੁਤ ਲੱਗਦੀ ਆ ਇਹ ਭਾਰ ਜਾਣ ਨੂੰ, ਪਰ ਰਿਸਪੈਕਟ ਵੀ ਬਹੁਤ ਮਿਲਦੀ ਆ। ਕਿਹੜੀ ਦੁਨੀਆ 'ਚ ਬੈਸਟ ਨਾਂ ਆ, ਸਾਰੇ ਦੁਨੀਆ ਜਾਣਦੇ ਉਹ 74 ਕਿਲੋ ਬਾਰੇ ਆ। ਬਹੁਤ ਵੱਡੀ ਗੱਲ ਆ ਇਹ, ਸਾਰੇ ਦੁਨੀਆ 'ਚ ਰਿਸਪੈਕਟ ਆ, ਕਿਉਂਕਿ ਉਹ ਕੁਸ਼ਤੀ ਸਾਰੀ ਉਹ ਦੇਖਣ ਨੂੰ ਵੀ ਫਨ ਆ, ਲੋਕੀ ਉਹ ਕੁਸ਼ਤੀ ਨੂੰ ਚਾਹੁੰਦੇ ਵੀ ਆ, ਦੇਖਣਾ ਵੀ ਮੰਗਦੇ ਆ। ਉਹ ਦਿਨ ਦੀ ਉਡੀਕ ਆ ਵੀ ਜਦ ਫਿਰ ਓਲੰਪਿਕ ਜਿੱਤ ਕੇ ਵੈਨਕੂਵਰ ਏਅਰਪੋਰਟ 'ਤੇ ਉਤਰੇ ਵੱਡਾ ਸ਼ੇਰ ਬਣ ਕੇ, ਉਹ ਦਿਨ ਦੀ ਉਡੀਕ ਹੈ। ਇੱਕ ਆਪਣਾ ਸੋਸ਼ਲ ਮੀਡੀਆ ਦਾ ਜੇ ਕੋਈ ਕੰਟੈਕਟ ਹੈਗਾ ਜਾਂ ਸੈੱਲ ਫੋਨ ਜਾਂ ਈਮੇਲ, ਜਿਹੜੀ ਕੋਈ ਸੁਣਨ ਵਾਲੇ ਕੋਈ ਯੰਗਸਟਰ ਸੁਣਦਾ ਜਿਹੜੇ ਕੰਟੈਕਟ ਕਰ ਸਕਣ? ਸੋਸ਼ਲ ਮੀਡੀਆ ਜੇਡ ਫੂਲਕਾ 74 ਮੈਨੂੰ ਰੀਚ ਆਊਟ। ਮੈਂ ਇਹੀ ਕਹਿਣਾ, ਮੈਂ ਸਕੂਲਾਂ 'ਚ ਬਹੁਤ ਜਾਂਦਾ ਹੁੰਦਾ, ਪ੍ਰੈਜੈਂਟੇਸ਼ਨ ਦਿੰਦਾ। ਮੈਂ ਹੁਣ ਮੋਰ ਸਟਾਰਟ ਕਰਨਾ, ਪਰ ਕਿਸੇ ਨੂੰ ਵੀ ਕਦੀ ਵੀ ਮੇਰੀ ਕਿਸੇ ਦੀ ਵੀ ਲੋੜ ਆ, ਕੋਈ ਯੰਗਸਟਰ ਹੋਵੇ, ਕੋਈ ਮਾਪਾ ਦੇਖਦਾ ਹੋਵੇ, ਮੈਨੂੰ ਫੋਨ ਕਰੋ, ਮੈਨੂੰ ਕੰਟੈਕਟ ਕਰੋ, ਆਈ ਐਮ ਵਿਲਿੰਗ ਟੂ ਹੈਲਪ। ਵੈਰੀ ਗੁੱਡ। ਇਫ ਆਈ ਕੈਨ ਚੇਂਜ ਵਨ ਲਾਈਫ ਦੈਟ ਮੀਨਸ ਮੋਰ ਦੈਨ ਐਨੀ ਅਦਰ ਮੈਟਰ। ਬਹੁਤ ਵੱਡਾ ਇਨੀਸ਼ੀਏਟਿਵ ਆ ਤੇ ਬੈਸਟ ਵਿਸ਼ੇਜ਼ ਨੇ। ਸਦਾ ਇਸ ਮੰਚ ਤੋਂ ਤੁਹਾਡੀ ਗੱਲ ਹੁੰਦੀ ਰਹੀ, ਕਿਤੇ ਵੀ ਵਰਲਡ 'ਚੋਂ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਉਸੇ ਸਮੇਂ ਗੱਲ ਕਰਨੀ ਹੈ। ਤੁਹਾਡੇ ਕੋਲ ਮੇਰਾ ਕੰਟੈਕਟ ਆ, ਕਮ ਟੂ ਸਟੂਡੀਓ, ਕਮ ਔਨ ਫੋਨ, ਜਿਹੜਾ ਵੀ ਆਪਾਂ ਕਮਿਊਨਿਟੀ ਲਈ ਰਲ ਕੇ ਵਧੀਆ ਕੰਮ ਕਰ ਸਕਦੇ। ਬੈਸਟ ਵਿਸ਼ੇਜ਼। ਥੈਂਕ ਯੂ। ਜਸਮੀਤ ਸਿੰਘ ਫੂਲਕਾ। ਓਲੰਪਿਕ ਦੀ ਤਿਆਰੀ ਹੋਣੀ ਆ, ਹੁਣ ਓਲੰਪਿਕ ਦੇ ਟਰਾਇਲ ਨੇ ਆਹ ਸਾਲ ਦੇ ਵਿੱਚ, ਪਰ ਮੈਂ ਸੁਣ ਕੇ ਹੈਰਾਨ ਹੋ ਗਿਆ ਵੀ ਹਰ ਹਫ਼ਤੇ ਇੱਕ ਟੂਰਨਾਮੈਂਟ ਆ।
ਇੱਥੇ ਘੁਲਣਾ, ਹੁਣ ਤੁਰਕੀ ਘੁਲਣਾ, ਹੁਣ ਰੋਮਾਨੀਆ ਘੁਲਣਾ, ਹੁਣ ਅਰਜਨਟੀਨਾ ਘੁਲਣਾ, ਹੁਣ ਇੱਥੇ ਘੁਲਣਾ। ਸਵਾਦ ਦੀ ਗੱਲ ਹੈ। ਅਤੇ ਇਸ ਛੋਟੇ ਵੇਟ ਦੇ ਵਿੱਚ ਬਹੁਤ ਘੱਟ ਭਲਵਾਨ ਨੇ, ਆਪਣੇ ਕਮਿਊਨਿਟੀ ਦੇ ਵਿੱਚੋਂ ਤਾਂ ਹੈ ਹੀ ਨਹੀਂ। ਸੋ ਜਸਮੀਤ ਫੂਲਕਾ ਉਹ 70 ਤੋਂ 80 ਦੇ ਵਿੱਚ ਉਸੇ ਤਰ੍ਹਾਂ ਹੀ ਸਰੀਰ ਆ, ਕਾਇਮ ਆ, ਐਂਡੋਰੈਂਸ ਬਹੁਤ ਆ, ਤੇਜ਼ੀ ਬਹੁਤ ਆ, ਚੀਤੇ ਵਾਂਗੂ ਝਪਟਦਾ ਅਤੇ ਓਲੰਪਿਕ ਦੇ ਵਿੱਚ ਇੱਕ ਦਿਨ ਅਸੀਂ ਤਮਗਾ ਲੈ ਕੇ ਆਉਣਾ। ਇਹ ਜਸਮੀਤ ਦਾ ਵੀ ਬਹੁਤ ਵੱਡਾ ਸੁਪਨਾ ਹੈ ਅਤੇ ਉਹਨਾਂ ਦੇ ਕੋਚ ਦਾ ਵੀ, ਸਾਡਾ ਵੀ। ਇਹ ਸੀ ਜਸਮੀਤ ਸਿੰਘ ਫੂਲਕਾ, ਸਾਡਾ ਇੰਟਰਨੈਸ਼ਨਲ ਭਲਵਾਨ, ਅਤੇ ਇੱਥੇ ਦਾ ਜੰਪਲ 20 ਸਾਲ ਹੋ ਗਏ ਰੈਸਲਿੰਗ ਕਰਦੇ ਨੂੰ। ਫੂਲਕਾ ਪਰਿਵਾਰ ਸਤਿਕਾਰਤ ਪਰਿਵਾਰ ਹੈ ਅਤੇ ਬੜੀ ਖੁਸ਼ੀ ਹੁੰਦੀ ਹੈ ਗੱਲ ਕਰਕੇ ਜਸਮੀਤ ਨਾਲ। ਰਿਹਲ ਜੀ ਬਹੁਤ ਚਿਰ ਦੇ ਉਡੀਕ ਰਹੇ ਨੇ। ਹਾਂਜੀ ਰਿਹਲ ਜੀ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ। ਹਾਂਜੀ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਕੋਈ ਗੱਲ ਨਹੀਂ ਜੀ, ਮੈਂ ਤਾਂ ਉਹ ਤੁਹਾਡੇ ਜਿਹੜੇ ਤੁਸੀਂ ਉਹ ਰੈਸਲਰ ਆਪਣੇ ਮੁੰਡੇ ਨੂੰ ਲੈ ਕੇ ਆਏ ਸੀ, ਹਾਂਜੀ ਹਾਂਜੀ, ਉਹਨਾਂ ਦੇ ਮੈਂ ਸੁਣ ਰਿਹਾ ਸੀ, ਸੁਣ ਕੇ ਬਹੁਤ ਖੁਸ਼ੀ ਹੁੰਦੀ ਆ ਕਿ ਮੈਂ ਤਾਂ ਕਹੂੰਗਾ ਵੀ ਕਿੰਨੇ ਉਹਨਾਂ ਦੇ ਪੇਰੈਂਟਸ ਵੀ ਕਿੰਨੇ ਚੰਗੇ ਹੋਣਗੇ ਕਿ ਜਿਹੜੇ ਕਿ ਉਹਨਾਂ ਨੂੰ ਸਪੋਰਟ ਕਰ ਰਹੇ ਹਨ ਜੀ। ਵਿਦਆਊਟ ਕੋਈ ਹੋਰ ਗਵਰਨਮੈਂਟ ਦੀ ਕੋਈ ਸਪੋਰਟ ਨਹੀਂ ਹੈਗੀ ਆ। ਬਿਲਕੁਲ। ਜਾਣਾ ਵੀ ਕੋਈ ਇੰਨਾ ਕੋਈ ਸੌਖਾ ਕੰਮ ਨਹੀਂ ਹੈ ਜੀ। ਜੇ ਹੋ ਸਕੇ ਆਪਾਂ ਸਾਰੇ ਰਲ ਕੇ ਵੀ ਕੁਛ ਨਾ ਕੁਛ ਉਹਨਾਂ ਨੂੰ ਕੁਛ ਆਪਾਂ ਕਰ ਸਕਦੇ ਹੋਈਏ, ਆਪਾਂ ਵੀ ਕਰ ਸਕਦੇ ਹਾਂ ਜੀ। ਜ਼ਰੂਰ ਦੱਸਾਂਗੇ ਜੀ, ਪੁੱਛ ਕੇ ਉਹ ਤੋਂ। ਵੈਸੇ ਬਹੁਤ ਸਰਦਾ ਪੁਰਦਾ ਪਰਿਵਾਰ ਹੈ, ਆਪਾਂ ਕਮਿਊਨਿਟੀ ਵੱਲੋਂ ਮਾਣ ਜ਼ਰੂਰ ਕਰ ਸਕਦੇ ਹਾਂ। ਬਿਲਕੁਲ ਠੀਕ। ਨਹੀਂ ਜੀ ਆਪਣੇ ਚਾਹੀਦਾ ਆਪਣੇ ਜਿੰਨਾ ਆਪਣੇ, ਠੀਕ ਹੈ ਜੀ। ਆਪਾਂ ਨਾ ਸਪੋਰਟ ਕਰੇ ਇੱਦਾਂ ਦੇ ਆਪਣੇ ਐਥਲੀਟਸ ਦੀ, ਤਾਂ ਹੋਰ ਕੌਣ ਕਰੂਗਾ ਜੀ। ਇੱਦਾਂ ਹੀ ਇਹਨਾਂ ਦੇ ਦਿਲ ਵਧਣੇ ਹੈਗੇ ਆ, ਕਾਮਯਾਬ। ਮੈਂ ਤਾਂ ਕਹੂੰਗਾ ਉੱਪਰ ਬਾਬਾ ਜੀ ਇਹਨੂੰ ਕਾਮਯਾਬ ਕਰਨ, ਤਾਂ ਦੇਖੀ ਇਹਨਾਂ ਦੇ ਆਪਣੇ ਓਲੰਪਿਕ ਦੇ ਵਿੱਚ ਜਿੱਤ ਗਏ ਹੁਣ, ਤਾਂ ਬਸ ਇਹਨਾਂ ਕਹਿਣਾ। ਠੀਕ ਹੈ ਜੀ, ਠੀਕ ਹੈ ਰੀਲ ਸਾਹਿਬ, ਥੈਂਕ ਯੂ। 27 ਤਰੀਕ ਨੂੰ ਅਗਲੇ ਸ਼ਨੀਚਰਵਾਰ ਨੂੰ ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਵੱਡਾ ਇੱਕ ਮੇਲਾ, ਫ੍ਰੀ ਮੇਲਾ ਐਬਸਪੋਰਟ ਦੇ ਰੋਟਰੀ ਸਟੇਡੀਅਮ ਦੇ ਵਿੱਚ ਕਰਵਾ ਰਹੇ ਨੇ। ਗਾਉਣ ਵਾਲੇ ਬਹੁਤ ਆਉਣੇ ਨੇ, ਖਾਸ ਤੌਰ 'ਤੇ ਬਾਈ ਗਿੱਲ ਹਰਦੀਪ, ਹਰਜੀਤ ਹਰਮਨ, ਕੋਰਾਲਾ ਮਾਨ, ਕੋਰਾਲਾ ਅਸਲ ਪੁੱਛਾਂਗੇ ਮੁੰਡੇ ਨੂੰ ਬਈ ਅਸਲ ਪਿੰਡ ਮਾਨਸੇ ਦੇ ਨੇੜੇ ਕੋਰਾਲਾ ਪਿੰਡ ਹੋਣਾ ਮੈਨੂੰ ਲੱਗਦਾ, ਪਰ ਪੁੱਛੂੰਗਾ ਗੱਲ ਕਰਕੇ। ਇਹਦੇ ਵਿੱਚ ਇੱਕ ਵੱਡੀ ਕਹਾਣੀ ਇਹ ਹੋ ਗਈ ਕਿ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਪਹੁੰਚ ਰਹੇ ਨੇ। ਸੋਨੇ ਦੇ ਤਮਗੇ ਨਾਲ ਉਹਨਾਂ ਨੂੰ ਸਨਮਾਨਿਤ ਕਰਨਾ ਹੈ ਇਸ ਕਲੱਬ ਨੇ, ਅਤੇ ਰੋਟਰੀ ਸਟੇਡੀਅਮ ਦੇ ਵਿੱਚ ਬਿਲਕੁਲ ਫ੍ਰੀ ਐਂਟਰੀ ਹੈ 27 ਤਰੀਕ ਨੂੰ, ਅਤੇ ਸਾਰਾ ਦਿਨ ਮੇਲਾ ਇਹ ਚੱਲਣਾ। ਗਾਉਣ ਵਾਲੇ ਘੱਟੋ ਘੱਟ 12-13 ਨੇ, ਅਤੇ ਭਾਨਾ ਭਗੌੜਾ ਵੀ ਆ ਰਿਹਾ। ਅਤੇ ਕੋਈ ਜਾਣਕਾਰੀ ਲਈ ਰਾਜਾ ਗਿੱਲ ਬੁੱਕਣਾਲ 604 825 3550, ਹਰਦੀਪ ਸਿੰਘ ਪਰਮਾਰ 778 552 0720, ਇਹਨਾਂ ਨੰਬਰਾਂ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਡਾਇਮੰਡ ਕਲਚਰ ਕਲੱਬ ਐਸੋਸੀਏਸ਼ਨ ਵਿਰਸੇ ਦੇ ਸ਼ੌਕੀਨ ਮੇਲਾ ਜਿਹੜਾ ਹੈ ਅਗਲੇ ਵਾਰ, ਇਸ ਵਾਰ ਨੂੰ 27 ਤਰੀਕ ਨੂੰ ਕਰਾ ਰਿਹਾ, ਅਤੇ ਖੁੱਲ੍ਹਾ ਅਖਾੜਾ ਸਾਰਾ ਦਿਨ। 3 ਸਾਲਾਂ ਤੋਂ ਬਾਅਦ ਇਹ 19 ਤੋਂ ਬਾਅਦ ਹੁਣ ਹੋ ਰਿਹਾ। ਬਾਬੂ ਸਿੰਘ ਮਾਨ ਮਰਾੜਾਂ ਵਾਲੇ ਉਹਨਾਂ ਦਾ ਜਿਹੜਾ ਕੋਰਾਲਾ ਹੈ, ਜਿਹੜਾ ਪਿੰਡ ਦਾ ਕੋਰਾਲਾ, ਲਿਖ ਕੇ ਭੇਜਦਾ ਹੁਣੇ ਹੀ, ਸੁਣਨ ਵਾਲੇ ਸੈੱਟ ਕਰ ਦਿੰਦੇ। ਜਿਹੜੇ ਮਾਨਸਾ ਦੇ ਨੇੜੇ ਕੋਰਾਲਾ ਪਿੰਡ, ਕੋਰਾਲਾ। ਮਾਨ ਵਧੀਆ ਮੁੰਡੇ ਨੇ ਗੀਤ ਗੁਰਲੇਜ ਅਖਤਰ ਨਾਲ ਗਾਏ ਨੇ। ਪਿਛਲੇ ਦਿਨੀ ਤੁਹਾਨੂੰ ਇੱਕ ਗੀਤ ਉਹਦਾ ਸੁਣਾਇਆ ਸੀ ਅਤੇ ਬੜਾ ਪਸੰਦ ਕੀਤਾ। ਮੁਸਾਫਰ ਗੀਤ ਆ, 290 ਦੇ ਕਰੀਬ, ਮਿਲੀਅਨ ਦੇ ਕਰੀਬ ਲੋਕ ਉਹਦੇ ਇੱਕ ਬਰੂਦ ਦਿਲ ਨੂੰ ਸੁਣੀ ਬੈਠੇ ਆ। ਇੱਥੇ ਰਹਿੰਦਾ ਮੁੰਡਾ, ਵਧੀਆ ਗਾਉਂਦਾ। ਅਤੇ ਸੈਟਰਡੇ ਨੂੰ, ਸ਼ਨੀਚਰਵਾਰ ਨੂੰ ਖੁੱਲ੍ਹਾ ਅਖਾੜਾ ਬਾਈ ਗਿੱਲ ਹਰਦੀਪ ਉਹਨਾਂ ਦੇ ਨਾਲ। ਅਤੇ ਗਿੱਲ ਹਰਦੀਪ ਦੇ ਗੀਤ ਤੁਸੀਂ ਬੜੇ ਪਸੰਦ ਕੀਤੇ ਨੇ। ਹਰਜੀਤ ਹਰਮਨ ਨੇ ਆਉਣਾ। ਸਿਰੇ ਦੇ ਇੱਕੋ ਹੀ ਸੁਰ ਵਾਲੇ ਗੀਤ ਗਾਉਣ ਵਾਲੇ ਬੰਦੇ ਨੇ, ਤਹੰਮਲ ਨਾਲ ਗਾਉਣ ਵਾਲੇ ਬੰਦੇ ਨੇ, ਅਤੇ ਬਹੁਤ ਵਧੀਆ ਇਹ ਇੱਕ ਮੇਲਾ ਜਿਹੜਾ ਹੋਣਾ। ਗਿੱਲ ਹਰਦੀਪ ਤਾਂ ਭੰਗੜੇ ਵਾਲੇ ਬਹੁਤ ਵੱਟ ਕੱਢਦਾ। ਭਤੀਜੇ ਦਾ ਮੰਗਣਾ ਸੀ ਵੀ ਇਸ ਵੀਕਐਂਡ 'ਤੇ ਬਾਈ ਦਰਸ਼ਨ ਸਿੰਘ ਸਾਸੀ ਦੇ ਪੁੱਤਰ ਅਰਪਣ ਸਾਸੀ ਦਾ। ਸੱਪ ਵਾਲਾ ਭੰਗੜਾ ਪਾਉਂਦਾ, ਸੱਪ ਵਾਲਾ ਬੱਲੇ ਬੱਲੇ ਕਰਾਉਂਦਾ। ਅਤੇ ਮੈਂ ਲਿਖਿਆ ਵੀ ਸੀ ਫੇਸਬੁੱਕ 'ਤੇ, ਮੈਂ ਕਿਹਾ ਗਾਉਂਦਾ ਹੋਵੇ ਖਾੜੇ 'ਚ, ਚਾਹੇ ਬੈਠਕ 'ਚ ਕਿਤੇ ਬੈਠਾ ਹੋਵੇ, ਗੜਕਾ ਕੋਕਰੀ ਵਾਲੇ ਗਿੱਲ ਦਾ ਉਸ ਤਰ੍ਹਾਂ ਹੀ ਹੈ। ਉਹ ਬੜਾ ਆਨੰਦ ਕੀਤਾ। ਜਿੱਥੇ ਰੂਹ ਖੁਸ਼ ਹੋਵੇ ਉੱਥੇ ਤੁਸੀਂ ਆਨੰਦ ਕਰਦੇ ਹੋ। ਅਤੇ
ਬੱਲੇ ਬੱਲੇ ਹੋ ਗਈ। ਅਤੇ ਉਸੇ ਤਰ੍ਹਾਂ ਹੀ ਮੈਂ ਕਿਹਾ ਵੀ ਉਦਣ ਸੈਟਰਡੇ ਨੂੰ ਜਿਹੜਾ 27 ਤਰੀਕ ਨੂੰ ਹੋਣਾ, ਫਿਰ ਐਵੇਂ ਗੇੜਾ ਦੇਣਾ ਪਊ ਸਟੇਡੀਅਮ 'ਚ ਅਤੇ ਨਾਲੇ ਸਟੇਜ 'ਤੇ ਕਹਿੰਦਾ ਇਸੇ ਤਰ੍ਹਾਂ ਹੀ ਦੇਵਾਂਗੇ। ਵਧੀਆ ਮੇਲਾ ਹੋਣਾ ਅਤੇ ਸਾਰੇ ਹੁਮ ਹੁਮਾ ਕੇ ਪਹੁੰਚਿਓ। ਸ਼ੁੱਕਰਵਾਰ ਨੂੰ ਦਰਗੇਸ਼ ਸ਼ਰਮਾ ਜੀ ਆਏ ਸੀ ਆਯੁਰਵੇਦ ਧਾਮ, ਉਹਨਾਂ ਦਾ ਜਿੱਥੇ ਪਹਿਲਾਂ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਰਹੇ ਨੇ, ਅਤੇ ਹੁਣ ਆਯੁਰਵੇਦ ਦੇ ਵਿੱਚ ਖਾਸ ਤੌਰ 'ਤੇ ਡੀ ਐਡਿਕਸ਼ਨ ਦੇ ਉੱਪਰ ਕੰਮ ਕਰ ਰਹੇ ਨੇ ਅਤੇ ਬਹੁਤ ਸਫਲ ਉਹਨਾਂ ਦਾ ਇਲਾਜ ਹੈ। ਬਹੁਤ ਤੁਸੀਂ ਫੋਨ ਵੀਕਐਂਡ 'ਤੇ ਪੁੱਛਦੇ ਰਹੇ, ਫਿਰ ਇੱਕ ਵਾਰ ਲਿਖ ਲਿਓ 91,584 ਅਤੇ 91,585, ਇਹੀ ਨੰਬਰ ਹੈ। 5 ਹਿੰਸੇ ਪਹਿਲੇ ਨੇ, 5 ਪਿਛਲੇ ਨੇ, 91,584 91,585। ਜੂਨ ਦੇ ਪਹਿਲੇ ਹਫ਼ਤੇ ਉਹਨਾਂ ਨੇ ਪੰਜਾਬ ਵਾਪਸ ਜਾਣਾ। ਇੱਥੇ ਵੀ ਕਿਸੇ ਨੇ ਮਿਲਣਾ ਹੋਵੇ, ਇਸ ਨੂੰ ਐਕਸੈਪਟ ਕਰਨਾ ਚਾਹੀਦਾ। ਕਿਸੇ ਘਰ 'ਚ ਐਡਿਕਸ਼ਨ ਹੈ, ਇਹ ਤੋਂ ਲੁਕੋ ਨਾ, ਇਹਦੇ 'ਚੋਂ ਬਾਹਰ ਨਿਕਲੋ। ਕੋਈ ਸ਼ਰਾਬ ਪੀਂਦਾ ਹੈ, ਕੋਈ ਹਾਰਡ ਡਰੱਗ ਕਰਦਾ ਹੈ, ਇਹਦੇ 'ਚ 91,584 91,584 ਆਯੁਰਵੇਦ ਧਾਮ ਜਿਹੜਾ ਪੰਜਾਬ ਫਰੀਦਕੋਟ ਤੋਂ ਨੇ। ਇਸ ਨੰਬਰ 'ਤੇ ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ 91,584 91,585। ਅਤੇ ਅੱਜ ਮੈਂ ਤੀਸਰੀ ਕੜੀ ਦੇ ਵਿੱਚ ਪਰਿਵਾਰਕ ਜੀਵਨ ਦੀ ਪਹਿਲੀ ਕੜੀ ਦੀ ਆਪਾਂ ਗੱਲਬਾਤ ਕੀਤੀ, ਜਿਹਦੇ 'ਚ ਮਿਸਮੈਚ ਕਿਸੇ ਕਾਰਨ ਹੋ ਜਾਵੇ, ਮਾਪੇ ਕਰ ਦੇਣ ਜਾਂ ਕਈ ਵਾਰ ਆਪ ਵੀ ਪ੍ਰੇਮ ਵਿਆਹ ਕਰਨ ਤੋਂ ਬਾਅਦ 12-15 ਸਾਲ 20 ਸਾਲ ਤੋਂ ਬਾਅਦ ਫਿਰ ਇੱਕ ਦੂਜੇ ਤੋਂ ਐਂ ਹੋਣ ਲੱਗ ਜਾਂਦਾ ਬਈ ਹੁਣ ਜਿਵੇਂ ਮੋਹ ਜਾਂ ਭੰਗ ਹੋ ਜਾਵੇ। ਪਰ ਮੋਹ ਤਾਂ ਭੰਗ ਜਿਹੜਾ ਹੈ ਉਹ ਹੁੰਦਾ ਰਹਿੰਦਾ, ਇਹ ਤਾਂ ਬੰਦੇ ਨੂੰ ਆਪਣੇ ਆਪ ਨੂੰ ਖੜਨਾ ਪੈਂਦਾ। ਇਹ ਕਈ ਵਾਰ ਬਾਹਰਲੀਆਂ ਚੀਜ਼ਾਂ ਸੁਹਾਵਣੀਆਂ ਲੱਗਦੀਆਂ ਨੇ ਅਤੇ ਘਰ ਦਾ ਗੁਲਾਬ ਤੁਹਾਨੂੰ ਕੰਡਿਆਂ ਵਾਲਾ ਲੱਗਦਾ, ਫਰਕ ਇਹ ਆ। ਬਾਕੀ ਪਦਾਰਥਵਾਦੀ ਮਟੀਰੀਅਲਿਸਟਿਕ ਲਾਈਫ 'ਚ ਦੇਖ ਕੇ, ਕਿਸੇ ਦੇ 4 ਪੈਸੇ, ਕੱਪੜਾ ਲੱਤਾ ਅਤੇ ਉਹਦੀ ਟੌਰ ਟੱਪਾ ਵੇਖ ਕੇ, ਪਰਿਵਾਰਕ ਬੈਕਗਰਾਊਂਡ ਵੇਖ ਕੇ ਕਈ ਵਾਰ ਇੱਧਰ ਨੂੰ ਵੀ ਆਪਾਂ ਆਕਰਸ਼ਿਤ ਹੁੰਦੇ ਹਾਂ, ਫਲਾਣਾ ਆ, ਫਲਾਣਾ ਉਹ, ਫਲਾਣਾ ਉਹ। ਪਰ ਬਹੁਤ ਕੁਝ ਤੁਹਾਡੇ ਆਲੇ ਦੁਆਲੇ ਵੀ ਹੁੰਦਾ। ਅੱਛਾ, ਪਰਿਵਾਰਕ, ਉਹਦੇ ਬਾਅਦ ਨਸ਼ਿਆਂ ਦੀ ਗੱਲ ਆਪਾਂ ਦੂਜੇ ਕੀਤੀ ਸੀ ਪਿਛਲੇ ਮੰਗਲਵਾਰ, ਵੀ ਨਸ਼ੇ ਇਸ ਪਰਿਵਾਰਕ ਜੀਵਨ ਨੂੰ ਕਿਵੇਂ ਅਫੈਕਟ ਕਰਦੇ ਨੇ, ਖਾਸ ਤੌਰ 'ਤੇ ਇਸ ਜਗ੍ਹਾ 'ਤੇ। ਅੱਜ ਇਨ ਜਨਰਲ ਆਪਾਂ ਗੱਲਬਾਤ ਕਰਨੀ ਹੈ ਕਿ ਘਰਾਂ ਦੇ ਵਿੱਚ ਇਹ ਮੁਸ਼ਕਲਾਂ ਜਿਹੜੀਆਂ ਪੈਦਾ ਕਿੱਥੋਂ ਹੁੰਦੀਆਂ ਨੇ, ਉਹਦੇ ਕਾਰਨ ਨੇ ਕੁਛ। ਤੁਸੀਂ ਜਦ ਆ ਕੇ ਇੱਥੇ ਵੱਸਦੇ ਹੋ, ਦੋਨੇ ਜੀ ਖੁਸ਼ ਹੁੰਦੇ ਹੋ, ਜ਼ਿੰਦਗੀ ਸ਼ੁਰੂਆਤ ਕਰਦੇ ਹੋ, ਜਦ ਅੱਧਾ ਦਰਿਆ ਟੱਪ ਜਾਂਦੇ ਹੋ, ਪਾਰ ਕਰ ਲੈਂਦੇ ਹੋ, ਅੱਗੇ ਨੂੰ ਜਾਣ ਦੀ ਬਜਾਏ ਕਈ ਪਿੱਛੇ ਨੂੰ ਮੁੜੇ ਆਉਂਦੇ ਨੇ। ਚੀਜ਼ਾਂ ਸਹੀ ਕਰ ਲੈਂਦੇ ਹੋ ਤੁਸੀਂ, ਅਤੇ ਪਰ ਕੁਝ ਗੱਲਾਂ ਤੁਹਾਡੀਆਂ ਰਹਿ ਜਾਂਦੀਆਂ ਜਿਹਨੂੰ ਤੁਸੀਂ ਸੰਪੂਰਨ ਕਰਨਾ ਚਾਹੁੰਦੇ ਹੋ, ਪਰ ਉਸ ਸਮੇਂ ਕੁਝ ਨਾ ਕੁਝ ਤਿੜਕ ਧੈਂਸ ਆ ਜਾਂਦੀ ਹੈ ਘਰ ਦੇ ਵਿੱਚ। ਕੋਈ ਸਰੀਰ ਦੀ ਮੁਸ਼ਕਲ, ਕੋਈ ਐਡਿਕਸ਼ਨ ਦੀ ਮੁਸ਼ਕਲ, ਕੋਈ ਉਈਓ ਹੀ ਇੱਕ ਦੂਜੇ ਵੱਲ ਫਿਰ ਲੱਗਣ ਲੱਗ ਜਾਂਦਾ ਕਿ ਹੁੰਦਾ ਨਾ, ਕਣਤਾ ਜਾਂਦੇ ਨੇ ਕਈ ਮਾਪੇ। 60 ਸਾਲਾਂ ਦੇ ਆਪਣੇ ਵਿਆਹੇ ਹੋਏ ਨੇ, ਕਣਤਾਉਂਦੇ ਨਹੀਂ। ਅਸੀਂ 15, 18, 20 ਸਾਲਾਂ ਦੇ ਵਿੱਚ ਆਟਾ ਗੁੰਦੀ ਦਾ ਸਿਰ ਹਿਲਦਾ ਵਾਲੀ ਕਹਾਣੀ ਸ਼ੁਰੂ ਕਰਦੇ ਨੇ। ਦੋਨੇ ਪਾਸੇ, ਇਕੱਲੇ ਮਰਦ ਨਹੀਂ ਕਰਦੇ, ਇਸਤਰੀਆਂ ਵੀ ਕਰਦੀਆਂ ਨੇ, ਬਰਾਬਰ ਹੀ ਗੱਲ ਆ। ਜਦ ਤੁਸੀਂ ਕਿਸੇ ਨੂੰ ਇਹ ਕਿਸੇ ਦੇ ਬਾਰੇ ਨੈਗੇਟਿਵ ਫੀਲਿੰਗ ਹੋ ਜਾਵੇ, ਫਿਰ ਨੈਗੇਟਿਵ ਫੀਲਿੰਗ ਇਹ ਹੋ ਜਾਣੀ। ਫਿਰ ਇਹ ਫੀਲਿੰਗ ਮੇਰੇ ਮਾਪੇ ਮੇਰੇ ਨੇ, ਸੱਸ ਸਹੁਰਾ ਮੇਰੇ ਮਾਪੇ ਨਹੀਂ। ਇੱਕ ਇਹ ਬਹੁਤ ਵੱਡਾ ਪੰਗਾ ਹੈ। ਮੇਰਾ ਭਾਈ ਮੇਰਾ ਹੈ ਅਤੇ ਮੇਰੇ ਹਸਬੈਂਡ ਦਾ ਜਾਂ ਮੇਰੀ ਵਾਈਫ ਦਾ ਭਾਈ ਆ, ਉਹ ਭਾਈ ਨਹੀਂ ਹੈ। ਬਹੁਤ ਡਬਲ ਸਟੈਂਡਰਡ ਹੈ। ਮਾਪਿਆਂ ਦੇ ਤੌਰ 'ਤੇ ਬਹੁਤ ਵੱਡੀ ਮੁਸ਼ਕਲ ਹੈ। ਮੇਰੇ ਬਾਪੂ ਜੀ, ਮੇਰੇ ਡੈਡੀ ਜੀ, ਮੇਰੀ ਮਦਰ, ਮੇਰੀ ਮਾਤਾ, ਪਰ ਇਹ ਮੇਰੇ ਹਸਬੈਂਡ ਦੇ ਫਾਦਰ ਮਦਰ ਨੇ ਜਾਂ ਮੇਰੀ ਵਾਈਫ ਦੇ ਮਦਰ ਫਾਦਰ ਨੇ। ਇਹ ਬੈਠੇ ਰਹਿੰਦੇ ਨੇ, ਕੰਮ ਨਹੀਂ ਕਰਦੇ, ਅਤੇ ਅਸੀਂ 75 ਸਾਲਾਂ 'ਚ 78 ਸਾਲਾਂ ਦੇ ਵਿੱਚ ਜਿਹੜਾ ਹਲ ਬਾਹਾਂਗੇ, ਆਪਣੇ ਵੱਲ ਵੀ ਦੇਖਣਾ ਚਾਹੀਦਾ। ਅਕਸਰ ਲੇਡੀਜ਼ ਨੂੰ ਬੜੀਆਂ ਮੁਸ਼ਕਲ ਹੁੰਦੀਆਂ, ਘਰ ਦਾ ਕੰਮ ਮੈਨੂੰ ਆਹ ਕਰਨਾ ਪੈਂਦਾ, ਮੈਨੂੰ ਉਹ ਕਰਨਾ ਪੈਂਦਾ। ਕੁਛ ਨਹੀਂ ਕਰਨਾ ਪੈਂਦਾ। ਜਿਹੜੀ ਘਰ ਦੀਆਂ ਚੀਜ਼ਾਂ ਕੁਛ ਬਣ ਰਹੀਆਂ ਨੇ, ਕੁਛ ਕੁੱਕ ਹੋ ਰਹੀਆਂ, ਉਹਦੇ ਵਿੱਚ ਕੁਛ ਐਡ ਹੀ ਹੋਇਆ ਹੁੰਦਾ। ਇਸ ਤਰ੍ਹਾਂ ਹੀ ਮਰਦ ਇਸਤਰੀ ਦੇ ਇਨ-ਲਾਜ਼ ਵਾਲੇ ਪਾਸੇ ਫਿਰ ਜਦ ਜਾਂਦਾ, ਆਪਣੇ ਮਾਪਿਆਂ ਕੋਲ ਉਹਦੀ ਅੱਡ ਫੀਲਿੰਗ ਆ, ਸਹੁਰੇ ਜਾ ਕੇ ਉਹਦੀ ਅੱਡ ਫੀਲਿੰਗ ਆ। ਉੱਥੇ ਫਿਰ ਉਹਨੇ ਪੈਰ ਵੀ ਖੜਕਾਉਣਾ, ਖੰਘੂਰਾ ਵੀ ਮਾਰਨਾ। ਘਰੇ ਉਹ ਕਹਿੰਦਾ ਵੀ ਨਾ ਇਹ ਘਰ ਦੇ ਵਿੱਚ ਟਾਇਲ ਨਾ ਹਿੱਲ ਜਾਵੇ ਜੇ ਪੈਰ ਥੱਲੇ ਧਰਤੀ 'ਤੇ ਮਾਰੇ।
ਇਹ ਕਾਮਨ ਚੀਜ਼ਾਂ ਜਿਹੜੀਆਂ ਘਰਾਂ ਦੇ ਵਿੱਚ, ਇੱਕ ਆ ਵੀਡੀਓ ਸਰਫਸ ਹੋ ਰਹੀ ਆ, ਸਾਰੇ ਭੇਜ ਰਹੇ ਆ, ਬੰਦਾ ਦੇਖੋ ਤੁਸੀਂ ਕਿੱਡੀ ਕਿੱਡੀ ਐਕਸਟ੍ਰੀਮ ਲਾਈਫ ਦੇ ਵਿੱਚ ਬਿਟਰਨੈਸ ਹੋਏਗੀ, ਇੱਕ ਜੀਵਨ ਸਾਥੀ ਨੂੰ ਸਟੈਬ ਕਰਕੇ ਉਹਦੀ ਵੀਡੀਓ ਬਣਾ ਰਿਹਾ। ਉਹ ਵੀਡੀਓ ਦੇ ਵਿੱਚ ਉਹ ਕਹਿ ਰਿਹਾ ਮੈਂ ਤੈਨੂੰ ਕਿਹਾ ਸੀ ਤੂੰ ਨਾ ਕਰ ਰਿਹਾ ਇਸ ਤਰ੍ਹਾਂ ਨਾ, ਮੈਂ ਉਹਨੂੰ ਜਸਟੀਫਾਈ ਨਹੀਂ ਕਰਦਾ, ਉਹਦਾ ਦੂਜਾ ਪਾਸਾ ਕੀ ਆਵੇ ਇਹ ਸਮਾਂ ਹੋਊਗਾ, ਔਰ ਇਹ ਬਿਲਕੁਲ ਗਲਤ ਹੈ। ਇਹਦੀ ਮੁੱਢੋਂ ਸੁੱਢੋਂ ਨਿੰਦਿਆ ਕਰਦੇ ਆ, ਹੱਥ ਚੱਕਣ ਦਾ ਕੋਈ ਮਤਲਬ ਨਹੀਂ ਇੱਥੇ ਦੁਨੀਆ ਦੇ ਵਿੱਚ। ਤੁਸੀਂ ਨਹੀਂ ਤੁਹਾਡੀ ਬਣਦੀ, ਤੁਸੀਂ ਕਿਤੇ ਜਾ ਸਕਦੇ, ਅਗਲੇ ਦੀ ਜ਼ਿੰਦਗੀ ਉਹਦੀ ਆ, ਤੁਹਾਡੀ ਜ਼ਿੰਦਗੀ ਆਪਣੀ ਆ, ਤੇ ਹੁਣ ਇਹ 'ਚੋਂ ਕੀ ਖੱਟ ਲੈਣਾ। ਘਰ ਵਾਲੀ ਮਰ ਗਈ ਤੇ ਆਪ ਸੀਖਾਂ 'ਚ ਸੈਕੰਡ ਡਿਗਰੀ ਹੋ ਗਿਆ ਲਾਤਾ, ਤੇ ਹੁਣ ਤਾਂ ਸੈਕੰਡ ਕੀ ਤਾਂ ਫਸਟ ਹੀ ਲੱਗ ਰਿਹਾ ਜਿਵੇਂ ਉਹ ਦੱਸ ਰਿਹਾ। ਚਲੋ ਉਹਦੇ 'ਚ ਹੁਣ ਉਹ ਕਹਿ ਕੀ ਰਿਹਾ ਬੰਦਾ, ਹੁਣ ਚਲੋ ਇਸਤਰੀ ਤਾਂ ਬੋਲ ਕੇ ਕਹਿ ਨਹੀਂ ਰਹੀ, ਪਰ ਉਹ ਆਪਣਾ ਪੱਖ ਕਹਿ ਰਿਹਾ, ਮੈਂ ਤੈਨੂੰ ਕਿਹਾ ਸੀ ਤੂੰ ਨਾ ਕਰ, ਤੂੰ ਮੈਨੂੰ ਧਮਕੀਆਂ ਦਿੰਦੀ, ਮੈਨੂੰ ਇਹ ਬਹੁਤ ਚੀਜ਼ਾਂ ਨਾਰਮਲ ਨੇ। 911 ਨਾ ਇਉਂ ਲੱਗਦਾ ਜਿਵੇਂ ਢਾਲ ਹੋਵੇ ਗੈਂਡੇ ਦੇ ਸਿੰਗਾਂ ਦੀ ਬਣਾਈ ਹੋਈ, ਔਰ ਸਿਸਟਮ ਇਸ ਤਰ੍ਹਾਂ ਆਪਰੇਟ ਕਰਦਾ ਹੈ। ਵਨਰੇਬਲ ਪਰਸਨ ਨੂੰ ਸਮਝ ਕੇ ਇਸਤਰੀ ਬਈ ਉਨੀ ਤਾਕਤਵਰ ਨਹੀਂ, ਉਹ ਬੰਦੇ ਨੂੰ ਕਹਿੰਦੇ ਵੀ ਤੂੰ ਚੱਲ ਇੱਥੋਂ, ਤੂੰ ਫੇਰ ਇਹਦੇ 'ਤੇ ਹਮਲਾ ਕਰ ਸਕਦਾ, ਕੁਛ ਕਰ ਸਕਦਾ। ਚਲੋ ਇਹਦਾ ਮਿਸਯੂਜ਼ ਵੀ ਹੁੰਦਾ ਹੋਊਗਾ ਕਿਤੇ, ਇਹ ਨਹੀਂ ਮੈਂ ਗੱਲ ਕਰਦਾ, ਪਰ ਹੱਕ ਜਿਹੜਾ ਇਸਤਰੀ ਨੂੰ ਵੱਧ ਦਿੱਤਾ। ਬੱਚੇ ਕਿਉਂਕਿ ਮਾਂ ਪਾਲਦੀ ਹੈ, ਮਾਂ ਦੀ ਕਸਟਡੀ ਆ। ਹੁਣ ਇਹਦੇ 'ਚੋਂ ਬੱਚਿਆਂ ਦੀ ਵੀ ਗੱਲ ਕਰ ਰਿਹਾ, ਬਾਹਰਲੇ ਕਿਸੇ ਬੰਦੇ ਦੀ ਵੀ ਗੱਲ ਕਰ ਰਿਹਾ ਵੀ ਤੂੰ ਉਹਦੇ ਪਿੱਛੇ ਲਾ ਕੇ ਆਹ ਕੋ ਕਰਦੀ ਰਹੀ। ਐਨੀਵੇਜ਼ ਮੈਂ ਕੇਸ ਦੀ ਨਹੀਂ ਗੱਲ ਕਰ ਰਿਹਾ, ਜਨਰਲ ਗੱਲ ਕਰਦਾ। ਪਰਿਵਾਰ ਦੇ ਵਿੱਚ ਇੱਕ ਇੱਥੇ ਜਿਹੜੀ ਹੁਣ ਸਾਡੀ ਬਿਮਾਰੀ ਜਿਹੜੀ ਸ਼ੁਰੂ ਹੋਈ ਹੈ ਨਾ ਲੇਟਲੀ, ਪਿਛਲੇ 2-3 ਸਾਲਾਂ ਤੋਂ, ਉਹ ਬਿਮਾਰੀ ਇਹ ਆ ਵੀ ਸੋਸ਼ਲ ਮੀਡੀਆ 'ਤੇ ਸ਼ੋਅ ਆਫ ਕਰਨ ਦੀ, ਪਾਰਟੀਜ਼ ਦੇ ਵਿੱਚ ਸ਼ੋਅ ਆਫ ਕਰਨ ਦੀ, ਇਕੱਠਾਂ 'ਚ ਸ਼ੋਅ ਆਫ ਕਰਨ ਦੀ, ਖਰਚੇ ਵਧਾਉਣ ਦੀ, ਕੱਪੜਾ ਲੱਤਾ, ਘੜੀਆਂ, ਅਤੇ ਮੇਰਾ ਮੇਰੀ ਜਿਊਲਰੀ, ਮੇਰੇ ਕੱਪੜੇ, ਦੋਨਾਂ ਦੀ ਕਾਮਨ ਗੱਲ ਕਰ ਰਿਹਾ, ਮੇਰੀਆਂ ਗੱਡੀਆਂ, ਇਹ ਇੰਨੇ ਲੱਖ ਦੀ ਹੈ, ਸਾਡੀ ਰੇਂਜ ਆ, ਇਹ ਸਾਡਾ ਰੋਲਸ ਹੈ। ਹੁਣ ਰੋਲਸ ਰੋਇਸ ਦੇ ਵੀ ਅੱਧੇ ਸ਼ਬਦ ਬੋਲਦੇ ਆ। ਇਹਨੇ ਡੰਡਾ ਬਹੁਤ ਡੁੱਕਿਆ ਹੋਇਆ। ਉਹ ਕਹਿੰਦੀ ਬੇਬੇ ਊਠ ਮਿਲਦਾ, ਕਹਿੰਦੀ ਕਿੰਨੇ ਦਾ ਮਿਲਦਾ ਪੁੱਤ, ਕਹਿੰਦਾ 5 ਦਾ ਮਿਲਦਾ, ਕਹਿੰਦੀ ਹੈ ਨਹੀਂ ਭਾਈ ਮਹਿੰਗਾ। ਜਿੱਦਣ 500 ਦਾ ਲੈ ਕੇ ਦਿੱਤਾ ਬੇਬੇ ਨੇ, ਉਹ ਕਹਿੰਦਾ 5 ਦਾ ਮਿਲਦਾ ਸੀ, ਹੁਣ 500 ਦਾ ਲੈ ਕੇ ਦਿੰਨੀ ਆ। ਉਹ ਕਹਿੰਦੀ ਪੁੱਤ 5 ਨਹੀਂ ਸੀ ਉਦੋਂ, ਹੁਣ 500 ਨੇ। ਜਿਹੜਾ ਕੋਈ ਅਫੋਰਡ ਕਰਦਾ ਹੈ ਉਹ ਕੁਛ ਲਈ ਚੱਲੇ। ਉਹ 1% ਨੇ, ਲੱਖ ਦੇ ਵਿੱਚੋਂ 1000 ਬੰਦਾ ਹੈ, ਠੀਕ ਹੈ। ਅਤੇ ਜਿਹੜੇ ਅਸੀਂ ਬਾਕੀ ਸੰਗਤ ਤੁਰੀ ਫਿਰਦੀ ਆ ਡਾਂਗ ਤੇ ਡੇਰੇ ਪ੍ਰਸ਼ਾਦਾ ਪਾਣੀ ਵਾਲੇ 30 ਤਰੀਕ ਨੂੰ ਪੂਰੇ ਜਿਨ੍ਹਾਂ ਦੇ ਹੁੰਦੇ ਨੇ, ਜੇ ਉਹ ਫਾਹਾ ਲੈਣਗੇ, 4-4 ਹਜ਼ਾਰ ਗੱਡੀਆਂ ਦੀ ਲੀਜ਼ ਲੈਣਗੇ, ਜਾਂ ਉਹ 10-10 8 ਹਜ਼ਾਰ ਦਾ ਸੂਟ ਦਿਖਾਉਣਗੇ, ਜਾਂ ਉਹ ਪਰਸ ਦਿਖਾਉਣਗੇ $1000 ਦਾ, ਬੈਲਟ ਦਿਖਾਉਣਗੇ $1000 ਦੀ, ਘੜੀ ਦਿਖਾਊਗਾ ਮੇਰੇ ਕੋਲ 75,000 ਦੀ, 80,000 ਦੀ, ਲੱਖ ਦੀ, ਅਤੇ ਉਹ ਕਿਵੇਂ ਪੂਰੇ ਹੋਣਗੇ? ਜਦ ਪੈਸੇ ਘਰ 'ਚੋਂ ਮਿਕਣੇ ਨੇ, ਕਲੇਸ਼, ਉਹਦੇ ਲਈ ਕੰਮ ਵੱਧ ਕਰਨਾ ਪੈਣਾ, એનર્ਜੀ ਲੱਗਣੀ ਹੈ, એનર્ਜੀ ਦੇ ਵਿੱਚੋਂ ਬਾਹਰ ਹੋਣਾ, ਅਤੇ ਸਮਾਂ ਨਹੀਂ ਇੱਕ ਦੂਜੇ ਲਈ ਦੇਣਾ, ਅਤੇ ਕਲੇਸ਼ ਕਿਸੇ ਦੇ ਦੇਖ ਕੇ, ਉਹਦਾ ਵੱਡਾ ਘਰ, ਉਹਦਾ ਛੋਟਾ ਘਰ, ਉਹਦਾ ਤੇ ਉਹਦਾ ਸੰਪੂਰਨ। ਤੁਸੀਂ ਜਦ ਆ ਕੇ ਕਿਸੇ ਬੇਸਮੈਂਟ 'ਚ ਜ਼ਿੰਦਗੀ ਸ਼ੁਰੂ ਕਰਦੇ ਹੋ ਤਾਂ ਉਸ ਸਮੇਂ ਕਿਵੇਂ ਬਣਦੀ ਆ ਬਈ? ਜਿਉਂ-ਜਿਉਂ ਵੱਡੇ ਹੋ ਰਹੇ ਹੋ ਤਿਉਂ-ਤਿਉਂ ਘਰ ਵੱਡੇ ਹੋ ਰਹੇ ਨੇ, ਬੱਚੇ ਵੱਡੇ ਹੋ ਰਹੇ ਨੇ, ਗੱਡੀਆਂ, ਮਟੀਰੀਅਲਿਸਟਿਕ ਲਾਈਫ ਖਰਾਬ ਹੋ ਰਹੀ ਆ, ਅਤੇ ਉਹਦੇ 'ਚ ਮੁਸ਼ਕ ਆਉਣ ਲੱਗ ਜਾਂਦਾ ਇੱਕ ਦੂਜੇ ਤੋਂ। ਇਹਨੂੰ ਤਾਂ ਫਰੇਗਰੈਂਸ ਨਹੀਂ ਲਾਉਣੀ ਆਉਂਦੀ, ਇਹਨੂੰ ਪਰਫਿਊਮ ਨਹੀਂ ਲਾਉਣਾ ਆਉਂਦਾ, ਇਹਨੂੰ ਕਲੋਨ ਨਹੀਂ ਲਾਉਣੀ ਆਉਂਦੀ, ਇਹਨੂੰ ਅੰਡਰ ਆਰਮ ਨਹੀਂ ਲਾਉਣਾ ਆਉਂਦਾ, ਇੱਕ ਦੂਜੇ ਨੂੰ ਕਹੀ ਜਾਂਦੇ ਨੇ ਕਈ। ਸਮੈਲ ਆਉਂਦੀ ਹੈ ਇਹਦੇ ਤੋਂ, ਬਹਿਣਾ ਨਹੀਂ ਆਉਂਦਾ ਇਹਨਾਂ ਨੂੰ, ਖਾਣਾ ਨਹੀਂ ਆਉਂਦਾ। ਕਈ ਨਾ ਘਰ ਵਾਲੀਆਂ ਨੂੰ, ਉੱਥੋਂ ਹੀ ਆਪਾਂ ਆਏ ਹਾਂ ਪੰਜਾਬ 'ਚੋਂ, ਸਾਡੀਆਂ ਘਰ ਵਾਲੀਆਂ ਬਾਹਲੀਆਂ ਦੇਸੀ ਨੇ, ਕਈ ਕਹਿੰਦੇ ਨੇ ਜਿਵੇਂ ਆਪ ਅਸੀਂ ਬਹੁਤ ਵੱਡੇ ਹੋਏ ਹਾਂ, ਅਤੇ ਜਿਵੇਂ ਅਸੀਂ ਇੰਗਲੈਂਡ 'ਚ ਜੰਮੇ ਹਾਂ ਅਤੇ ਘਰ ਵਾਲੀਆਂ ਸਾਡੀਆਂ ਪੰਜਾਬ ਜੰਮੀਆਂ। ਨਹੀਂ, ਅਸੀਂ ਸਾਰੇ ਉਹ ਪਿੰਡਾਂ 'ਚੋਂ ਆਏ ਹਾਂ। ਮਰਦ ਵੈਸੇ ਹੀ ਫੀਲ ਕਰਦਾ ਵੀ ਮੈਨੂੰ ਬਾਹਲੀ ਅਕਲ ਹੈ, ਇਸ ਤਰ੍ਹਾਂ ਨਹੀਂ ਹੈ। ਜੇ ਜਨਾਨੀਆਂ ਨਹੀਂ ਬੋਲਦੀਆਂ, ਇਸਤਰੀਆਂ ਨਹੀਂ ਬੋਲਦੀਆਂ, ਕਿਤੇ ਇਹ ਨਹੀਂ ਹੈ ਵੀ ਉਹਨਾਂ ਨੂੰ ਪਤਾ ਨਹੀਂ, ਉਹਨਾਂ ਨੂੰ ਸਭ ਪਤਾ ਹੈ। ਪਤਾ ਲੱਗ ਜਾਂਦਾ ਤੁਰਦੇ ਦਾ, ਜਿਵੇਂ ਤੁਹਾਨੂੰ ਤੁਰਦੇ ਦਾ ਪਤਾ ਲੱਗਦਾ, ਉਹਨੂੰ ਵੀ ਪਤਾ ਲੱਗਦਾ ਤੁਰਦਾ ਵੀ ਅੱਜ ਤੁਰਦਾ ਕਿਵੇਂ ਹੈ। ਅਤੇ ਇਹਨਾਂ ਕਲੇਸ਼ਾਂ ਦੇ ਵਿੱਚ ਕੁਛ ਨਹੀਂ। ਔਰ ਇੱਕ ਹੋਰ ਵੱਡੀ ਕਹਾਣੀ ਹੈ, ਇੱਥੇ ਸਲਾਈਏ ਨੇ ਨਾ ਜਿਹੜੇ ਦੂਜੇ ਦਾ ਘਰ ਪੱਟਣ ਵਾਲੇ, ਉਹ ਬਹੁਤ ਵੱਡੀ ਗਿਣਤੀ ਹੈ। ਕੁੜੀ ਵਿਆਹਤੀ, ਉਹਦੇ ਘਰ ਦਾ ਖਹਿੜਾ ਨਹੀਂ ਛੱਡਣਾ, ਆਹ ਕਰਦੇ, ਇਹ ਕਰਦੇ, ਉਹ ਕਰਦੇ, ਤੂੰ ਇੱਧਰ ਆ ਜਾ ਕਰ ਸਾਰਾ ਦਿਨ, ਇਹ ਜਿਹੀਆਂ ਗੱਲਾਂ।
ਕਈ ਮੁੰਡੇ ਘਰਾਂ 'ਚ ਸਹੁਰਿਆਂ ਦੇ ਵਾਲੇ ਪਾਸੇ ਰਹਿੰਦੇ ਆ, ਉਹ ਸਹੁਰਿਆਂ ਦੇ ਸ਼ਿੰਗੜੀ ਲਾਈ ਰੱਖਦੇ ਆ। ਪ੍ਰਾਹੁਣਾ ਸਾਲੇ ਹਾਰ ਚੱਕਤੀ, ਸਾਲੇ ਨੂੰ ਕਹਿਤਾ ਕੁਛ, ਮਤਲਬ ਉਹ ਵੀ ਕਲੇਸ਼। ਘਰ ਦਾ ਜਿਹੜਾ ਇੱਕ ਛੱਤ ਆ ਜਿੱਥੇ ਤੁਸੀਂ ਮੁੜ ਕੇ ਜਾਣਾ ਆਥਣੇ, ਉਹਦੇ 'ਚ ਜੇ ਕਲੇਸ਼ ਆ ਫਿਰ ਉਹ ਜ਼ਿੰਦਗੀ ਕਾਹਦੀ ਹੈ? ਕੱਖ ਨਹੀਂ ਹੈ। ਜਿਹੜਾ ਡਬਲ ਸਟੈਂਡਰਡ ਆ ਨਾ ਵੀ ਮੇਰਾ ਮੇਰਾ ਤੇ ਤੇਰਾ ਤੇਰਾ, ਮੇਰੇ ਗੈਸਟ ਮੇਰੇ ਨੇ, ਤੇਰੇ ਗੈਸਟ ਤੇਰੇ ਨੇ, ਮੇਰੇ ਮਾਪੇ ਮੇਰੇ ਨੇ, ਤੇਰੇ ਮਾਪੇ, ਇਸ ਤਰ੍ਹਾਂ ਕਿਵੇਂ ਹੋ ਜੂ ਕਹਾਣੀ? ਮੇਰਾ ਬੈਂਕ ਬੈਲੈਂਸ ਮੇਰਾ, ਤੇਰਾ ਬੈਂਕ ਬੈਲੈਂਸ ਤੇਰਾ। ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਇੱਕ ਹਾਊਸ ਹੋਲਡ ਆ, ਇੱਕ ਪਰਿਵਾਰ ਆ ਇਹ। ਨੋ, ਉਹ ਦਿਨ ਘਟੀ ਹੈ, ਉਹ ਪਰਿਵਾਰ ਨਹੀਂ ਹੈ। ਇਹੋ ਜਿਹੀ ਜ਼ਿੰਦਗੀ ਜਦ ਤੁਸੀਂ ਜਿਉਂਦੇ ਹੋ ਜਿਹਦੇ ਜਿਹੜੇ ਘਰ 'ਚ ਕਲੇਸ਼ ਆ, ਉਹਦੇ ਨਾਲ ਤਾਂ ਬੰਦਾ ਇਕੱਲਾ ਹੋ ਜਾਵੇ, ਇਸਤਰੀ ਇਕੱਲੀ ਹੋ ਜਾਵੇ, ਮਾਰ ਧਾੜ ਤੇ ਪੁਲਿਸ ਇਨਵੋਲਵ, ਉਹਦੇ ਬਾਅਦ ਤੇ ਵਕੀਲ ਇਨਵੋਲਵ, ਤੇ ਬਹੁਤ ਕੁਛ ਆ। ਹੁਣ ਕਿੰਨੇ ਕਤਲ ਜਿਹੜੇ ਪਿਛਲੇ ਲੋਅਰ ਮੇਨਲੈਂਡ 'ਚ ਹੋਏ ਨੇ, ਕਿੰਨੇ ਬੰਦੇ ਫੜੇ ਗਏ, ਕਿਸੇ ਨੇ ਇੱਧਰ ਦੀ ਹੋਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਇੱਧਰ ਦੀ, ਫੜ ਲੈਂਦੀ ਆ ਪੁਲਿਸ ਉਹਨਾਂ ਨੂੰ। ਕਿੱਥੇ ਭੱਜ ਲਓਗੇ ਤੁਸੀਂ ਕੈਮਰੇ ਦਾ ਸਿਰ 'ਤੇ? ਕਈ ਮੰਨੇ ਜਾਂਦੇ ਨੇ, ਪਰ ਉਹਦੇ 'ਚ ਜਿਹਦੇ ਲਈ ਇੱਕ ਪਰਿਵਾਰ ਬਣਾਉਣ ਦੇ ਲਈ ਤੁਸੀਂ ਕੋਸ਼ਿਸ਼ ਕਰਦੇ ਹੋ, ਉਹਦੇ ਵਿੱਚ ਰੱਖਿਆ ਕੀ ਆ? ਫਿਰ ਖਤਮ ਹੋ ਗਈ ਕਹਾਣੀ। ਸਿਸਟਮ 'ਚੋਂ ਜਿਹਦੇ 'ਚੋਂ ਅਸੀਂ ਆਏ, ਉੱਥੇ ਇੱਕ ਹੋਰ ਸਿਸਟਮ ਸੀ, ਉਹ ਅਸੀਂ ਰਹਿਣੇ ਇੱਥੇ ਆ ਤੇ ਸਿਸਟਮ ਉਹ ਅਡਾਪਟ ਕੀਤਾ ਹੋਇਆ। ਰਹਿਣੇ ਕੈਨੇਡਾ ਜਾਂ ਸੋਚਦੇ ਪੰਜਾਬ ਵਾਂਗੂ, ਉੱਥੇ ਤਾਂ ਘਰਾਂ ਦੀਆਂ ਸਵਾਣੀਆਂ ਕੰਮ ਨਹੀਂ ਸੀ ਕਰਦੀਆਂ, ਬੰਦਾ ਲਿਆਉਂਦਾ ਸੀ ਸਾਰਾ ਕੁਛ ਕਰਕੇ, ਤੇ ਉਹਨੂੰ ਕੋਈ ਫਿਕਰ ਥੋੜ੍ਹਾ ਸੀ ਚੁੱਲ੍ਹੇ ਚੌਂਕੇ ਦਾ ਤੇ ਕੱਪੜੇ ਲੱਤੇ ਦਾ ਫਿਕਰ ਸੀ। ਇੱਥੇ ਉਹ ਬਰਾਬਰ ਦੇ ਤੁਹਾਡੇ ਕੰਮ ਕਰਦੀ ਹੈ। ਸੋ ਉਹਦੀ ਵੀ ਖਿੱਚ ਧੂ ਆ, ਜੇ ਉਹਦੀ ਮਦਦ ਹੋ ਜਾਵੇ ਉਸ ਘਰ ਦੇ ਵਿੱਚ। ਮਾਪੇ ਘਰੇ ਬੈਠੇ ਨੇ, ਮਾਪੇ ਕੁਛ ਥੋੜ੍ਹਾ ਬਹੁਤਾ ਕੰਮ ਕਰਾ ਲੈਣ ਐਬਸੈਂਸ ਦੇ ਵਿੱਚ, ਬੰਦਾ ਨਾਲ ਕੰਮ ਕਰ ਲਵੇ ਤੇ ਇੱਕ ਦੂਜੇ ਦੀ ਇੱਜ਼ਤ ਹੋਵੇ। ਕਲੇਸ਼ ਦੇ ਕਾਰਨ ਕਈ ਤਾਂ ਹੈ ਨਾ ਬਈ, ਘਰ ਦੇ ਵਿੱਚ ਪੈਸਾ ਨਹੀਂ, ਘਰ ਦੇ ਵਿੱਚ ਕੋਈ ਤੰਗੀ ਹੈ, ਘਰ ਦੇ ਵਿੱਚ ਕੋਈ ਉਂਗਲ ਕਰਦਾ ਹੈ। ਕਈ ਵਾਰ ਤੁਹਾਡਾ ਸੁਭਾਅ ਚੰਦਰਾ ਹੁੰਦਾ ਜਿਹਦਾ ਇਲਾਜ ਕੋਈ ਨਹੀਂ। ਹੁਣ ਮੈਂ ਕਹਾਂ ਵੀ ਮਾਈ ਵੇ ਔਰ ਹਾਈਵੇ, ਮੈਂ ਜਿਵੇਂ ਸੋਚਣਾ ਉਸ ਤਰ੍ਹਾਂ ਹੀ ਘਰ 'ਚ ਉਹ ਇਸ ਤਰ੍ਹਾਂ ਕਿਵੇਂ ਹੋਊ? ਔਰ ਉਹਦੇ 'ਚ ਕਿੱਡੀ ਐਨਰਜੀ ਲੱਗਦੀ ਆ। ਉਹ ਕਹਿੰਦੇ ਨੇ ਵੀ ਕਈ ਹੁਣ ਜਿਹੜੇ 50 ਟੱਪ ਜਾਂਦੇ ਨੇ, ਉਹ ਕਹਿੰਦੇ ਕੋਈ ਨਾ 60-65 ਦੇ ਹੋ ਕੇ ਪਰਾਂ ਹੋਵਾਂਗੇ। 60-65 ਦੇ ਹੋ ਕੇ ਪਰਾਂ ਕੀ ਹੋਣਾ? ਉੱਥੇ ਰਹਿ ਕੀ ਜਾਣਾ ਪਰਾਂ ਹੋਣ ਨੂੰ? ਤੁਹਾਡੇ ਕੋਲ ਟਿੱਕੀਆਂ ਛਕਣੀਆਂ ਦੋ, ਫਿਰ ਉਹ ਪਰਾਂ ਜਾ ਕੇ ਕੀ ਕਰ ਲਓਗੇ? ਕਈ ਬਹੁਤ ਨੇ ਜਿਹੜੇ 60 ਸਾਲ ਤੋਂ ਬਾਅਦ ਡਿਵੋਰਸ ਹੋ ਰਹੇ ਨੇ, ਰੇਟ ਬੜੇ ਨੇ, ਉਹ ਕਹਿੰਦੇ ਵੀ ਜ਼ਿੰਮੇਵਾਰੀਆਂ ਬੱਚੇ ਨੇ ਪੂਰੀਆਂ ਕਰਦੇ, ਅਸੀਂ ਪਰਾਂ ਹੋ ਗਏ। ਪਰ ਉਹ 'ਚ ਕੱਢਣ ਪਾਉਣ ਨੂੰ ਕੀ ਆ ਬਾਅਦ 'ਚ? ਕਈ ਵਾਰ ਨੇੜੇ ਦੀ ਚੀਜ਼ ਨਾ ਚੰਗੀ ਨਹੀਂ ਲੱਗਦੀ, ਦੂਰ ਦੇ ਢੋਲ ਸੁਹਾਣੇ ਲੱਗਦੇ ਨੇ। ਚੱਕਵਾਂ ਚੁੱਲ੍ਹਾ ਜਿਹੜਾ ਹੈ ਉਹ ਮੁੱਕ ਜਾਂਦਾ ਇੱਕ ਦਿਨ, ਚੱਕਦੇ ਚੁੱਲ੍ਹੇ ਤੁਹਾਡੇ ਮੁਰਚੇ ਮੁੜ ਜਾਂਦੇ ਨੇ। ਗਰਮ ਹੁੰਦਾ ਬਹੁਤ, ਉਹ ਚੱਕ ਨਹੀਂ ਹੁੰਦਾ, ਸੇਕ ਬਹੁਤ ਹੁੰਦਾ, ਹੱਥ ਝੁਲਸ ਜਾਂਦੇ ਨੇ, ਫਿਰ ਹੱਥੋਂ ਛੁੱਟ ਜਾਂਦਾ, ਟੁੱਟ ਜਾਂਦਾ। ਲੱਗਦਾ ਹੁੰਦਾ ਕੁਝ ਸਮਾਂ ਹੋਵੇ, ਨੇ ਬਹੁਤ ਕੁਝ, ਮੈਂ ਕਹਿੰਦਾ ਦੁਨੀਆ ਹੀ ਹੋਰ ਹੈ, ਫਰਕ ਬਹੁਤ ਹੈ। ਕੁਛ ਨਹੀਂ ਹੈ, ਇਸ ਤਰ੍ਹਾਂ ਨਹੀਂ ਹੁੰਦਾ। ਜਿਹਨੇ ਜ਼ਿੰਦਗੀ ਦੇ ਵਿੱਚ ਖੁਸ਼ੀ ਲੈਣੀ ਆ, ਉਹ ਹੁਣ ਦੇ ਸਿਸਟਮ 'ਚ ਵੀ ਖੁਸ਼ ਹੋ ਸਕਦਾ, ਪਰ ਇਹਦੇ ਲਈ ਇੱਕ ਟੇਬਲ ਟਾਕ ਦੀ ਜ਼ਰੂਰਤ ਹੈ ਜਿੱਥੇ ਬੱਚੇ ਇਨਵੋਲਵ ਕੀਤੇ ਜਾਣ। ਉਹ ਵੀ ਟਿਕੀ ਰਾਤ ਕੁੰਡਾ ਲੜਦੇ, ਤੇ ਜਦ ਗਾਲਾਂ ਦੁੱਪੜ ਹੁੰਦੀ ਆ ਤੇ ਕੁੱਤਿਆ ਹੁੰਦੀ ਆ, ਉਹ ਵੀ ਜਦ ਵੀ ਘਰ ਸੁਣਦਾ ਹੀ ਹੁੰਦਾ। ਉਦੋਂ ਪਹਿਲਾਂ ਬਿਠਾ ਕੇ ਕਰ ਲਈਏ ਗੱਲ ਆਪਾਂ, ਤੇ ਘਰ ਆਪੇ ਹੀ ਤੁਸੀਂ ਸੈੱਟ ਕਰ ਸਕਦੇ ਹੋ। ਬਾਹਰਲਾ ਬੰਦਾ ਨਹੀਂ ਸੈੱਟ ਕਰ ਸਕਦਾ ਤੁਹਾਡਾ ਘਰ। ਜੇ ਤੁਸੀਂ ਕਹੋ ਵੀ ਬਾਹਰਲਾ ਰਿਸ਼ਤੇਦਾਰ ਆ ਕੇ ਸੈੱਟ ਕਰੇ, ਤੇ ਆਪਣੀ ਲਲਕ ਆ ਜਿਹੜੀ ਇਨਸਾਨ ਦੀ, ਦਿਮਾਗੀ ਲਲਕ, ਚਾਹੇ ਉਹ ਪਦਾਰਥਵਾਦੀ ਸਮਾਨ ਦੀ ਹੈ, ਚਾਹੇ ਸਰੀਰ ਦੀ ਲਲਕ ਹੈ, ਉਹਦੇ ਤੋਂ ਤੁਹਾਨੂੰ ਬਾਹਰ ਨਿਕਲਣਾ ਪੈਣਾ। ਫਿਰ ਕਈ ਵਾਰ ਸਾਡੇ ਪਰਿਵਾਰਕ ਬੈਕਗਰਾਊਂਡ ਦਾ ਬੜਾ ਸਿਰ 'ਤੇ ਵਜ਼ਨ ਆ, ਉਸ ਅਸੀਂ ਖਾਨਦਾਨੀ ਬੰਦੇ ਹਾਂ, ਅਸੀਂ ਵੱਡੇ ਬੰਦੇ ਹਾਂ, ਅਸੀਂ ਜੇ ਮੂਹਰੇ ਪਿਆ ਕਹਿੰਦਾ ਕਿੱਡੇ ਕਹਿੰਦਾ ਡਿੱਗਦੇ ਹੀ ਨੇ, ਦੇਖ ਲਾ ਗਲ 'ਚ ਕਿੱਡੇ ਡਿੱਗਦੇ ਨੇ। ਦੱਸਣ ਦੀ ਨਹੀਂ ਲੋੜ ਵੀ ਅਸੀਂ ਖਾਨਦਾਨੀ ਬੰਦੇ ਹਾਂ, ਖਾਨਦਾਨੀ ਮੂਹਰੇ ਦਿਖਦੀ ਹੁੰਦੀ ਹੈ। ਤੇ ਇਹ ਬਹੁਤ ਇਹ ਹੁੰਦੀ ਹੈ ਕਿ ਜੋ ਅੱਜ ਕੱਲ੍ਹ ਬੜਾ, ਮੈਂ ਜਵਾਕ ਕਿਊਂਟ ਲਵਾਂ, ਉਹਦੇ ਬਾਅਦ ਵਿਹਲੇ ਜਵਾਕ ਜਦ ਨੂੰ ਕਿਊਂਟਣੇ, ਜਦ ਨੂੰ ਤਾਂ 65 ਤੇ ਤੁਸੀਂ ਹੋ ਜਾਣਾ। ਫਿਰ ਤਾਂ ਗੱਲਾਂ ਨੇ, 7 ਰੋਗ ਲੱਗ ਜਾਂਦੇ ਨੇ, ਸਵੇਰੇ ਗੋਲੀਆਂ ਫੜਾਉਣ ਵਾਲਾ ਕੋਈ ਚਾਹੀਦਾ। ਸੋ ਰਹਿੰਦੇ ਜੀ, ਜੇ ਜ਼ਿੰਦਗੀ ਵਧੀਆ ਹੋ ਜਾਵੇ ਤੇ ਤੁਹਾਡੇ ਘਰ ਦਾ, ਤੁਹਾਡੇ ਹਾਊਸ ਹੋਲਡ ਦੀ ਜਿਹੜੀ ਮੁਸ਼ਕਲ ਹੈ ਉਹ ਤੁਸੀਂ ਉਹ ਨਿਬੇੜਨੀ ਆ, ਕਿਸੇ ਨੇ ਨਹੀਂ ਨਿਬੇੜਨੀ। ਬਿਲਕੁਲ ਨਹੀਂ ਕੋਈ ਨਿਬੇੜੂਗਾ। ਸਵਾਦ ਲਊਗਾ, ਜਿਹਨੂੰ ਮਰਜ਼ੀ ਬਿਠਾ ਲਓ ਲਿਆ ਕੇ ਲਿਵਿੰਗ ਰੂਮ 'ਚ, ਗਾੜੀ ਚਾਹ ਪੀ ਕੇ ਅਗਲਾ ਮੁੱਛਾਂ 'ਤੇ ਫੇਰ ਕੇ ਹੱਥ ਕਹਿੰਦਾ ਹਾਂ ਭਾਈ ਦੱਸੋ ਤੁਹਾਡੀ ਮੁਸ਼ਕਲ ਕੀ ਹੈ। ਮੁਸ਼ਕਲ ਤਾਂ ਉਹਦੀ, ਜਿੱਥੋਂ ਉਹ ਆਇਆ ਉਹ ਵੀ ਮੁਸ਼ਕਲ 'ਚੋਂ ਹੀ ਆਇਆ, ਉਹ ਕਿਹੜਾ ਚੰਦ ਤੋਂ ਉਤਰਿਆ। ਇਸ ਦਾ ਖਿਆਲ
ਘਰ ਦੇ ਵਿੱਚ ਜਾਂ ਤੁਸੀਂ ਸਤਿਕਾਰ ਜਿਹੜਾ ਦੂਹਰਾ ਮਾਪਦੰਡ ਹੈ ਵੀ ਮੇਰੇ ਲਈ ਆਹ, ਮੇਰੇ ਓਨ ਲਈ ਆਹ, ਤੇਰੇ ਲਈ ਆਹ, ਉੱਥੇ ਪੰਗਾ ਹੈ। ਜਦ ਉਹਨੂੰ ਤੁਸੀਂ ਇੱਕ ਸਾਰਤਾ 'ਚ ਲੈ ਕੇ ਆਓਗੇ ਫਿਰ ਤੁਸੀਂ ਵਧੀਆ ਰਹੋਗੇ। ਕਿਉਂ ਮੁਸ਼ਕ ਆਉਂਦਾ ਦੂਜੇ ਦੇ ਬਜ਼ੁਰਗਾਂ ਤੋਂ, ਆਪਣੇ 'ਚੋਂ ਕਿਉਂ ਮੇਰਾ ਡੈਡੀ ਜੀ ਆ ਤੇ ਤੇਰਾ ਬੁੜਾ? ਇਹਦੇ ਨਾਲ ਤੁਸੀਂ ਕਿਵੇਂ ਤੁਸੀਂ ਇਹਨੂੰ ਜਸਟੀਫਾਈ ਕਰੋਗੇ ਬਈ? ਜਿਵੇਂ ਤੁਸੀਂ ਪੈਦਾ ਕੀਤੇ ਹੋ ਉਸ ਤਰ੍ਹਾਂ ਹੀ ਅਗਲੇ ਦੂਜੇ ਸਾਥੀ ਦੇ ਮਾਪੇ ਨੇ, ਉਹ ਜੇ ਉਹ ਕਹਿੰਦਾ ਵੀ ਮੇਰੇ ਮਾਪਿਆਂ ਦਾ ਮਾਣ ਹੋਵੇ, ਤੁਹਾਨੂੰ ਉਹਦਿਆਂ ਦਾ ਪਹਿਲਾਂ ਕਰਨਾ ਪੈਣਾ। ਇਹ ਬਹੁਤ ਵੱਡਾ ਇਸ਼ੂ ਆ। ਫਿਰ ਜਵਾਕਾਂ ਦੀ ਵੰਡ, ਜਵਾਕਾਂ ਦੇ ਪਿੱਠ 'ਤੇ, ਜਵਾਕਾਂ ਦੇ ਕੰਨਾਂ ਦੇ ਵਿੱਚ ਬਲੇਲ, ਤੇਰਾ ਬਾਪੂ ਪਿਓ ਐਂ ਕਰਦਾ, ਉਹ ਕਹਿੰਦਾ ਤੇਰੀ ਮਾਂ ਐਂ ਕਰਦੀ ਆ। ਕਰ ਰਹੇ ਨੇ ਘਰ ਲਈ ਦੋਨੇ। ਐਂਡ ਆਫ ਦਾ ਡੇ ਜਦ ਉਹ ਕਹਿੰਦੇ ਨੇ ਵੀ ਅਸੀਂ ਫੁਰ, ਉਹ ਕਹਿੰਦਾ ਯਾਰ ਕੁਛ ਵੀ ਨਹੀਂ, ਇਹ ਤਾਂ ਖੱਟਿਆ ਤਾਂ ਜ਼ਿੰਦਗੀ ਲੱਗ ਗਈ, ਚਿੱਟੇ ਹੋ ਗਏ। ਹਾਊਸ ਹੋਲਡ ਦੇ ਵਿੱਚ ਮੈਂ ਬਹੁਤ ਵਾਰ ਮਹਿਸੂਸ ਕੀਤਾ, ਬਹੁਤ ਪਰਿਵਾਰਾਂ ਦੇ ਵਿੱਚ ਆਪਾਂ ਵਿਚਰਦੇ ਹਾਂ, ਆਪਣੇ ਪਰਿਵਾਰ 'ਚ ਵੇਖਦੇ ਹਾਂ ਯਾਰ, ਜਦ ਇੱਕ ਬੈਡਰੂਮ ਦੀ ਬੇਸਮੈਂਟ 'ਚ ਤੁਸੀਂ ਰਹਿੰਦੇ ਸੀ, ਕਿੱਡੇ ਤੁਸੀਂ ਪਿਆਰ ਨਾਲ ਰਹਿੰਦੇ ਸੀ। ਜਿਉਂ-ਜਿਉਂ ਮਹਿਲ ਛੱਤਣ ਲੱਗ ਗਏ ਤਿਉਂ-ਤਿਉਂ ਮਹਿੰਗੀਆਂ ਕਾਰਾਂ ਤੇ ਕੱਪੜੇ ਤੇ ਲੱਤਾਂ ਤੇ ਪਾਰਸਲ ਆ ਗਿਆ ਓਏ, ਪਾਰਸਲ ਮੁੜ ਗਿਆ ਓਏ। ਮੈਂ ਤਾਂ ਇੱਕ ਵਾਰ ਪਾ ਕੇ ਦੂਜਾ ਪਾਉਂਦਾ ਹੀ ਨਹੀਂ। ਮੈਂ ਇੱਕ ਵਾਰ ਸੂਟ ਪਾ ਕੇ ਦੂਜੀ ਵਾਰ ਇਹਨੂੰ ਪਿੰਡੇ ਨੂੰ ਨਹੀਂ ਲਾਉਂਦੀ। ਭਰੀਆਂ ਪਈਆਂ ਨੇ ਕਲੋਜ਼ ਨਾਲ। ਦੱਸ ਕਿਹੜੀ ਇਹ ਮੈਨੂੰ ਬਹਾਦਰੀ ਹੈ? ਇਹ ਕੀ ਇਹਦੇ 'ਚੋਂ ਕੱਢਿਆ ਪਾਉਣਾ? ਕਈਆਂ ਦਾ ਰਹਿਣ ਦਾ ਵਤੀਰਾ ਬਦਲ ਲਿਆ। ਨਹੀਂ ਅਸੀਂ ਇਸ ਤਰ੍ਹਾਂ ਹੀ ਹੁੰਦੇ ਹਾਂ, ਆਜ਼ਾਦ ਪੰਛੀ ਹੋ ਗਏ ਅਸੀਂ। ਫਿਰ ਉੱਥੋਂ ਕਹਾਣੀਆਂ ਵਿਗੜਦੀਆਂ ਅਤੇ ਉਸ ਦੇ ਵਿੱਚੋਂ ਸੰਪੂਰਨ ਪਰਿਵਾਰ ਦੇ ਵਿੱਚੋਂ ਤੁਸੀਂ ਟੁੱਟੇ ਹੋਏ ਪਰਿਵਾਰ ਦੇ ਵਿੱਚੋਂ ਸੰਪੂਰਨ ਜਵਾਕ ਨਹੀਂ ਜਾ ਸਕਦੇ, ਕੱਢ ਨਹੀਂ ਸਕਦੇ ਵਿੱਚੋਂ। ਹਰ ਇੱਕ ਦਾ ਆਪਣਾ ਇੱਕ ਰੋਲ ਆ। ਮਾਪਿਆਂ ਦਾ, ਨਾਨੇ ਨਾਨੀ ਦਾ, ਦਾਦੇ ਦਾਦੀ ਦਾ, ਚਾਚਿਆਂ ਦਾ, ਤਾਇਆਂ ਦਾ, ਭੂਆਂ ਦਾ, ਫੁੱਫੜਾਂ ਦਾ ਰੋਲ ਆ ਇੱਕ ਪਰਿਵਾਰ ਨੂੰ ਯੂਨਾਈਟਿਡ ਕਰਨ ਲਈ। ਅਤੇ ਜਿਹੜੇ ਘਰ ਦੇ ਵਿੱਚ ਸਤਿਕਾਰ ਨਹੀਂ ਹੈ, ਜਿਹੜੇ ਘਰ ਦੇ ਵਿੱਚ ਬਾਹਰੋਂ ਆਏ ਬੰਦੇ ਦਾ ਸਤਿਕਾਰ ਨਹੀਂ ਹੈ, ਜਿਹੜੇ ਘਰ ਦੇ ਵਿੱਚ ਇੱਜ਼ਤ ਨਹੀਂ ਹੈ ਕਿਸੇ ਦੀ, ਉਹ ਘਰ 'ਚੋਂ ਤੁਸੀਂ ਕੀ ਭਾਲਦੇ ਹੋ? ਸੋ ਇਹਦੇ ਲਈ ਜੇ ਇਹ ਬਹੁਤ ਵੱਡੀ ਇੱਕ ਕਹਾਣੀ ਸਾਡੇ ਭਾਈਚਾਰੇ 'ਚ ਇਹ ਬਹੁਤ ਵੱਡੀ ਚੱਲ ਗਈ ਵੀ ਨਹੀਂ ਮੇਰੇ ਹਿਸਾਬ ਨਾਲ ਸਾਰਾ ਕੁਛ ਹੋਊ ਬਸ ਉਹ ਘਰ ਦੇ ਵਿੱਚ ਤੁਸੀਂ ਸਮਾਂ ਤਾਂ ਕੱਢ ਸਕਦੇ, ਉਹਨੂੰ ਘਰ ਨਹੀਂ ਤੁਸੀਂ ਕਹਿ ਸਕਦੇ। 604 204 0600 ਤੀਸਰੀ ਕੜੀ ਹੈ, ਆਪਾਂ ਮੰਗਲਵਾਰ ਸ਼ੁਰੂ ਕੀਤੀ ਸੀ 3 ਹਫ਼ਤੇ ਪਹਿਲਾਂ। ਮੁਮਤਾਜ਼ ਜੀ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 1। सत श्री अकाल। ਸਤਿ ਸ਼੍ਰੀ ਅਕਾਲ ਮੁਮਤਾਜ਼ ਜੀ, ਕੀ ਹਾਲ ਨੇ ਤੁਹਾਡੇ? मेरे हाल तो ठीक है। हाँ जी दसो। 5 महीने से मर गया है। कौन? वो पंजाबी था। कौन? मुसलमान बन गया। कौन? उसका नाम है नहीं कौन मर गया पहला दसो। वो उसको कैंसर था। नहीं कौन था वो आपका? वो मेरा हस्बैंड। अच्छा जी, अच्छा जी, अच्छा शादी किया 65 पे। अच्छा। तो मैं बहुत लेट शादी किया क्योंकि माँ बाप की ख्याल रखी थी घर पे। फिर मैं काम किया, फिर मेरे को ये रिश्ता आया। अच्छा तो हुण जी लगता बंदे बिना? हाँ, आपका मन लगता है उसके बिना? अभी थोड़ा फील तो होता है क्योंकि रहता था मेरे साथ सब। अभी उसकी आदत बहुत खराब था। चलो वो तो अभी चला गया, उसकी बात नहीं। अभी उसके बिना कैसे चलता है काम? मेरा क्या कहने का है कि देखो वो भी शराब पीता था और ड्रग्स भी लेता था। मेरे को बोले मेरा दादा, मेरा बाप सब करते थे क्योंकि वो असल में पंजाबी था, फिर मुसलमान बन गया। तो मेरा को ये है कि क्यों ये दादा, मेरा बाप सब शराब पीते हैं, मेरे खून में शराब है, मैं भी पीनी है, नहीं छोड़ूंगा। तो मेरे को ये सब पता नहीं था। मैं ये 1 साल तक सन किया। फिर वो 2 साल उसकी बहन सरे रहती थी, वहाँ करीब रहता था बेसमेंट में। फिर उसको कैंसर हो गया। बेलिंगम, वो अमेरिकन था तो वो बेलिंगम जाके उसकी ट्रीटमेंट किया। वो आपने बताया हुआ है। अभी ये बताइए आपका उसके बिना जी लगता है? कभी कभी लगता है, कभी कभी लगता है अच्छा ही चले गया क्योंकि उसकी कोई जिंदगी तो ही नहीं। फिर टाइम कैसे निकलता है? अभी क्या करते हैं आप? मैं स्विमिंग जाती हूँ, बीच में जाती हूँ, वॉलंटरी थोड़ा करती हूँ। मेरा टाइम तो गुजर जाता है, वो तो प्रॉब्लम नहीं है। जी। और जैसे आप कहते हैं पंजाबी में जो घर है, अभी देखो
जो बुरे हो गए, स्पेशली आदमी में देखती हूँ जी पंजाबी आदमी, मैं काफी लोग के साथ बात भी करती हूँ जी फोन पे। जी वो लोग कहते हैं देखो हम बहुत पहले शादी किया, 20-30 साल रहते थे साथ में, जी अभी हम बोर्ड हो गए, वही औरत वही चीजें हमको, अभी हम इधर आजाद दुनिया में आए, हमको गोरी चाहिए, हमको कोई और एक्सपीरियंस करना है। अभी एक दो है जिसके बीबी मर गई है, तो वो कहते बच्चे के लिए मैं शादी नहीं कर सकता हूँ क्योंकि बच्चे है। अभी मेरे नजर से तो ये 20th सेंचुरी में है, इसमें क्या है, आप कर लो शादी जो आपको कोई मिले, पर पता नहीं बुढ़ापे में लोग बहुत दुखी है, वो घर में बहुत क्लेशेस है, किसी का हस्बैंड बहुत शराब पीता है, मुश्किल है कुछ बोलने का, क्योंकि इंडिया में तो नहीं बोल सके, पर यहाँ बोले पुलिस को बुलावे तो प्रॉब्लम हो जाता है। नशे तो की मुश्किल है, आपकी सच बात है, ये बहुत प्रॉब्लम है अभी। बिल्कुल है। देखा देखी दुनिया ਚੱਕਮਾ ਚੁੱਲ੍ਹੇ 'ਚ ਜਾ ਵੜੀ, ਖਰਚੇ ਵੱਧ ਗਏ, ਸਟੇਬਿਲਿਟੀ ਹੈ ਨਹੀਂ, ਘਰ ਰਨ ਕਰਨ ਲਈ 7-7 ਦਿਨ ਕੰਮ ਕਰਨਾ ਪੈਂਦਾ, ਸਮਾਂ ਕਿਹਦੇ 'ਚ ਜਾਣਾ, ਘਰ 'ਚੋਂ ਹੀ ਜਾਣਾ। ਜਦ ਮੂਰਲੀ ਕਿੱਲੀ ਅੜਿਆ ਹੈ ਟੱਬਰ ਸਿਰਫ ਇਹਦੇ ਕਰਕੇ ਕਿ ਮੇਰੀ ਨੱਕ ਨਾ ਰਹਿ ਜਵੇ, ਆਹ ਵੀ ਲਿਆਉਣਾ ਉਹ ਵੀ ਲਿਆਉਣਾ ਇਹ ਵੀ ਲਿਆਉਣਾ। ਕੁਛ ਤਾਂ ਸਰਕਾਰਾਂ ਨੇ ਮਹਿੰਗਾਈ ਕਰਤੀ, ਕੁਛ ਅਸੀਂ ਆਪ ਕੀਤੀ ਹੋਈ ਹੈ। ਕੱਪੜਾ ਤੇ ਦਿਖਾਉਣਾ, ਇਹ ਮੇਰਾ ਜੀ ਜੇ ਹੈ, ਮੇਰਾ ਇਹ ਬੋ ਹੈ, ਨੌਂ ਬੜੇ ਪੁੱਠੇ ਜੇ ਨੇ, ਤੇ ਇਹ ਫਲਾਣਾ ਜੀ, ਇਹ ਟਮਕਾਣਾ ਜੀ, ਕੀ ਕੱਢ ਪਾ ਲਓਗੇ ਉਹਦੇ ਵਿੱਚੋਂ। ਢਕਿਆ ਹੋਣਾ ਚਾਹੀਦਾ ਇਨਸਾਨ ਨੂੰ। ਮਨਪ੍ਰੀਤ ਸਿੰਘ ਜੀ ਲਾਈਨ ਨੰਬਰ 2। ਮਾਨ ਸਾਹਿਬ ਜੀ, वेकेशन तो बाद आया हूँ, वेलकम ਬਾਈ ਜੀ, ਬਾਈ ਜੀ ਥੈਂਕ ਯੂ ਬਾਈ ਜੀ। ਪ੍ਰੋਗਰਾਮ ਬਹੁਤ ਵਧੀਆ ਸੀ, ਮਾਨੇ ਬਾਈ ਨੂੰ ਵੀ ਵਧਾਈਆਂ ਬਹੁਤ ਬਹੁਤ ਜੀ, ਤੇਰਾ ਮਿਲਾਂਗੇ ਬੜੇ ਸਾਲਾਂ ਬਾਅਦ ਜੀ। ਬਹੁਤ ਵਧੀਆ ਇਨਸਾਨ ਸੀ, ਵਧਾਈਆਂ ਸਾਰਿਆਂ ਨੂੰ। ਗਿੱਲ ਸਾਹਿਬ ਗੱਲ ਇਹ ਹੈ ਕਿ ਤੁਸੀਂ ਕੋਈ ਕਸਰ ਨਹੀਂ ਛੱਡੀ, ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਆਪਣਾ ਇਨਪੁਟ ਪਾ ਸਕੀਏ। ਤੁਸੀਂ ਸਾਰਾ ਕੁਝ ਕਵਰ ਕੀਤਾ ਐਂਡ ਬੜੇ ਟੇਸਟੀ ਤਰੀਕੇ ਨਾਲ, ਪਰਿਵਾਰਕ, ਜਿੱਦਾਂ ਆਪਾਂ ਇੱਕ ਆਪਣੇ ਪਰਿਵਾਰ ਦੇ ਵਿੱਚ ਬੈਠੇ ਹੋਈਏ। ਜੇ ਆਹੀ ਗੱਲਾਂ ਸੁਣ ਕੇ ਅਸੀਂ ਅਸਰ ਕਰ ਲਈਏ, ਬਸ ਪਿਛਲੀਆਂ ਭੁੱਲ ਜਾਓ, ਗੱਲ ਗਾਹਾਂ ਵਾਲੀ ਜ਼ਿੰਦਗੀ ਬੜੀ ਵਧੀਆ ਰੰਗੀਨ ਹੋ ਜੂਗੀ। ਪਰ ਬਾਈ ਜੀ ਗੱਲ ਜਿੱਦਾਂ ਤੁਸੀਂ ਕਿਹਾ ਨਾ, ਲੇਡੀਜ਼ ਨੂੰ ਮਹਾਰਾਜ ਨੇ ਬੜੀ, ਉੱਪਰ ਵਾਲੇ ਨੇ ਬੜੀ ਵੱਡੀ ਜਿਗਰਾ ਦਿੱਤਾ। ਲੇਡੀਜ਼ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਹ ਦੇਖ ਕੇ ਕਹਿ ਦਿੰਦੀ ਹੈ ਜਾ ਖੇਲੀ ਜਾ, ਤੂੰ ਕੀ ਕਰਦਾ ਹੈ ਇੰਨੇ ਗਾਲਾਂ ਤੋਂ। ਹੁਣ ਕਈ ਵਾਰ ਆਪਾਂ ਸੋਸ਼ਲ ਮੀਡੀਆ ਤੇ ਦੇਖਦਾ ਬੰਦਾ ਕਿੰਨੀਆਂ ਫੁਕਰੀਆਂ ਮਾਰਦਾ, ਮੇਰੀ ਕਾਰ ਆ, ਮੇਰਾ ਜਹਾਜ਼ ਆ, ਟਵਾਏ। ਲੇਡੀਜ਼ ਦੂਰੋਂ ਖੜੀ ਕਈ ਵਾਰ ਦੇਖਦਾ ਮੈਂ, ਇੱਕ ਵਾਰ ਨਹੀਂ ਬਾਈ ਜੀ, ਪਰਿਵਾਰ ਦੇ ਵਿੱਚ ਪੰਜੇ ਉਂਗਲਾਂ ਜਿੱਦਾਂ ਬਰਾਬਰ ਨਹੀਂ ਹੁੰਦੀਆਂ, ਉਹ ਦੇਖਦੀ ਰਹਿੰਦੀ ਆ ਉਹ ਕਿ ਦੇਖ ਤੂੰ ਕੀ ਕਰਦਾ, ਕੀ ਤੈਨੂੰ ਲੋਕ ਕਹਿੰਦੇ ਨੇ, ਬਸ ਉਹਦੇ ਵਿੱਚ ਸਾਰਾ ਕੁਝ ਬੋਲ ਜਾਂਦੀ ਆ ਉਹ ਦੇਖਣ 'ਚ। ਪਰ ਬੰਦਾ ਨਹੀਂ ਸਮਝਦਾ ਬਾਈ ਜੀ, ਬੰਦੇ ਨੂੰ ਹੁਣ ਬਾਹਰ ਬਹਿ ਕੇ ਆਪਾਂ ਜਿੰਨੀਆਂ ਮਰਜ਼ੀ ਮਾਰੀ ਜਾਈਏ, ਜੇ ਕੋਈ ਸੁਣਦਾ ਉਹ ਦੇਖਦਾ ਕਿ ਆ ਕੀ ਕਰੀ ਜਾਂਦਾ। ਇਹ ਸਭ ਬਨੌਟੀ ਹੈ। ਬਾਕੀ ਬਾਈ ਜੀ ਜੋ ਤੁਸੀਂ ਕਹਿਤਾ ਨਾ, ਸੋਨੇ ਤੇ ਸੁਹਾਗਾ, ਇੱਕ ਗੱਲ ਪੂਰੀ ਸੱਚ ਹੈ ਔਰ ਸਹੀ ਹੈ। ਮੈਂ ਤਾਂ ਤੁਹਾਨੂੰ ਸਲੂਟ ਕਰਦਾ ਗਿੱਲ ਸਾਹਿਬ, ਥੈਂਕ ਯੂ ਸੋ ਮਚ। ਥੈਂਕ ਯੂ ਵੀਰ ਜੀ। ਅੱਛਾ, ਕਈ ਵਾਰ ਨਾ ਕਿਸੇ ਤੋਂ ਕੁਛ ਕਰਾਇਆ ਹੋਵੇ, ਕਿਸੇ ਤੋਂ ਮਦਦ ਲਈ ਹੋਵੇ, ਪੈਰਾਂ ਭਾਰ ਮੂਹਰੇ ਬਹਿ ਕੇ ਉਹਨੂੰ ਦਿਖਾਉਂਦੇ ਆ। ਫਿਰ ਚਿੱਬੜ ਤਰਬੂਜ ਨੂੰ ਦੰਦੀਆਂ ਵੜਦੇ ਨੇ, ਇਹ ਵੀ ਮੁਸ਼ਕਲ ਹੈ। ਇੱਕ ਪੈਸਟ ਭੁੱਲਦੇ ਨੇ ਸਾਰੇ, ਸਮਾਂ ਨਿਕਲ ਗਿਆ, ਬੰਦੇ 'ਚ ਬੰਦੇ ਕੀ ਫਰਕ ਹੈ। ਸਮਾਂ ਨਿਕਲਿਆ ਤੇ ਬਸ ਖਤਮ ਕਹਾਣੀ, ਡਨ। ਇੱਕ ਇਹ ਬਹੁਤ ਵੱਡੀ ਮੁਸ਼ਕਲ ਆ ਗਈ। ਇੱਕ ਦੂਜੀ ਆ ਗਈ ਵੀ ਅੱਛਾ 25 ਸਾਲ ਪਹਿਲਾਂ ਉਦਣ ਜਦ ਦੇਖ ਲਾ ਤੈਂ ਆਹ ਗੱਲ ਕਹੀ ਸੀ ਮੈਨੂੰ, ਉਹ 25 ਸਾਲ ਵਾਲੀ ਯਾਦ ਹੈ, ਅੱਜ ਦੀ ਨਹੀਂ ਯਾਦ ਵੀ ਅੱਜ ਜਿੱਥੇ ਸਵਰਗ 'ਚ ਬੈਠੇ ਹੋ। ਤਾਂ ਫਿਰ ਜਦ ਇਹ ਗਈ, ਜਦ ਉੱਥੇ ਸਹੁਰੀ ਮੈਂ ਗਿਆ ਸੀ, ਤੁਹਾਨੂੰ ਮੈਂ ਕਿਹਾ ਸੀ ਮੁਰਗਾ ਬਣਾਓ, ਤੁਸੀਂ ਛੋਲਿਆਂ ਦੀ ਦਾਲ ਖਿਲਾਈ ਮੈਨੂੰ। 25 ਸਾਲ ਪਹਿਲੀ ਕਹੀ ਜਾਂਦੇ, ਉਹ ਕਹੀ ਜਾਂਦੇ ਮੈਂ ਜਦ ਪਹਿਲੀ ਵਾਰ ਵਿਆਹ ਕੇ ਆਈ ਸੀ ਤੇਰੀ ਮਾਂ ਨੇ ਸਵਾਰ ਕੇ ਪਾਣੀ ਨਹੀਂ ਬਾਰਿਆ, ਉਹ 30 ਸਾਲ ਪੁਰਾਣੀ ਗੱਲ ਕਰੀ ਜਾਂਦੀ। ਦੂਜੀ ਦਾ ਵੱਧ ਕਰਦੀ ਹੈ। ਰਿੜਕੀ ਚੱਲੋ, ਜ਼ਿੰਦਗੀ ਤੁਹਾਡੀ ਜਾ ਰਹੀ ਹੈ, ਕਿਸੇ ਦੀ ਨਹੀਂ ਜਾ ਰਹੀ। ਬਹੁਤ ਵੱਡੇ ਇਸ਼ੂ ਨੇ, ਥੋੜ੍ਹੇ ਨਹੀਂ। ਆਉਣਾ ਮੁੜ ਕੇ ਸਰਾਰ ਸਾਹਿਬ ਆ ਗਏ, ਜਸਵੀਰ ਸਿੰਘ ਜੀ ਲਵਾਉਂਦੇ ਆ। ਕਈ ਵਾਰ ਟਰੱਕ ਪਹਾੜਾਂ 'ਚ ਬਾੜ ਲੈਂਦੇ ਤੇ ਫੋਨ ਕੱਟਿਆ ਜਾਂਦਾ। ਜਸਵੀਰ ਸਿੰਘ ਜੀ ਨਾਲ ਗੱਲ ਕਰ ਲਈ। ਸਰਾਰ ਸਾਹਿਬ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰਦਾਰ ਬਹਾਦਰ, ਧੰਨਵਾਦ ਸਮਾਂ ਦੇਣ ਲਈ। ਮੈਂ ਖੜਾ ਲਿਆ ਜੀ। ਜੀ ਜੀ ਧੰਨਵਾਦ। ਤੇ ਤੁਸੀਂ ਜਿਹੜਾ ਵਿਸ਼ਾ ਤੀਜੀ ਕੜੀ 'ਚ ਲਿਆਂਦਾ ਹੈ, ਤੁਸੀਂ ਇੱਕ ਇਹਦੇ 'ਚ ਵਿਚਾਰ ਦੇ ਕੇ ਹਟੇ ਹੋ ਕਿ ਜਦੋਂ ਮਨੁੱਖ ਦੀ ਉਮਰ 65 ਸਾਲ ਤੋਂ ਟੱਪ ਜਾਵੇ ਵੀ ਫੇਰ ਇਹ ਜਿਹੜਾ ਗਲ 'ਚ ਜੂੜਾ ਪਾਇਆ ਉਹਨੂੰ ਚੱਕੀ ਫਿਰੋ। ਪਹਿਲੀ ਗੱਲ ਤਾਂ ਮੈਂ ਇਹ ਮਹਿਸੂਸ ਕਰਦਾ ਵੀ ਸਾਨੂੰ ਇਹ ਸਮਝਣ ਦੀ ਲੋੜ ਹੈ ਬਈ ਜੀਵਨ ਦੇ ਵਿੱਚ ਚਲਾਉਣ ਦਾ ਜਿਹੜਾ ਤਰੀਕਾ ਹੈ ਉਹਦੀਆਂ ਮੁੱਖ ਜਿਹੜੇ ਕਾਰਨ ਨੇ ਉਹ ਸਾਡੇ ਹਨ ਕਿਹੜੇ ਜੀ। ਕੀ ਵੱਡੇ ਘਰ, ਸ਼ੌਹਰਤ, ਵਡਿਆਈ ਜਾਂ ਰੁਤਬਾ ਇਹ ਜੀਵਨ ਹੈ, ਜਾਂ ਜੀਵਨ ਦੇ ਵਿੱਚ ਹਰ ਪਹਿਲੂ ਨੂੰ ਬਰਾਬਰਤਾ ਦੇ ਉੱਤੇ ਰੱਖ ਕੇ ਘਰ ਵਿੱਚ, ਜਿਹਨੂੰ ਅਸੀਂ ਘਰ ਕਹਿੰਦੇ ਹਾਂ, ਘਰ ਦੇ ਵਿੱਚ ਜਿਹੜੀ ਸਾਡੀ ਇੱਕ ਸੁਰਤਾ ਦੇ ਵਿੱਚ ਜੀਵਨ ਦੇ ਹਰ ਦੁੱਖ ਸੁੱਖ ਦਾ ਬਰਾਬਰਤਾ ਨਾਲ ਚੱਲਣਾ, ਇਹ ਜੀਵਨ ਹੈ ਜੀ। ਵਿਆਹ ਤੋਂ ਬਾਅਦ ਸਾਨੂੰ ਇਹ ਚੀਜ਼ ਅਹਿਸਾਸ ਨਹੀਂ ਕਰਾਈ ਜਾਂਦੀ, ਜਾਂ ਅਸੀਂ ਅਹਿਸਾਸ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਜਦੋਂ ਸਾਡਾ ਵਿਆਹ ਹੋਇਆ ਐਕਚੁਅਲੀ ਮਨੋਰਥ ਇਹਦਾ ਕੀ ਹੈ ਜੀ। ਜਿੰਨੀ ਦੇਰ ਤੱਕ ਪਹਿਲੇ ਪੜਾਅ ਦੇ ਵਿੱਚ ਇਨਸਾਨ, ਚਾਹੇ ਬੰਦਾ ਜਾਂ ਔਰਤ ਹੈ, ਇਹ ਮਹਿਸੂਸ ਕਰਕੇ ਜੋੜ ਵਿੱਚ ਆਪਣਾ ਹਿੱਸੇਦਾਰੀ ਨਹੀਂ ਪਾਉਂਦੇ ਕਿ ਸਾਡਾ ਇਹਦੇ ਵਿੱਚ ਮਨੋਰਥ ਕੀ ਹੈ, ਉਨੀ ਦੇਰ ਤੱਕ ਇਹ ਸੁਰਤ ਨੂੰ ਜਿਉਣ ਦੇ ਤਰੀਕਿਆਂ ਵਿੱਚ ਉਲੱਥਣਾ ਜਾਂ ਪਲਟਣਾ ਇਹ ਸੰਭਵ ਨਹੀਂ ਹੁੰਦਾ। ਹੁਣ ਦੂਸਰੀ ਗੱਲ ਇਹ ਹੁੰਦੀ ਆ ਕਿ ਅਸੀਂ ਇਹ ਗੱਲ ਕਹਿੰਦੇ ਆ ਵੀ ਬੰਦੇ ਸ਼ਰਾਬ ਪੀਂਦੇ ਨੇ, ਨਸ਼ੇ ਕਰਦੇ ਨੇ, ਠੀਕ ਹੈ, ਮਾੜੀ ਗੱਲ ਆ, ਕਰਦੇ ਨੇ, ਪਰ ਨਸ਼ਾ ਮਾੜਾ ਇਸ ਕਰਕੇ ਆ ਕਿ ਨਸ਼ੇ ਤੋਂ ਬਾਅਦ ਉਹਦੀ ਜਿਹੜੀ ਬੋਲ ਬਾਣੀ ਆ, ਤੌਰ ਤਰੀਕੇ ਨੇ, ਉਹ ਬਦਲਦੇ ਨੇ। ਤੇ ਜਿਹੜੀ ਔਰਤ ਦੇ ਤੌਰ ਤਰੀਕੇ ਬਿਨਾਂ ਨਸ਼ੇ ਤੋਂ ਬਦਲਦੇ ਨੇ, ਫਿਰ ਉਹਨਾਂ ਤੇ ਕਿਹੜਾ ਲਾਂਭਾ ਆਊਗਾ? ਮਤਲਬ ਅਸੀਂ ਇੱਕ ਪਾਸੇ ਗੱਲ ਕਰਨ ਦੀ ਜਾਂ ਭਾਰੂ ਹੁੰਨੇ ਆ। ਮੈਂ ਆਦਮੀ ਹੈ, ਜੇ ਮੈਨੂੰ ਲੱਗਿਆ ਵੀ ਮੈਂ ਆਪਣੀ ਚਲਾਉਣੀ ਆ ਤਾਂ ਮੇਰੀ ਔਰਤ ਵਿੱਚ ਮੈਂ 1000 ਨੁਕਸ ਕੱਢੂੰਗਾ, ਪਰ ਜੇ ਮੇਰੀ ਔਰਤ ਨੇ ਮੇਰੇ ਤੋਂ ਖੜਾ ਛਡਾਉਣਾ ਤਾਂ ਮੇਰੇ ਚ ਇਹਨੂੰ ਬੋਲਣਾ ਨਹੀਂ ਆਉਂਦਾ, ਇਹ ਤੁਰਦਾ, ਇਹਨੂੰ ਭੁੱਖ ਹੈ, ਇਹ ਮੇਰੀ ਗੱਲ ਨਹੀਂ ਮੰਨਦਾ। ਮੇਰਾ ਮਤਲਬ ਵੀ ਏਦਾਂ ਦੀਆਂ ਅਸੀਂ ਗੱਲਾਂ ਕਰ ਰਹੇ ਹਾਂ, ਪਰ ਅਸਲੀਅਤ ਵਿੱਚ ਜੀਵਨ ਦਾ ਸਰਦਾਰ ਬਹਾਦਰ ਮੇਲ ਦੇ ਸਟਾਰਟਿੰਗ ਪੁਆਇੰਟ ਦੇ ਉੱਤੇ ਗੱਲ ਇਹ ਹੈ ਕਿ ਕੀ ਸਾਡਾ ਜੋੜ ਸੰਸਾਰਿਕ ਪਹਿਲੂਆਂ ਦੀ ਪਕੜ ਹੈ, ਜਾਂ ਸਾਡਾ ਜੋੜ ਜਿਹੜਾ ਹੈ ਉਹ ਸਾਡੇ ਜੀਵਨ ਦੇ ਦੁੱਖ ਸੁੱਖ ਦੀ ਪਕੜ ਹੈ। ਜੀਵਨ ਦੇ ਦੁੱਖ ਸੁੱਖ ਦੀ ਪਕੜ ਵਿੱਚ ਮਨੁੱਖ ਆਪੇ ਨੂੰ ਮੁੱਖ ਨਹੀਂ ਰੱਖਦਾ ਹੈ ਜੀ, ਉਹ ਫਿਰ ਦੋਨਾਂ ਨੂੰ ਮੁੱਖ ਰੱਖਦਾ ਹੈ। ਔਗਣ ਤਾਂ ਦੋਨਾਂ ਚ ਨੇ। ਮੇਰੇ ਮਾਂ-ਬਾਪ ਦੇ ਵਿੱਚ ਨੁਕਸ ਹੋ ਸਕਦੇ ਨੇ, ਮੇਰੀ ਘਰ ਵਾਲੀ ਨੂੰ ਪਸੰਦ ਨਹੀਂ, ਮੇਰੀ ਘਰ ਵਾਲੀ ਦੇ ਮਾਂ-ਬਾਪ ਚ ਨੁਕਸ ਹੋ ਸਕਦੇ ਨੇ, ਮੈਨੂੰ ਪਸੰਦ ਨਹੀਂ। ਪਰ ਜੇ ਮੇਰਾ ਜੋੜ ਪੈ ਗਿਆ ਤਾਂ ਉਹਨਾਂ ਦੇ ਨਾਲ ਤਾਂ ਮੇਰਾ ਜੀਵਨ ਨਹੀਂ ਹੈ, ਉਹ ਤਾਂ ਮੇਰੇ ਜੀਵਨ ਦਾ ਇੱਕ ਹਿੱਸਾ ਨੇ। ਜੀਵਨ ਤਾਂ ਘਰ ਵਾਲੀ ਨਾਲ, ਘਰ ਵਾਲੇ ਨਾਲ ਜੀ। ਬਿਲਕੁਲ ਸਹੀ ਗੱਲ। ਅੱਛਾ, ਹੁਣ ਉੱਥੇ ਜਿਹੜੀ ਪ੍ਰੋਬਲਮ ਵੱਡੀ ਆ ਰਹੀ ਆ, ਇੱਕ ਤਾਂ ਮੈਂ ਇਹ ਮਹਿਸੂਸ ਕਰਦਾ ਵੀ ਜਿਹੜੇ ਬਾਹਰ ਆਪਣੇ ਆ ਮੁਲਕਾਂ 'ਚ ਵੱਡੀ ਪ੍ਰੋਬਲਮ ਆ, ਉਹ ਜਿਹੜੇ ਰਿਸ਼ਤੇ ਨੇ ਉਹ ਰਿਸ਼ਤੇ ਸੌਦੇ ਨੇ, ਤੇ ਸੌਦਿਆਂ ਦੇ ਵਿੱਚ ਕਦੇ ਵੀ ਭਾਅ ਬਰਾਬਰ ਨਹੀਂ ਹੁੰਦਾ। ਇਹ ਵੱਖਰੀ ਗੱਲ ਆ ਵੀ ਕੋਈ ਉਹਨੂੰ ਬਰਾਬਰ ਕਰ ਜਾਵੇ, ਵਰਨਾ ਸੌਦੇ ਹਮੇਸ਼ਾ ਖਰੀਦਦਾਰ ਤੇ ਵੇਚਣ ਵਾਲੇ ਦੇ ਵਿੱਚ ਜਿਹੜਾ ਪਾੜਾ ਉਹ ਰਹਿੰਦਾ, ਜਿਹਦਾ ਭਾਅ ਵੱਧ ਜਾਂਦਾ, ਪਾੜਾ ਵੱਧ ਜਾਂਦਾ, ਉਹ ਦੂਜੇ ਨੂੰ ਨੱਪ ਲੈਂਦਾ। ਇਹ ਨਹੀਂ ਕਦੇ ਵੀ ਸੂਤ ਹੋਣੇ। ਹਾਂ, ਜਿਨ੍ਹਾਂ ਦੇ ਸੌਦੇ ਤੋਂ ਬਿਨਾਂ ਹੋਏ ਨੇ ਉਹਦੇ ਵਿੱਚ ਮੈਂ ਆਪਦੇ ਜੀਵਨ ਮੁਤਾਬਕ ਇੱਕ ਸੁਜੈਸਟ ਕਰਦਾ ਜੀ ਕਿ ਅਸੀਂ ਦੂਸਰੇ ਸਾਥੀ ਨੂੰ ਆਪਣੀ ਜਿਹੜੀ ਗੁੱਸੇ ਆ ਉਸ ਨੂੰ ਉਭਾਰਨ ਦੀ ਖਾਤਰ ਉਹਦੀਆਂ ਊਣਤਾਈਆਂ ਨੂੰ ਉਜਾਗਰ ਕਰਦੇ ਆ। ਤੇ ਜੇ ਕਿਤੇ ਸਾਨੂੰ ਇਹ ਸਬਰ ਸੰਤੋਖ ਤੇ ਸਮਝ ਆ ਜਾਵੇ ਕਿ ਗੁੱਸਾ ਮੇਰਾ ਜਿਹੜੀ ਗੱਲ ਦੇ ਉੱਤੇ ਆ, ਮੈਨੂੰ ਉੱਥੇ ਰਹਿਣਾ ਚਾਹੀਦਾ। ਤੁਸੀਂ ਨੋਟ ਕਰਿਓ, ਜਦੋਂ ਵੀ ਆਦਮੀ ਤੀਵੀਂ ਦੀ ਲੜਾਈ ਹੋਊਗੀ, ਜਿਹੜੇ ਕੰਮ ਦੇ ਉੱਤੇ ਗੱਲ ਤੇ ਲੜਾਈ ਹੋਊਗੀ, ਗੱਲ ਉਹਦੀ ਨਹੀਂ ਹੋਊਗੀ, ਗੱਲ ਹੋਊਗੀ ਤੂੰ ਮੇਰੇ ਨਾਲ ਇਉਂ ਕੀਤਾ, ਪਾਸਟ। ਹਾਂ, ਜਦੋਂ ਤੁਸੀਂ ਕਿਸੇ ਦੇ ਜਾਓ, ਕਿਸੇ ਦੀ ਸਹਿਮਤੀ ਦੀ ਜਾਓ ਵੀ, ਉੱਥੇ ਵੀ ਗੱਲ ਪ੍ਰੈਜ਼ੈਂਟ ਦੀ ਨਹੀਂ ਹੋਣੀ ਵੀ ਜਿਹੜਾ ਰੌਲਾ ਪਿਆ। ਤੋ ਜਦੋਂ ਤੱਕ ਮਨੁੱਖ ਪ੍ਰੈਜ਼ੈਂਟ ਜਿਉਣ ਦੀ ਜਾਂਚ ਨਹੀਂ ਸਿੱਖਦਾ, ਓਨੀ ਦੇਰ ਤੱਕ ਉਮਰ ਦਾ ਸਰਦਾਰ ਜੀ ਇਹਦੇ ਨਾਲ ਕੋਈ ਲੈਣਾ ਦੇਣਾ। ਉਮਰ ਦਾ ਚਾਹੇ 60ਵੇਂ ਹੋ ਜਾਣ, 70ਵੇਂ ਹੋ ਜਾਣ, ਜਾਂ ਇਹ 35 ਦੇ ਹੋਣ ਜਾਂ 26 ਦੇ ਹੋ ਜਾਣ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਪਰ ਸਰਦਾਰ ਜੀ, ਜਿਹੜੀ ਉਹ ਉਮਰ ਦੇ ਵਿੱਚ ਸੌਖ 'ਚ ਚਲੇ ਜਾਣਾ, ਜੇ ਨਹੀਂ ਉਹ ਬਣੀ 30 ਸਾਲ ਬਣੀ ਨਹੀਂ, ਤੇ ਆਖਰੀ ਜ਼ਿੰਦਗੀ ਦੇ 15-20 ਸਾਲ ਆਪਣੀ ਮਰਜ਼ੀ ਨਾਲ ਕੱਢ ਲੈਣੇ, ਗੁੱਡ ਡਿਸੀਜ਼ਨ ਹੈ।
ਬਿਲਕੁਲ ਗੁੱਡ ਡਿਸੀਜਨ ਹੈ ਸਰਦਾਰ ਜੀ। ਜੀਵਨ ਦੁਬਾਰਾ ਥੋੜੀ ਮਿਲਣਾ। ਬਿਲਕੁਲ ਠੀਕ। ਜੀਵਨ ਦੁਬਾਰਾ ਨਹੀਂ ਮਿਲਣਾ। ਅਸੀਂ ਇਹ ਕਹਿੰਦੇ ਆ ਜੀ ਬੱਚੇ ਦੇਖੋ ਹੁਣ ਜਿਹੜੇ ਬੰਦੇ ਵੱਡੇ ਹੋ ਗਏ, ਬੱਚੇ ਵੱਡੇ ਹੋ ਗਏ, ਉਹਨਾਂ ਨੂੰ ਪਾਲਿਆ, ਵਿਆਹ ਕਰਤੇ, ਹੁਣ ਬੱਚੇ ਉਹਨਾਂ ਮਾਂ-ਬਾਪ ਨੂੰ ਰੋਲਦੇ ਨੇ, ਸੁੱਟ ਦਿੰਦੇ ਨੇ। ਆਦਮੀ ਔਰਤ ਦੀ ਜ਼ਿੰਮੇਵਾਰੀ ਆ ਜੇ ਬੱਚੇ ਪੈਦਾ ਕਰ ਲਏ ਉਹਨਾਂ ਦੀ ਵਧੀਆ ਪਰਵਰਿਸ਼ ਕਰਨੀ। ਪਰਵਰਿਸ਼ ਦੇ ਤਰੀਕੇ ਵੱਖਰੇ ਹੋ ਸਕਦੇ ਨੇ, ਲੇਕਿਨ ਉਸ ਪਰਵਰਿਸ਼ ਦੇ ਵਿੱਚ ਆਪਣੇ ਜੀਵਨ ਦੇ ਜਿਹੜਾ ਆਨੰਦ ਹੈ ਜਾਂ ਜੀਵਨ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਬਰਬਾਦ ਕਰ ਦੇਣਾ ਇਹ ਨਰਕ ਹੈ। ਪਰ ਇਹਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਮੇਰੇ ਵਿੱਚ ਤਾਂ ਨਹੀਂ ਕੋਈ ਔਗਣ। ਬਿਲਕੁਲ ਠੀਕ। ਜੇ ਅਸੀਂ ਆਪਾਂ ਪੜਚੋਲ ਨਹੀਂ ਕਰਦੇ, ਆਪਣੀਆਂ ਆਦਤਾਂ ਨੂੰ ਸੂਤ ਨਹੀਂ ਕਰਨ ਦੀ ਕੋਸ਼ਿਸ਼ ਕਰਦੇ ਔਰ ਸਾਰਾ ਜ਼ੋਰ ਦੂਸਰੇ ਤੇ ਲੱਗਿਆ ਹੋਇਆ, ਫੇਰ ਨਹੀਂ ਇਹ ਗੱਲ ਸੂਤ ਹੁੰਦੀ ਹੈ। ਹਾਂ, ਆਪਾਂ ਪੜਚੋਲ ਕਰ ਲਓ। ਜੇ ਨਹੀਂ ਪਤਾ ਲੱਗਦਾ ਕਿਸੇ ਦੇ ਨਾਲ ਗੱਲਬਾਤ ਕਰੋ, ਕਿਸੇ ਦੀ ਸਲਾਹ ਲਓ। ਇਹ ਜ਼ਰੂਰੀ ਨਹੀਂ ਕਿ ਉਹਨੂੰ ਤੁਸੀਂ ਹਰ ਗੱਲ ਦੱਸਣੀ ਹੈ, ਪਰ ਇਹ ਚੀਜ਼ ਆ ਵੀ ਮਨੁੱਖ ਜਿੰਨੀ ਦੇਰ ਤੱਕ ਘੁੱਟਿਆ ਰਹਿੰਦਾ ਹੈ ਔਰ ਉਹ ਆਪਣੇ ਆਪ ਦੇ ਫੈਸਲੇ ਕਰਦਾ, ਉਹਦੀ ਦੇਰ ਉਹਦੇ ਫੈਸਲੇ ਗਲਤ ਹੁੰਦੇ ਨੇ। ਕਿਉਂਕਿ ਸਵਾਲ ਤੇ ਜਵਾਬ ਜਦੋਂ ਮਨੁੱਖ ਦੋਵੇਂ ਕਰਨ ਲੱਗ ਜਾਂਦਾ ਉਹ ਸ਼ੁਰੂ ਤੋਂ ਹੀ ਖਰਾਬ ਹੋ ਜਾਂਦਾ। ਸਵਾਲ ਜਵਾਬ ਦੋਵੇਂ ਕਰੇ। ਮੇਰੇ ਸਵਾਲ ਹੋ ਸਕਦੇ ਨੇ ਪਰ ਮੈਂ ਉਹਨਾਂ ਦੇ ਜਵਾਬ ਆਪਣੇ ਮੁਤਾਬਕ ਲਊਂਗਾ, ਉਹ ਗਲਤ ਹੋਣਗੇ। ਮੈਨੂੰ ਕਿਸੇ ਸਵਾਲ ਕਰਕੇ ਕਿਸੇ ਤੋਂ ਲੈਣੇ ਚਾਹੀਦੇ ਨੇ। ਔਰ ਤੁਸੀਂ ਦੇਖੋ ਕਿਸਮਤ ਵਾਲੇ ਨੇ ਜਿਹੜੇ ਲੋਕ 70 ਟੱਪਦੇ ਨੇ ਸੰਸਾਰ ਦੀ ਟੋਟਲ ਆਬਾਦੀ ਦੇ, ਉਹ 11% ਨੇ। ਬਿਲਕੁਲ ਠੀਕ ਹੈ ਜੀ। ਔਰ ਜੇ ਉਹ ਤੰਦਰੁਸਤ ਨੇ ਤਾਂ ਉਹਨਾਂ ਵਰਗਾ ਸੁਰਗ ਕੋਈ ਨਹੀਂ। ਬਿਲਕੁਲ ਠੀਕ ਹੈ। ਤੇ ਜਿਹੜੇ ਲੋਕ ਚਾਹੇ ਉਹ ਆਦਮੀ ਆ ਜਾਂ ਔਰਤ ਆ ਜਿਹੜੇ ਐਕਸਰਸਾਈਜ਼ ਕਰਦੇ ਨੇ ਉਹ ਮੁਲਕ ਦੀ ਜਿੰਨੀ ਸਾਰੇ ਦੁਨੀਆ ਦੀ ਆਬਾਦੀ ਆ ਉਹਦੇ 5% ਨੇ ਜੀ। ਤੋ ਆਪਣੇ ਆਪ ਨੂੰ ਉਹਨਾਂ 5% ਚ ਲਿਜਾ ਕੇ ਜੀਵਨ ਦਾ ਆਨੰਦ ਮਾਣੋ। ਇਹ ਸਰੀਰ ਇੱਕ ਵਾਰੀ ਮਿਲਿਆ ਔਰ ਇਹਦਾ ਹਰ ਪਲ ਕੀਮਤੀ ਹੈ ਔਰ ਇਸ ਦੀ ਕੋਸ਼ਿਸ਼ ਕਰੋ। ਜੇ ਕੋਸ਼ਿਸ਼ ਨਾ ਹੋਵੇ, ਤੁਸੀਂ ਉਹਦੇ ਵਿੱਚ ਉਲਝ ਜਾਵੋ ਤਾਂ ਮਦਦ ਲੈ ਲਓ। ਜੇ ਫੇਰ ਨਾ ਬਣੇ ਤਾਂ ਪਾਸਾ ਵੱਟਣਾ ਬਹੁਤ ਜ਼ਰੂਰੀ ਹੈ। ਧੰਨਵਾਦ ਸਰਦਾਰ। ਧੰਨਵਾਦ ਜੀ ਸਰਦਾਰ ਜੀ, ਬਹੁਤ ਬਹੁਤ। ਸੋ ਇਹਦੀ ਮੈਂ ਇੱਥੇ ਹੀ ਅੱਜ ਸਮਾਂ ਇੰਨਾ ਹੀ ਹੈ। ਕੋਸ਼ਿਸ਼ ਕੀਤੀ ਆ ਮੈਂ, ਮੈਨੂੰ ਲੱਗਦਾ ਬਾਕੀ ਤਾਂ ਤੁਹਾਡੇ ਆਪਣੇ ਕਰਨ ਦੀ ਆ, ਮੇਰੇ ਕਰਨ ਦੀ ਆ। ਮੈਂ ਕੋਈ ਤੁਹਾਡੇ ਲਈ ਲੈਕਚਰ ਨਹੀਂ ਦੇ ਰਿਹਾ, ਮੈਂ ਵੀ ਇਹਦੇ ਵਿੱਚ ਦੀ ਹੀ ਹਾਂ ਕਿਉਂਕਿ ਮੈਂ ਵੀ ਕਮਿਊਨਿਟੀ ਦਾ ਹਿੱਸਾ। ਮੈਂ ਕੋਈ ਸੁਪੀਰੀਅਰ ਨਹੀਂ ਹੈ, ਮੇਰੇ ਕੋਲ ਵੀ ਮੁਸ਼ਕਲਾਂ ਨੇ, ਸਾਰੇ ਘਰਾਂ ਦੇ ਵਿੱਚ ਮੁਸ਼ਕਲਾਂ ਨੇ, ਪਰ ਇਹਦੇ 'ਚੋਂ ਨਿਕਲਣਾ ਕਿਵੇਂ ਆ, ਇਹ ਬਹੁਤ ਵੱਡੀ ਇੱਕ ਸਿਆਣਪ ਹੈ। ਅਤੇ ਜੇ ਤੁਸੀਂ ਜ਼ਿੰਦਗੀ ਦੇ 25-30 ਸਾਲ ਦੇਖ ਲਏ, ਵਿਆਹੁਤਾ ਜੀਵਨ 'ਚ ਦੇਖ ਲਿਆ ਵੀ ਯਾਰ ਇਹ ਲੜਾਈ ਨਹੀਂ ਸਾਡੇ ਘਰ 'ਚ ਮੁੱਕਦੀ ਅਤੇ ਜਵਾਕਾਂ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਗਈਆਂ, ਫਿਰ ਇਹ ਗੱਲ ਜਿਹੜੀ ਸਰਾਰ ਸਾਹਿਬ ਨੇ ਕਹੀ ਆ ਵੀ ਇਹ ਦੁਬਾਰਾ ਤਾਂ ਆਉਣਾ ਨਹੀਂ। ਫਿਰ ਆਪਣੀ ਜ਼ਿੰਦਗੀ ਦੇ 8-10 ਸਾਲ ਜੇ ਜਿੰਨੇ ਕੁ ਮਿਲਣ ਉਹ ਵਧੀਆ ਕੱਢਣੇ ਜ਼ਰੂਰੀ ਨੇ। ਉਹ ਕੋਈ ਅਰੇਂਜਮੈਂਟ 'ਚ ਵੀ ਹੋ ਸਕਦੇ ਨੇ, ਉਹ ਅਲੱਗ ਹੋ ਕੇ ਵੀ ਹੋ ਸਕਦੇ ਨੇ, ਪਰ ਹੋਣੇ ਚਾਹੀਦੇ ਨੇ। ਉਹ ਇੱਥੋਂ ਉਹਦੇ 'ਚ ਡੱਬੇ ਜੇ ਪੈਣ ਤੋਂ ਪਹਿਲਾਂ ਜ਼ਰੂਰ ਇੱਕ ਵਾਰ ਕਰਕੇ ਦੇਖ ਲੈਣਾ ਚਾਹੀਦਾ। ਸੋ ਇਹ ਅੱਜ ਦੀ ਗੱਲਬਾਤ ਆਪਾਂ ਕੀਤੀ ਹੈ। ਤੀਸਰੀ ਇਹ ਕੜੀ ਸੀ। ਇਹਦੇ 'ਤੇ ਹੋਰ ਵੀ ਇੱਕ ਮੰਗਲਵਾਰ ਮੈਂ ਗੱਲ ਕਰਨੀ ਚਾਹੁੰਦਾ ਹੈ। ਉਹ ਇਹ ਹੈ ਵੀ ਜਿਹੜਾ ਤੁਰਦੇ ਫਿਰਦੇ ਸਰੀਰਾਂ ਦੇ ਨਾਲ ਇੱਕ ਦੂਜੇ ਦੀ ਸਾਂਭ ਨਹੀਂ ਕਰਨੀ, ਬੁਢਾਪੇ ਦੇ ਵਿੱਚ ਫਿਰ ਗੜਬੜ ਕਿੱਥੇ ਹੁੰਦੀ ਹੈ। ਫਿਰ ਜਿਹੜੀ ਗੱਲ ਜਸਵੀਰ ਸਿੰਘ ਜੀ ਕਹਿ ਗਿਆ ਨੇ ਉਹ ਰਿਜ਼ਲਟ ਹੈ, ਪਰ ਉਸਨੂੰ ਹੋਰ ਥੋੜ੍ਹਾ ਜਿਹਾ ਖੋਲ੍ਹ ਕੇ ਵੇਖਾਂਗੇ ਕਿਸੇ ਦਿਨ। ਅਤੇ ਰੱਬ ਰਾਖਾ। ਬਾਕੀ ਬਾਬਾ ਫਰੀਦ ਵਾਲੀਬਾਲ ਕਲੱਬ ਵੱਲੋਂ ਬਹੁਤ ਵੱਡਾ ਲੱਪਿਆਂ ਵਾਲੀ ਜਿਹੜੀ ਆਪਣੀ ਵਾਲੀਬਾਲ ਦਾ ਟੂਰਨਾਮੈਂਟ ਹੋਇਆ, ਉਹਦੀ ਹੁਣ ਕੱਲ੍ਹ ਨੂੰ ਦਊਂਗਾ। ਕੱਲ੍ਹ ਕੱਚੀ ਰਹਿ ਜਾਣੀ। ਢਿੱਲੋਂ ਸਾਹਿਬ ਨੇ ਫਿਰ ਕਹਿਣਾ ਵੀ ਗੱਲ ਬਣੀ ਨਹੀਂ, ਕੱਲ੍ਹ ਨੂੰ ਸਹੀ। ਰੱਬ ਰੱਖ।